ਦੀ ਹਜ਼ੂਰੀ 'ਚ ਸਵਾਗਤ ਹੈ। ਜਦ ਅਸੀਂ ਉਸ ਸਰਵਸ਼ਕਤੀਮਾਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਂ ਤਾਂ ਮੇਰੇ ਜੋ ਵਿਸ਼ਵਾਸ ਕਰੋ ਉਹ ਵੀ ਆਪਣੀ ਹਜ਼ੂਰੀ ਦੇ ਵਿੱਚ ਹੈ। ਆਮੀਨ। ਸੋ ਅੱਜ ਅਸੀਂ ਆਪਣੇ ਉਸ ਪਰਮੇਸ਼ਰ ਦੇ ਮੈਸੇਜ ਨੂੰ ਧਿਆਨ ਦੇ ਨਾਲ ਸੁਣਨਾ ਆ, ਸਮਾਂ ਆ ਉਸ ਪਰਮੇਸ਼ਰ ਦੀ ਬਾਣੀ ਦਾ, ਜਿਸ ਬਾਣੀ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਚੈੱਕ ਵੀ ਕਰਨਾ ਆ, ਜਾਣਨਾ ਵੀ ਆ। ਪਿਛਲੇ ਸੰਡੇ ਵੀ ਇਹ ਗੱਲ ਮੈਂ ਆਖੀ ਸੀ ਕਿ ਜਿੰਨਾ ਚਿਰ ਤੁਸੀਂ ਆਪਣੇ ਆਪ ਤੋਂ ਵਾਕਿਫ ਨਹੀਂ ਹੁੰਦੇ ਤੁਸੀਂ ਪਰਮੇਸ਼ਵਰ ਤੋਂ ਵਾਕਿਫ ਨਹੀਂ ਹੋ ਸਕਦੇ। ਪਰਮੇਸ਼ਵਰ ਨਾਲ ਵਾਕਫੀ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨਾਲ ਵਾਕਫੀ ਕਰਨੀ ਪੈਣੀ ਹੈ। ਪਰਮੇਸ਼ਵਰ ਦੇ ਸੁਭਾਅ ਨੂੰ ਜਾਣਨ ਤੋਂ ਪਹਿਲੇ ਤੁਹਾਨੂੰ ਆਪਣੇ ਸੁਭਾਅ ਦੇ ਬਾਰੇ ਜਾਣਨਾ ਪੈਣਾ ਆ। ਪਰਮੇਸ਼ਵਰ ਦੇ ਕੰਮ ਕਰਨ ਦੇ ਢੰਗ ਨੂੰ ਜਾਣਨ ਤੋਂ ਪਹਿਲਾਂ ਤੁਹਾਨੂੰ ਆਪਣੇ ਜੀਵਨ ਦੇ ਢੰਗ ਦੇ ਬਾਰੇ ਜਾਣਨਾ ਪੈਣਾ ਆ। ਪਹਿਲ ਵਿਸ਼ਵਾਸੀ ਨੂੰ ਕਰਨੀ ਪੈਂਦੀ ਆ। ਇਵੇਂ ਹਮੇਸ਼ਾ ਜਿਹੜਾ ਇਨਸਾਨ ਚੌਕਸੀ ਨਾਲ ਚੱਲਦਾ ਆ ਉਹ ਆਪਣੇ ਜੀਵਨ 'ਚ ਹਰ ਕਦਮ ਦੇ ਉੱਤੇ ਸਫਲ ਹੁੰਦਾ ਆ, ਉਹ ਕਦੇ ਵੀ ਫੇਲ ਨਹੀਂ ਹੁੰਦਾ। ਤੇ ਅੱਜ ਦੀ ਅਸੀਂ ਆਪਣੀ ਬਰਕਤ ਆਪਣੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪ੍ਰਾਪਤ ਕਰਨੀ ਆ, ਹਾਸਲ ਕਰਨੀ ਆ, ਅੱਜ ਲੈਣੀ ਆ। ਉਹ ਬਰਕਤ ਜਿਹਦੇ ਤੁਸੀਂ ਅਧਿਕਾਰੀ ਹੋ, ਉਹ ਜ਼ਿੰਦਗੀ ਜਿਹਦੇ ਤੁਸੀਂ ਅਧਿਕਾਰੀ ਹੋ। ਤੇ ਸ਼ੈਤਾਨ ਦੀ ਯੋਜਨਾ ਹਮੇਸ਼ਾ ਇਹ ਹੁੰਦੀ ਹੈ ਕਿ ਤੁਹਾਡੀ ਆਸ਼ੀਸ਼ ਤੁਹਾਡੇ ਤੋਂ ਖੋਈ ਜਾਵੇ, ਤੁਹਾਡਾ ਹਿੱਸਾ ਤੁਹਾਡੇ ਤੋਂ ਖੋਹ ਲਿਆ ਜਾਵੇ। ਤੇ ਪਰਮੇਸ਼ਰ ਦਾ ਵਚਨ ਆ ਜਿਹੜਾ ਸਾਨੂੰ ਗਾਈਡ ਕਰਦਾ ਆ, ਸਾਨੂੰ ਦਲੇਰੀ ਦਿੰਦਾ ਆ, ਸਾਨੂੰ ਤਕੜਾ ਕਰਦਾ ਆ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ, ਆਪਣੇ ਹਿੱਸੇ ਦੀ ਬਰਕਤ ਨੂੰ ਪ੍ਰਾਪਤ ਕਰਨ ਦੇ ਲਈ। ਸੋ ਸਾਡੀ ਸਾਂਝ ਕਿਹਨਾਂ ਦੇ ਨਾਲ ਆ, ਸਾਡਾ ਬੈਠਣਾ ਉੱਠਣਾ ਕਿਹਨਾਂ ਦੇ ਨਾਲ ਆ, ਸਾਡੀਆਂ ਗੱਲਾਂ ਤੇ ਸਾਡੀਆਂ ਬਾਤਾਂ ਜ਼ਿਆਦਾ ਕਿਹਨਾਂ ਦੇ ਨਾਲ ਆ, ਇਹ ਵੀ ਡਿਪੈਂਡ ਕਰਦੀਆਂ ਆ ਸਾਡੀ ਖੁਸ਼ਹਾਲ ਜ਼ਿੰਦਗੀ ਦੇ ਲਈ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਪਹਿਲਾ ਕੁਰਿੰਥੀਆਂ 15 ਅਧਿਆਏ ਉਹਦੀ 33 ਆਇਤ ਵਿੱਚ ਬਿਆਨ ਕਰਦਾ ਆ। ਜਾਵਾਂਗੇ ਅਸੀਂ ਵਚਨ ਦੇ ਵਿੱਚ ਔਰ ਪਵਿੱਤਰ ਵਚਨ ਨੂੰ ਖੋਲਾਂਗੇ ਕਿ ਜਦੋਂ ਸਾਡਾ ਉੱਠਣਾ ਬੈਠਣਾ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਆ, ਸਾਡਾ ਸੁਭਾਅ ਵੀ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਹੋ ਜਾਵੇਗਾ। ਜਦੋਂ ਸਾਡੀਆਂ ਗੱਲਾਂ ਬਾਤਾਂ ਪਰਮੇਸ਼ਵਰ ਦੀ ਮਰਜ਼ੀ ਦੇ ਮੁਤਾਬਕ ਹੋਣਗੀਆਂ ਤੇ ਮੇਰੇ ਜੋ ਸਾਡੀ ਆਸ਼ੀਸ਼ ਖੁੱਲਣੀ ਸ਼ੁਰੂ ਹੋ ਜਾਵੇਗੀ। ਕਿਉਂਕਿ ਬਾਈਬਲ ਇਹਨਾਂ ਗੱਲਾਂ ਨੂੰ ਬਿਆਨ ਕਰਦੀ ਆ। ਪਰਮੇਸ਼ਵਰ ਦੀ ਹਜ਼ੂਰੀ ਕਿਤੇ ਵੀ ਦੇਖੋ, ਜਦੋਂ ਇੱਕ ਇਨਸਾਨ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਆ, ਕਿਸੇ ਇਨਸਾਨ 'ਚ ਪਾਕ ਰੂਹ ਦੀ ਭਰਪੂਰੀ ਆ, ਤੇ ਉਹ ਟਰਾਂਸਫਰ ਕੀਤੀ ਜਾ ਸਕਦੀ ਆ। ਪਰਮੇਸ਼ਵਰ ਦੀ ਹਜ਼ੂਰੀ ਟਰਾਂਸਫਰ ਹੁੰਦੀ ਆ ਇੱਕ ਥਾਂ ਤੋਂ ਦੂਏ ਥਾਂ, ਇੱਕ ਜ਼ਿੰਦਗੀ ਚੋਂ ਦੂਜੀ ਜ਼ਿੰਦਗੀ 'ਚ, ਇੱਕ ਘਰ ਤੋਂ ਦੂਜੇ ਘਰ ਦੇ ਵਿੱਚ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਇਸ ਗੱਲ ਨੂੰ ਬਿਆਨ ਕਰਦਾ ਹੈ। ਮੈਂ ਸਟਾਰਟਿੰਗ ਵਚਨ ਲਵਾਂਗਾ, ਪਹਿਲਾ ਕੁਰਿੰਥੀਆਂ 15 ਦੇ 33 ਆਇਤ ਪੜਾਂਗੇ, ਧਿਆਨ ਦੇ ਨਾਲ ਸੁਣਾਂਗੇ। ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਚੱਲਣਾ ਨੂੰ ਵਿਗਾੜ ਦਿੰਦੀਆਂ ਹਨ। ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਚੱਲਣਾ ਨੂੰ ਵਿਗਾੜ ਦਿੰਦੀਆਂ ਨੇ। ਚੰਗੇ ਚੱਲਣ ਜਿਹੜੇ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਨੇ, ਜਿਹੜੇ ਪ੍ਰਭੂ ਦੀ ਇੱਛਾ ਦੇ ਅਨੁਸਾਰ ਨੇ, ਉਹਨਾਂ ਨੂੰ ਚੰਗੇ ਚੱਲਣ ਬਾਈਬਲ ਦੇ ਵਿੱਚ ਲਿਖਿਆ ਗਿਆ। ਪਰ ਬੁਰੀਆਂ ਸੰਗਤਾਂ ਉਹ ਸੰਗਤਾਂ ਨੇ ਜਿਹੜੇ ਲੋਕ ਮਾੜੀਆਂ ਗੱਲਾਂ ਦੇ ਵਿੱਚ ਜ਼ਿਆਦਾ ਧਿਆਨ ਰੱਖਦੇ ਨੇ, ਜਿਨ੍ਹਾਂ ਦਾ ਰੁਝਾਨ ਮਾੜੀਆਂ ਗੱਲਾਂ ਮਾੜੇ ਕੰਮਾਂ 'ਚ ਹਮੇਸ਼ਾ ਰਹਿੰਦਾ ਆ। ਜੇ ਇੱਕ ਚੰਗਾ ਵਿਅਕਤੀ ਮਾੜੇ ਵਿਅਕਤੀ ਦੇ ਟੱਚ ਵਿੱਚ, ਸੰਗਤ ਵਿੱਚ ਆਵੇਗਾ, ਜ਼ਰੂਰ ਆ ਕਿ ਮਾੜੇ ਆਦਮੀ ਦਾ ਸੁਭਾਅ ਚੰਗੇ ਦੇ ਵਿੱਚ ਟਰਾਂਸਫਰ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ ਜੇ ਅਸੀਂ ਦੇਖੀਏ ਸੰਸਾਰਿਕ ਜਿਸਮਾਨੀ ਸੁਭਾਅ ਜਿਹੜਾ ਆ, ਇਹ ਚੰਗੀਆਂ ਗੱਲਾਂ ਨੂੰ ਛੇਤੀ ਕੈਚ ਨਹੀਂ ਕਰਦਾਗਾ, ਮਾੜੀਆਂ ਗੱਲਾਂ ਨੂੰ ਛੇਤੀ ਕੈਚ ਕਰਦਾ ਆ। ਚੰਗੇ ਸੁਭਾਅ ਨੂੰ ਛੇਤੀ ਕੈਚ ਨਹੀਂ ਕਰਦਾਗਾ, ਮਾੜੇ ਸੁਭਾਅ ਨੂੰ ਛੇਤੀ ਕੈਚ ਕਰ ਜਾਂਦਾ ਆ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਬਿਆਨ ਕਰਦਾ ਆ ਕਿ ਮਾੜੀਆਂ ਸੰਗਤਾਂ, ਮਾੜੇ ਲੋਕ ਚੰਗੇ ਲੋਕਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੇ ਨੇ। ਮਾੜੇ ਸੁਭਾਅ ਚੰਗੇ ਸੁਭਾਅ ਨੂੰ ਵੀ ਵਿਗਾੜ ਕੇ ਰੱਖ ਦਿੰਦੇ ਨੇ।
ਗੱਲ ਇੱਥੇ ਵੀ ਮੇਰੇ ਤੋਂ ਇਹੀ ਹੈ ਕਿ ਟਰਾਂਸਫਰ ਹੋ ਜਾਂਦਾ ਹੈ ਸੁਭਾਅ। ਜਿਵੇਂ ਪੰਜਾਬੀ ਕਹਾਵਤ ਹੈ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ। ਬਹੁਤੇ ਲੋਕ ਆ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਆ, ਪ੍ਰਾਰਥਨਾਵਾਂ ਕਰਦੇ ਆ, ਲੇਕਿਨ ਉਹਦਾ ਸੁਭਾਅ ਉਹ ਸੁਭਾਅ ਨਹੀਂ ਬਣਦਾ ਜਿਹੜਾ ਪਰਮੇਸ਼ਵਰ ਚਾਹੁੰਦਾ ਆ। ਕਿਉਂਕਿ ਪ੍ਰਾਰਥਨਾ ਕਰਨੀ ਤੇ ਵਚਨ ਪੜ੍ਹਨਾ ਇਹ ਆਤਮਿਕ ਜ਼ਿੰਦਗੀ ਨੂੰ ਨਹੀਂ ਦਰਸਾਉਂਦਾ ਕਿ ਇਹ ਬਹੁਤ ਆਤਮਿਕ ਹੋਣਗੇ। ਆਤਮਿਕ ਜ਼ਿੰਦਗੀ ਉਹ ਆ ਜਿਹੜਾ ਬਾਈਬਲ ਪੜ੍ਹਦਾ ਤੇ ਬਾਈਬਲ ਦੇ ਵਿੱਚ ਜੋ ਉਹਨੇ ਪੜ੍ਹਿਆ ਆ ਉਹਦੇ ਅਨੁਸਾਰ ਜੀਵਨ ਢਾਲ ਲੈਂਦਾ। ਜਦ ਤੱਕ ਅਸੀਂ ਬਾਈਬਲ ਪੜ੍ਹਦੇ ਹਾਂ, ਬਾਈਬਲ ਪੜ੍ਹਨ ਦੇ ਨਾਲ ਅਸੀਂ ਆਪਣੇ ਆਪ ਨੂੰ ਕਦੀ ਵੀ ਇਹ ਸਾਬਤ ਨਹੀਂ ਕਰਕੇ ਦਿਖਾ ਸਕਦੇ ਕਿ ਅਸੀਂ ਬਹੁਤ ਆਤਮਿਕ ਆ। ਜੇ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਅਸੀਂ ਸਾਬਤ ਨਹੀਂ ਕਰ ਸਕਦੇ ਕਿ ਅਸੀਂ ਬਹੁਤ ਆਤਮਿਕ ਆ। ਜੇ ਅਸੀਂ ਦੇਖਦੇ ਹਾਂ ਇੱਕ ਜਿਸਮਾਨੀ ਜ਼ਿੰਦਗੀ, ਇੱਕ ਆਤਮਿਕ ਜ਼ਿੰਦਗੀ, ਇੱਕ ਸਰੀਰਕ ਆ ਤੇ ਇੱਕ ਆਤਮਿਕ ਆ। ਕਈਆਂ ਨੂੰ ਇਹ ਭੁਲੇਖੇ ਆ ਕਿ ਬਾਈਬਲ 2 ਘੰਟੇ ਪੜ੍ਹਦਾ ਹੈ ਬਹੁਤ ਆਤਮਿਕ ਆ। ਕਈਆਂ ਦਾ ਇਹ ਭੁਲੇਖਾ ਆ ਕਿ ਇਹ 2 ਘੰਟੇ 3 ਘੰਟੇ ਪ੍ਰਾਰਥਨਾ ਕਰਦਾ ਹੈ ਬਹੁਤ ਆਤਮਿਕ ਆ। ਆਤਮਿਕਤਾ ਇੱਥੋਂ ਸਾਬਤ ਨਹੀਂ ਹੁੰਦੀ ਕਦੇ ਵੀ। ਆਤਮਿਕਤਾ ਕਿੱਥੋਂ ਸਾਬਤ ਹੁੰਦੀ ਹੈ ਕਿ ਜੋ 2 ਘੰਟੇ ਚ ਪੜਿਆ ਆ ਕੀ ਉਹਦੇ ਅਨੁਸਾਰ ਜੀਵਨ ਢਲਿਆ ਹੋਇਆ ਕਿ ਨਹੀਂ ਢਲਿਆ ਹੋਇਆ, ਕੀ ਜੋ ਪੜਿਆ ਆ ਉਹਦੇ ਅਨੁਸਾਰ ਚੱਲਦਾ ਕਿ ਨਹੀਂ ਚੱਲਦਾ। ਤੁਹਾਡੇ ਨਾਲੋਂ ਜ਼ਿਆਦਾ ਬਾਈਬਲ ਸ਼ੈਤਾਨ ਨੂੰ ਆਉਂਦੀ ਆ। ਉਹ ਜਿਸਮਾਨੀ ਆ ਤੇ ਉਹਨੇ ਜਿਸਮਾਨੀ ਖੁਆਇਸ਼ਾਂ ਹੀ ਪਾਉਣੀਆਂ ਇਨਸਾਨ ਦੇ ਮਨ ਚ। ਉਹ ਸਰੀਰਕ ਆ ਔਰ ਸਰੀਰਕ ਸ਼ਾਮਾਂ ਹੀ ਉਹਨੇ ਮੇਰੇ ਜੋ ਦੂਜੇ ਦੇ ਵਿੱਚ ਭਰਨੀਆਂ ਆ। ਉਹ ਪੜ੍ਹਦਾ ਵੀ ਆ, ਉਹ ਸੁਣਦਾ ਵੀ ਆ। ਕਮੀ ਉਹਦੇ ਵਿੱਚ ਇਹ ਆ ਕਿ ਉਹ ਪ੍ਰਭੂ ਦੀ ਬਚਨ ਦੇ ਅਨੁਸਾਰ ਚੱਲਦਾ ਨਹੀਂ ਆ। ਐਦਾਂ ਹੀ ਬਹੁਤ ਸਾਰੇ ਲੋਕ ਪੜ੍ਹਦੇ ਬਹੁਤ ਆ, ਸੁਣਦੇ ਵੀ ਬਹੁਤ ਆ, ਪਰ ਚੱਲਦੇ ਨਹੀਂ ਆ। ਉਹੀ ਨਾ ਸਮਝਣ ਕਿ ਅਸੀਂ ਬਹੁਤ ਆਤਮਿਕ ਆ। ਆਤਮਿਕਤਾ ਉਦੋਂ ਸ਼ੁਰੂ ਹੁੰਦੀ ਆ ਜਦੋਂ ਚੱਲਣਾ ਸ਼ੁਰੂ ਕਰਦੇ ਆ। ਪ੍ਰਕਾਸ਼ ਦੀ ਪੋਥੀ 1 ਅਧਿਆਇ ਉਹਦੀ 3 ਆਇਤ ਇਸ ਗੱਲ ਨੂੰ ਕਲੀਅਰ ਕੀਤਾ। ਧੰਨ ਉਹ ਜਿਹੜੇ ਇਸ ਅਗੰਮ ਬਖਤ ਦੀਆਂ ਬਾਣੀਆਂ ਨੂੰ ਪੜ੍ਹਦੇ ਨੇ ਅਤੇ ਉਹ ਜਿਹੜੇ ਸੁਣਦੇ ਆ ਅਤੇ ਉਹ ਜਿਹੜੇ ਅਮਲ ਕਰਦੇ ਆ। ਪੜ੍ਹਨ ਤੇ ਸੁਣਨ ਦੇ ਨਾਲ ਸਾਡੀ ਧਾਰਮਿਕਤਾ ਪਰਮੇਸ਼ਵਰ ਦੇ ਅੱਗੇ ਨਹੀਂ ਜਾਵੇਗੀ। ਪੜ੍ਹਨ ਤੇ ਸੁਣਨ ਦੇ ਨਾਲ ਸਾਡੀ ਧਾਰਮਿਕਤਾ ਪਰਮੇਸ਼ਵਰ ਦੇ ਅੱਗੇ ਨਹੀਂ ਜਾਵੇਗੀ। ਪਰ ਜੋ ਪੜ੍ਹਿਆ ਤੇ ਸੁਣਿਆ ਆ, ਜਦੋਂ ਅਸੀਂ ਉਸ ਅਨੁਸਾਰ ਜ਼ਿੰਦਗੀ ਨੂੰ ਢਾਲ ਲਵਾਂਗੇ, ਉਸ ਅਨੁਸਾਰ ਪਰਮੇਸ਼ਵਰ ਦੇ ਅੱਗੇ ਚੱਲਣਾ ਸ਼ੁਰੂ ਕਰਾਂਗੇ ਤੇ ਸਾਡੀ ਉਹ ਜ਼ਿੰਦਗੀ ਜਿਹੜੀ ਆ ਪਰਮੇਸ਼ਵਰ ਦੇ ਅੱਗੇ ਜਾਵੇਗੀ। ਉਹ ਸਾਡੀ ਜ਼ਿੰਦਗੀ ਧਾਰਮਿਕ ਜ਼ਿੰਦਗੀ ਦੇ ਰੂਪ ਦੇ ਵਿੱਚ ਹੋਵੇਗੀ। ਉਸ ਜ਼ਿੰਦਗੀ ਨੂੰ ਪਰਮੇਸ਼ਵਰ ਪਸੰਦ ਕਰੇਗਾ। ਤੇ ਸ਼ੈਤਾਨ ਦੀ ਯੋਜਨਾ ਆ ਕਿ ਸਿਰਫ ਪੜੋ ਤੇ ਸੁਣੋ, ਚੱਲੋ ਨਾ। ਕਈ ਵਾਰ ਏਦਾਂ ਦੇ ਸਾਡੇ ਅੰਦਰ ਏਦਾਂ ਦਾ ਸੁਭਾਅ ਹੁੰਦਾ ਆ ਕਿ ਕੋਈ ਸਾਨੂੰ ਕਹਿ ਦੇ ਯਾਰ 2 ਘੰਟੇ ਤੂੰ ਬਾਈਬਲ ਪੜ੍ਹ ਲਈ, 2 ਘੰਟੇ ਤੂੰ ਪ੍ਰਾਰਥਨਾ ਕਰ ਲਈ, ਹੋਰ ਤੈਨੂੰ ਕੀ ਚਾਹੀਦਾ, ਬਸ ਠੀਕ ਆ, ਪਰਮੇਸ਼ਵਰ ਨੇ ਪਤਾਇਆ ਵੀ ਤੂੰ ਧਾਰਮਿਕ ਆ। ਉਸ ਤੋਂ ਬਾਅਦ ਵਚਨ ਦੇ ਅਨੁਸਾਰ ਚੱਲਣਾ ਨਹੀਂ ਆ। ਸ਼ੈਤਾਨ ਦੀਆਂ ਇਹਨਾਂ ਗੱਲਾਂ ਨੂੰ ਸਾਡਾ ਜੀਵਨ ਜਿਹੜਾ ਆ ਛੇਤੀ ਮੇਰੇ ਜੋ ਆਪਣੇ ਜ਼ਿੰਦਗੀ 'ਚ ਰਿਸੀਵ ਕਰ ਲੈਂਦਾ ਹੈ। ਸ਼ੈਤਾਨ ਦੀਆਂ ਇਹਨਾਂ ਸੋਚਾਂ ਨੂੰ ਇਨਸਾਨੀ ਦਿਮਾਗ ਤੇ ਸੋਚਾਂ ਮਨ ਜਿਹੜਾ ਆ ਛੇਤੀ ਨਾਲ ਰਿਸੀਵ ਕਰ ਲੈਂਦਾ ਕਿ ਹਾਂ ਠੀਕ ਹੈ 2 ਘੰਟੇ ਬਾਈਬਲ ਪੜ੍ਹੀ, 2 ਘੰਟੇ ਪ੍ਰਾਰਥਨਾ ਕੀਤੀ, ਬਸ ਹੁਣ ਕੁਛ ਨਹੀਂ। ਪ੍ਰਭੂ ਜਾਣਦਾ ਆ। ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨ ਤੋਂ ਸ਼ੈਤਾਨ ਨੇ ਰੋਕਣਾ ਆ, ਉਹਦੀ ਯੋਜਨਾ ਆ। ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ ਤਾਂ ਕਿ ਤੁਹਾਡੇ ਅੰਦਰ ਉਹ ਪਵਿੱਤਰ ਆਤਮਾ ਟ੍ਰਾਂਸਫਰ ਹੋਵੇ। ਜਦ ਤੱਕ ਤੁਸੀਂ ਆਪਣਾ ਬਹਿਣਾ ਉੱਠਣਾ ਜਾਂਚ ਨਹੀਂ ਲੈਂਦੇ ਕਿ ਤੁਸੀਂ ਦਿਨ ਵਿੱਚ ਜ਼ਿਆਦਾ ਸਮਾਂ ਕਿਹਨਾਂ ਦੇ ਕੋਲ ਬੈਠਦੇ ਆ, ਕਿਹਨਾਂ ਦੀਆਂ ਗੱਲਾਂ ਸੁਣਦੇ ਆ, ਦਿਨ ਦਾ ਜ਼ਿਆਦਾ ਵੱਡਾ ਸਮਾਂ, ਦਿਨ ਦਾ ਜ਼ਿਆਦਾ ਵੱਡਾ ਮੇਰੇ ਜੋ ਹਿੱਸਾ ਤੁਸੀਂ ਕਿਹਨਾਂ ਚੀਜ਼ਾਂ 'ਚ ਬਤੀਤ ਕਰਦੇ ਆ। ਜਿਨ੍ਹਾਂ ਚੀਜ਼ਾਂ 'ਚ ਤੁਸੀਂ ਜ਼ਿਆਦਾ ਸਮਾਂ ਬਤੀਤ ਕਰਦੇ ਆ, ਜ਼ਰੂਰ ਆ ਕਿ ਉਹ ਤੁਹਾਡੇ ਉੱਤੇ ਹੈਵੀ ਹੋਣਗੇ। ਜੇ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਲਈ ਆਪਣਾ ਜ਼ਿਆਦਾ ਜੀਵਨ ਦਾ ਹਿੱਸਾ, ਮੇਰੇ ਜੋ ਦਿਨ ਦਾ ਹਿੱਸਾ ਬਤੀਤ ਕਰਦੇ ਆ, ਪੜ੍ਹਨ ਦੇ ਵਿੱਚ, ਸੁਣਨ ਦੇ ਵਿੱਚ, ਚੱਲਣ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਆ, ਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆਵੇਗਾ। ਤੇ ਜਦੋਂ ਤੁਸੀਂ ਮੇਰੇ ਜੋ ਪਰਮੇਸ਼ਵਰ ਦੇ ਲੋਕਾਂ ਵਿੱਚ ਜ਼ਿਆਦਾ ਬੈਠਣਾ ਉੱਠਣਾ ਪਸੰਦ ਕਰੋਗੇ, ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਪਰਮੇਸ਼ਵਰ ਦਾ ਵਚਨ ਸੁਣੋਗੇ, ਸੁਣਾਓਗੇ, ਉਹਨਾਂ ਦੇ ਨਾਲ ਸਾਂਝ ਰੱਖੋਗੇ, ਜ਼ਰੂਰ ਆ ਕਿ ਜਿਹੜੇ ਆਤਮਿਕ ਲੋਕ ਜਿਨ੍ਹਾਂ ਨਾਲ ਤੁਹਾਡੀ ਸਾਂਝ ਪਵੇਗੀ, ਉਹਨਾਂ ਦੇ ਦੁਆਰਾ ਵੀ ਤੁਹਾਡੀ ਜ਼ਿੰਦਗੀ 'ਚ, ਤੁਹਾਡੇ ਪਰਿਵਾਰ ਦੇ ਵਿੱਚ ਬਰਕਤ ਆਵੇਗੀ।
ਸਾਰਾ ਦਿਨ ਤੁਸੀਂ ਆਪਣੀ ਦੁੱਖ ਦੀ ਮੰਜੀ ਉੱਤੇ ਪਏ ਹੋਏ ਆ, ਬਾਈਬਲ ਪੜ੍ਹ ਲਈ, ਪ੍ਰਾਰਥਨਾ ਕੀਤੀ ਤੇ ਦੁੱਖ ਦੀ ਮੰਜੀ ਤੇ ਪਿਆ ਨੇ, ਵਚਨ ਨਹੀਂ ਪੂਰਾ ਕੀਤਾ, ਉਹ ਧਾਰਮਿਕਤਾ ਨਹੀਂ, ਉਹ ਖੁਦਾ ਦੇ ਘਰ ਕੁਝ ਨਹੀਂ ਪਹੁੰਚਣਾ ਤੇ ਨਾ ਉੱਥੋਂ ਵਾਪਸ ਕੁਝ ਆਉਣਾ ਹੀ ਆ। ਸਾਰਾ ਦਿਨ ਅਸੀਂ ਆਪਣੇ ਪਰਿਵਾਰ ਦੇ ਵਿੱਚ, ਘਰ ਦੇ ਕੰਮਾਂ ਦੇ ਵਿੱਚ ਬਤੀਤ ਕਰਦੇ ਹਾਂ ਤੇ ਸਿਰਫ ਥੋੜਾ ਸਮਾਂ ਗਿਣਤੀ ਦਾ ਜੋ ਦਾਸ ਨੇ ਕਿਹਾ ਹੁੰਦਾ ਆ ਉਹਨਾਂ ਕੁ ਅਸੀਂ ਬਹਿ ਕੇ ਪ੍ਰਾਰਥਨਾ ਕਰ ਲੈਂਦੇ, ਉਨੀ ਕੁ ਵਚਨ ਪੜ੍ਹ ਲੈਂਦੇ ਆ, ਉਹਦਾ ਕੋਈ ਲਾਭ ਨਹੀਂ ਆ। ਘਰ ਦੇ ਵਿੱਚ ਜਿੰਨਾ ਵੀ ਸਮਾਂ ਬਤੀਤ ਕਰਦੇ ਆ, ਦੇਖੋ ਕਿ ਉਸ ਸਾਰੇ ਸਮੇਂ ਦੇ ਵਿੱਚ ਘਰ ਦਾ ਕੰਮ ਕਰਦਿਆਂ ਵੀ, ਅਸੀਂ ਪਰਿਵਾਰ ਦੇ ਵਿੱਚ ਰਹਿੰਦਿਆਂ ਵੀ ਕਿੰਨਾ ਮਨ, ਕਿੰਨਾ ਰੂਹ, ਕਿੰਨੀ ਜਾਨ ਪਰਮੇਸ਼ਵਰ ਨਾਲ ਜੋੜ ਰੱਖੀ ਹੈ। ਜਦੋਂ ਬੁਰੇ ਲੋਕਾਂ ਦੇ ਵਿੱਚ ਬੈਠੋਗੇ, ਪਾਪ ਕਰਨ ਵਾਲੇ ਲੋਕਾਂ 'ਚ ਬੈਠੋਗੇ, ਪਾਪ ਕਰਨ ਵਾਲੇ ਲੋਕਾਂ ਦੇ ਨਾਲ ਤੁਹਾਡੀ ਸੁਲਾਹ ਹੋਵੇਗੀ, ਪਾਪ ਕਰਨ ਵਾਲੇ ਲੋਕਾਂ ਦੇ ਵਿੱਚ ਤੁਹਾਡਾ ਬਹਿਣਾ ਉੱਠਣਾ ਹੋਵੇਗਾ, ਖਾਣਾ ਪੀਣਾ ਹੋਵੇਗਾ। ਜ਼ਰੂਰ ਆ ਕਿ ਬੇਸ਼ੱਕ ਤੁਸੀਂ ਕਿੰਨੇ ਵੀ ਆਤਮਿਕ ਕਿਉਂ ਨਹੀਂ, ਕਿ ਇੱਕ ਸਮਾਂ ਆਵੇਗਾ ਜਦੋਂ ਮੇਰੇ ਉਹਨਾਂ ਦੀ ਭਲਾਈ ਤੁਹਾਡੇ 'ਚ ਟ੍ਰਾਂਸਫਰ ਹੋਣੀ ਸ਼ੁਰੂ ਹੋ ਜਾਏਗੀ। ਤੁਸੀਂ ਵੇਟ ਕਰਦੇ ਆ, ਨਹੀਂ ਹੋਰ 1 ਮਹੀਨਾ, ਹੋਰ 2 ਮਹੀਨੇ, ਹੋਰ 1 ਸਾਲ ਦੇਖਦੇ ਇਹਨਾਂ 'ਚ ਰਹਿ ਕੇ ਇਹ ਬਚ ਜਾਣੇ ਆ। ਧਿਆਨ ਦਿਓ, 1 ਮਹੀਨਾ, 2 ਮਹੀਨੇ, 1 ਸਾਲ 'ਚ ਉਹਨਾਂ ਨੇ ਤਾਂ ਕੀ ਬਚਣਾ ਆ, ਤੁਸੀਂ ਗਵਾਚ ਜਾਣਾ। ਇੱਥੇ ਪਰਮੇਸ਼ਰ ਦਾ ਦਾਸ ਇਹ ਵੀ ਲਿਖ ਸਕਦਾ ਸੀ ਕਿ ਚੰਗੇ ਚੱਲਣ ਬੁਰਿਆਂ ਨੂੰ ਬਚਾ ਸਕਦੇ ਆ। ਅਸੀਂ ਬਚਾ ਨਹੀਂ ਸਕਦੇ ਸਿਵਾਏ ਯਿਸੂ ਮਸੀਹ ਤੋਂ। ਯਿਸੂ ਮਸੀਹ ਤੋਂ ਬਗੈਰ ਹੋਰ ਕੋਈ ਬਚਾ ਨਹੀਂ ਕਿਸੇ ਨੂੰ ਸਕਦਾ। ਸਾਡੀਆਂ ਦੁਆਵਾਂ, ਸਾਡੀਆਂ ਪ੍ਰਾਰਥਨਾਵਾਂ ਇਹ ਹੋ ਸਕਦੀਆਂ ਨੇ ਕਿ ਪਰਮੇਸ਼ਰ ਜਿੰਨੇ ਪਾਪ ਦੇ ਵਿੱਚ ਰਹਿ ਗਏ ਆ ਉਹਨਾਂ ਨੂੰ ਵੀ ਤੂੰ ਬਦਲ। ਜਿਵੇਂ ਸਾਡੇ ਉੱਤੇ ਆਪਣੇ ਭੇਦ ਪ੍ਰਗਟ ਕੀਤੇ ਆ, ਪਾਪ ਦੇ ਬਾਰੇ ਸਾਨੂੰ ਜਾਣੂ ਕਰਾਇਆ ਆ, ਪਾਪ ਦੀ ਮਾਫੀ ਬਾਰੇ ਸਾਡੇ ਉੱਤੇ ਭੇਦ ਪ੍ਰਗਟ ਕੀਤਾ, ਪ੍ਰਭੂ ਉਹ ਵੀ ਉਹਨਾਂ ਉੱਤੇ ਵੀ ਤੂੰ ਇਸ ਗੱਲ ਨੂੰ ਪ੍ਰਗਟ ਕਰ ਜਿਹੜੇ ਅਜੇ ਵੀ ਪਾਪ ਦੇ ਵਿੱਚ ਜੀਵਨ ਬਤੀਤ ਕਰੀ ਜਾ ਰਹੇ ਆ। ਇਹ ਪ੍ਰਾਰਥਨਾ ਹੋ ਸਕਦੀ ਆ। ਤੇ ਜੇ ਅਸੀਂ ਕਹੀਏ ਕਿ ਪਾਪੀ ਦੇ ਵਿੱਚ ਬਹਿ ਕੇ, ਪਾਪੀਆਂ 'ਚ ਬਹਿ ਕੇ ਉਹਨਾਂ ਨਾਲ ਸਮਾਂ ਬਤੀਤ ਕਰਨਾ, ਉਹਨਾਂ ਨੂੰ ਬਚਾਉਣਾ ਆ, ਤੇ ਇੱਕ ਸਮਾਂ ਏਦਾਂ ਦਾ ਆ ਜਾਣਾ ਆ, ਉਹਨਾਂ ਨੇ ਤਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਪਰ ਤੁਸੀਂ ਜ਼ਰੂਰ ਬਦਲ ਜਾਣਾ ਆ। ਪੌਲਸ ਦੀ ਇਹ ਗੱਲ ਬਿਆਨ ਕਰਦੀ ਆ, ਪੜਿਓ ਫਿਰ ਇੱਕ ਵਾਰੀ। ਧੋਖਾ ਨਾ ਖਾਓ, ਬੁਰੀਆਂ ਸੰਗਤਾਂ, ਧੋਖਾ ਨਾ ਖਾਓ ਕਿ ਬੁਰੀਆਂ ਸੰਗਤਾਂ 'ਚ ਬੈਠ ਕੇ ਤੁਸੀਂ ਕਦੇ ਵੀ ਆਪਣੇ ਜੀਵਨ 'ਚ ਸਫਲ ਨਹੀਂ ਹੋ ਸਕਦੇ। ਬੁਰੇ ਲੋਕਾਂ 'ਚ ਰਹਿ ਕੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਬੁਰੀ ਸੁਸਾਇਟੀ ਦੇ ਟੱਚ ਵਿੱਚ ਰਹਿ ਕੇ ਤੁਸੀਂ ਕਦੇ ਵੀ ਮੇਰੇ ਤੋਂ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਬੁਰਿਆਂ ਦੇ ਵਿੱਚ ਬਹਿ ਕੇ ਬੁਰੇ ਹੀ ਹੋਣਾ ਆ। ਪਾਪੀਆਂ ਦੇ ਵਿੱਚ ਰਹਿ ਕੇ ਪਾਪੀ ਹੀ ਬਣ ਜਾਣਾ ਆ। ਜ਼ਿਆਦਾ ਸਮਾਂ, ਦਿਨ ਦਾ ਜ਼ਿਆਦਾ ਸਮਾਂ ਕਿੱਥੇ ਬਤੀਤ ਹੁੰਦਾ ਆ? ਦਿਨ ਦੇ ਵਿੱਚ ਕਦੀ ਚਾਹਤ ਹੋਵੇ ਸਵੇਰ ਦੀ ਪ੍ਰਾਰਥਨਾ 'ਚ ਕਿ ਪਰਮੇਸ਼ਵਰ ਅੱਜ ਮੈਂ ਚਾਹੁੰਦਾ ਆ ਜਾਂ ਚਾਹੁੰਦੀ ਆ ਕਿ ਮੇਰੇ ਨਾਲ ਆਪਣੇ ਇਹੋ ਜਿਹੇ ਪ੍ਰੇਮੀ ਮਿਲਾ ਜਿਹਨਾਂ ਨਾਲ ਬੈਠ ਕੇ ਮੈਂ ਘੰਟਾ 2 ਘੰਟੇ ਬੈਠ ਕੇ ਮੈਂ ਤੇਰੀਆਂ ਗੱਲਾਂ ਨੂੰ ਸੁਣ ਸਕਾਂ, ਤੇਰੇ ਵਚਨ ਨੂੰ ਸੁਣ ਸਕਾਂ, ਤੇਰੀਆਂ ਸਾਖੀਆਂ ਨੂੰ ਸੁਣ ਸਕਾਂ। ਜ਼ਿਆਦਾ ਸਮਾਂ ਤੇ ਇਹ ਹੁੰਦਾ ਕਿ ਫਟਾਫਟ ਕੰਮ ਮੁਕਾਈਏ ਤੇ ਗਵਾਂਢੀਆਂ ਨੂੰ ਸੱਦ ਕੇ ਘਰ ਦੇ ਵਿਹੜੇ 'ਚ ਮੰਜਾ ਢਾ ਕੇ ਬਹਿ ਜਾਈਏ। ਜ਼ਿਆਦਾ ਸਮਾਂ ਤੇ ਇਹ ਹੁੰਦਾ ਕਿ ਵਿਗੜੇ ਹੋਏ ਲੋਕਾਂ ਦੇ ਨਾਲ ਸਮਾਂ ਬਤੀਤ ਕਰਨਾ, ਜਿਹੜੇ 24 ਘੰਟੇ ਆਨਲਾਈਨ ਰਹਿੰਦੇ ਆ, ਮੇਰੇ ਤੋਂ ਆਨਲਾਈਨ ਰਹਿੰਦੇ, ਉਹਨਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਨਾ, ਤਾਂ ਜਿੱਦਾਂ ਦੇ ਉਹ ਉਦਾਂ ਦੇ ਬਣ ਜਾਂਦੇ ਆ। ਸ਼ਕਤੀ ਟ੍ਰਾਂਸਫਰ ਹੁੰਦੀ ਆ। ਇਹ ਹੁਣ ਦੇਖਣਾ ਆ ਕਿ ਤੁਸੀਂ ਕਿਹੜੀ ਸ਼ਕਤੀ ਨਾਲ ਭਰੇ ਹੋਏ ਲੋਕਾਂ ਦੇ ਟੱਚ 'ਚ ਰਹਿੰਦੇ ਆ। ਸਪਿਰਿਟ ਟ੍ਰਾਂਸਫਰ ਹੁੰਦੀ ਆ, ਸੋਚ ਟ੍ਰਾਂਸਫਰ ਹੁੰਦੀ ਆ, ਸੁਭਾਅ ਟ੍ਰਾਂਸਫਰ ਹੁੰਦਾ ਆ, ਖਿਆਲ ਤੇ ਗੱਲਾਂ ਟ੍ਰਾਂਸਫਰ ਹੁੰਦੀਆਂ ਇੱਕ ਦੂਜੇ ਤੋਂ। ਤੁਸੀਂ ਮਾੜੇ ਬੰਦੇ 'ਚ 4 ਦਿਨ ਬੈਠ ਜਾਵੋ, ਤੁਹਾਡੀਆਂ ਸੋਚਾਂ ਵੀ ਮਾੜੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਤੁਸੀਂ ਚੰਗੇ ਬੰਦੇ ਕੋਲ ਬੈਠ ਜਾਵੋ, ਤੁਹਾਡੀਆਂ ਸੋਚਾਂ ਚੰਗੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਕਿਸੇ ਢੀਠ ਬੰਦੇ ਕੋਲ 4 ਦਿਨ ਬਹਿ ਜਾਓ, ਤੁਸੀਂ ਵੀ ਢੀਠ ਹੋਣਾ ਸ਼ੁਰੂ ਹੋ ਜਾਓਗੇ। ਪੱਲੇ ਜੇਬ ਦੇ ਵਿੱਚ ਦੁਆਨੀ ਨਹੀਂ ਹੁੰਦੀ ਕਿ ਤੁਸੀਂ ਬਹੁਤ ਹਾਈ ਫਾਈ ਬੰਦੇ ਨਾਲ ਬੈਠ ਜਾਵੋ, 4 ਦਿਨਾਂ ਬਾਅਦ ਤੁਸੀਂ ਵੀ ਮਾਂ ਦਾ ਗਲ ਤੇ ਸਿਰ ਬਾਪ ਦਾ ਗਲ ਘੁੱਟਣਾ ਸ਼ੁਰੂ ਕਰੋਗੇ, ਮੈਨੂੰ ਵੀ ਆਹ ਲੈ ਕੇ ਦੇ, ਮੈਨੂੰ ਵੀ ਆਹ ਲੈ ਕੇ ਦੇ, ਮੈਂ ਵੀ ਸੋਹਣੇ ਪਾਉਣੇ ਆ, ਕਮਾਈ ਜੇਬ 'ਚ ਕੁਛ ਨਹੀਂ ਆ। ਐਦਾਂ ਹੀ ਆਤਮਿਕ ਰੂਪ ਦੇ ਵਿੱਚ ਆ ਕਿ ਆਤਮਿਕ ਰੂਪ ਦੇ ਵਿੱਚ ਵੀ ਸਪਿਰਿਟ ਟ੍ਰਾਂਸਫਰ ਹੁੰਦੀ ਇੱਕ ਤੋਂ ਦੂਜੇ ਥਾਂ ਤੇ, ਇੱਕ ਤੋਂ ਦੂਜੇ ਨੂੰ ਆਸ਼ੀਸ਼ ਮਿਲਦੀ ਆ। ਅਸੀਂ ਪੂਰੇ ਦਿਨ 'ਚ, ਪੂਰੇ ਹਫ਼ਤੇ 'ਚ ਲਗਭਗ ਅਸੀਂ, ਮੇਰਾ ਨਹੀਂ ਖਿਆਲ ਹੈ ਕਿ ਅਸੀਂ ਚਾਹਤ ਰੱਖਦੇ ਹੋਵਾਂਗੇ ਕਿ ਕੋਈ ਵਿਸ਼ਵਾਸੀ ਸਾਨੂੰ ਮਿਲੇ, ਕੋਈ ਪ੍ਰਭੂ ਦਾ ਪ੍ਰੇਮੀ ਸਾਨੂੰ ਮਿਲੇ। ਕਦੀ ਇਹ ਚਾਹਤ ਨਹੀਂ ਹੁੰਦੀ ਇੱਕ ਬੰਦੇ ਦੇ ਵਿੱਚ, ਇੱਕ ਮਨੁੱਖ ਦੇ ਵਿੱਚ
ਕਿ ਇਸ ਹਫ਼ਤੇ 'ਚ ਮੈਂ ਫਲਾਣੇ ਥਾਂ ਜਾ ਕੇ ਤੇ ਉਹਨਾਂ ਦੇ ਨਾਲ ਘੰਟਾ ਇੱਕ ਬਤੀਤ ਕਰਨਾ ਆ, ਫਲਾਨਿਆਂ ਨੂੰ ਮੈਂ ਸੱਦ ਕੇ, ਆਤਮਿਕ ਲੋਕਾਂ ਨੂੰ ਸੱਦ ਕੇ ਮੈਂ 2 ਘੰਟੇ ਘਰ ਦੇ ਵਿੱਚ ਬੈਠਣਾ ਆ, ਰੱਬ ਦੀਆਂ ਗੱਲਾਂ ਹੋਣਗੀਆਂ। ਇਹ ਨਹੀਂ, ਇਹ ਜ਼ਰੂਰ ਇੱਕ ਦੂਜੇ ਨੂੰ ਕਾਲ ਕਰਦੇ ਆ, ਇੱਕ ਦੂਜੇ ਦੀ ਚੁਗਲੀ ਕਰ ਲਈ। ਦੇਖਿਆ ਤੇਰੇ ਲਾਗੇ ਬੈਠੀ ਸੀ ਨਾ, ਬਾਹਰ ਇਹ ਇਦਾਂ ਦੀ, ਇਹ ਤਾਂ ਅੰਦਰ ਚਰਚ ਵਿੱਚ ਬੜੀ ਇਹ ਭਗਤਨ ਬਣ ਕੇ ਬੈਠੀ ਸੀ। ਏਦਾਂ ਹੀ ਭਗਤਾਂ ਦੀ ਗੱਲ ਆ। ਬਾਹਰ ਹੇਰਾ ਫੇਰੀਆਂ ਚੋਰੀਆਂ ਦੇਖਿਆ, ਉਹ ਚਰਚ ਦੇ ਵਿੱਚ ਕਿਦਾਂ ਪਾਸਟਰਾਂ ਦੇ ਲਾਗੇ ਲਾਗੇ ਘੁੰਮਦੇ ਫਿਰਦੇ ਆ। ਇਹੀ ਹੁੰਦਾ। ਜੇ ਇਹ ਚੀਜ਼ਾਂ ਆਉਂਦੀਆਂ ਆ ਤਾਂ ਮਤਲਬ ਤੁਹਾਡੇ 'ਚ ਕਿਸੇ ਕਹਿ ਲਓ ਕਿ ਪਾਪੀ ਸੰਸਾਰਿਕ ਜਿਸਮਾਨੀ ਬੰਦੇ ਦੀ ਸਪਿਰਿਟ ਮੇਰੇ ਜੋ ਟ੍ਰਾਂਸਫਰ ਕਰ ਗਈ ਤੁਹਾਡੇ ਅੰਦਰ। ਕੋਈ ਐਦਾਂ ਦੀ ਸ਼ਕਤੀ ਤੁਹਾਡੇ ਅੰਦਰ ਆ ਗਈ ਆ ਜਿਹੜੀ ਤੁਹਾਨੂੰ ਪਰਮੇਸ਼ਰ ਦੇ ਲੋਕਾਂ ਦੇ ਨਾਲ ਮਿਲਵਰਤਨ ਰੱਖਣ ਨਹੀਂ ਦਿੰਦੀ, ਬਲਕਿ ਸੰਸਾਰਿਕ ਲੋਕਾਂ ਦੇ ਨਾਲ ਤੁਹਾਡਾ ਜ਼ਿਆਦਾ ਮਿਲਵਰਤਨ ਆ, ਜ਼ਿਆਦਾ ਤੁਹਾਡੇ ਨਾਲ ਉਹਨਾਂ ਦਾ ਗੱਠ ਜੋੜ ਆ, ਜ਼ਿਆਦਾ ਤੁਹਾਡਾ ਉਹਨਾਂ ਦੇ ਨਾਲ ਪਿਆਰ ਆ। ਬਾਈਬਲ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਆ ਇਸ ਗੱਲ ਦੀਆਂ, ਸਬੂਤ ਇਸ ਗੱਲ ਦੇ ਆ ਕਿ ਜਦੋਂ ਇੱਕ ਇਨਸਾਨ ਮਾੜੇ ਬੰਦੇ ਨਾਲ ਬੈਠਦਾ ਆ ਤੇ ਉਹ ਆਟੋਮੈਟਿਕ ਉਹਦਾ ਸੁਭਾਅ ਵੀ ਮਾੜਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹਦਾ ਸੁਭਾਅ ਮਾੜਾ ਆ, ਖੁਦਾ ਦੀ ਨਜ਼ਰ 'ਚ ਉਹ ਪਾਪੀ ਕਹਿਲਾਇਆ ਜਾਵੇਗਾ ਤੇ ਪਾਪੀ ਇਨਸਾਨ ਉੱਤੇ ਕਦੀ ਵੀ ਕਿਰਪਾ ਨਹੀਂ ਹੁੰਦੀ, ਨਾ ਉਹਦੀ ਸੁਣਦਾ, ਨਾ ਉਹਦੇ ਲਈ ਕੀਤੀ ਦੁਆ ਸੁਣਾਈ ਦਿੱਤੀ ਜਾਂਦੀ ਆ। ਹੁਣ ਜਦੋਂ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ, ਜ਼ਬੂਰ 50 ਅਧਿਆਏ ਉਹਦੀ 18 ਆਇਤ, ਉਹਦੇ ਵਿੱਚ ਵੀ ਇੱਕ ਆਇਤ ਅਸਾਫ ਨੇ ਜ਼ਬੂਰਾਂ ਦੇ ਵਿੱਚ ਇਸ ਗੱਲ ਨੂੰ ਲਿਖਿਆ। ਅਸਾਫ ਦੀ ਗੱਲ ਕਰਦੇ ਆ, ਪੜਾਂਗੇ ਦਾਊਦ ਦੀਆਂ ਜ਼ਬੂਰਾਂ ਦੇ ਵਿੱਚ 50 ਅਧਿਆਏ ਉਹਦੀ 18 ਆਇਤ। ਜਦ ਤੈਂ ਚੋਰ ਨੂੰ ਡਿੱਠਾ, ਜਦ ਤੈਂ ਚੋਰ ਨੂੰ ਡਿੱਠਾ, ਤਾਂ ਤੂੰ ਉਹਦੇ ਨਾਲ ਰਲ ਗਿਆ, ਤਾਂ ਤੂੰ ਉਹਦੇ ਨਾਲ ਰਲ ਗਿਆ, ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ, ਤੂੰ ਵਿਭਚਾਰੀਆਂ ਦਾ ਸਾਂਝੀ ਹੋਇਆ। ਬਾਈਬਲ ਦੇ ਵਿੱਚ ਕਿਸੇ ਇੱਕ ਦੇ ਲਈ ਗੱਲ ਕੀਤੀ ਗਈ ਆ, ਔਰ ਇਹ ਸਾਰੀ ਗੱਲ ਸਭਨਾਂ ਦੇ ਉਹਨਾਂ ਦੇ ਉੱਤੇ ਢੁਕਦੀ ਆ ਜਿਹੜੇ ਚੰਗੇ ਸੁਭਾਅ ਤੋਂ ਬਾਅਦ ਮਾੜੇ ਸੁਭਾਅ 'ਚ ਬਦਲ ਜਾਂਦੇ ਆ। ਚੋਰ ਦੇ ਨਾਲ ਮਿਲਣਾ, ਜਦ ਤੈਨੂੰ ਚੋਰ ਮਿਲਿਆ ਤੂੰ ਉਹਦੇ ਨਾਲ ਹੀ ਚੱਲ ਪਿਆ। ਤੇ ਚੋਰ ਨਾਲ ਚੱਲਣ ਦੇ ਲਈ ਪਹਿਲਾਂ ਮੇਰੇ ਜੋ ਜਿਗਰਾ ਚਾਹੀਦਾ, ਤੇ ਉਹ ਜਿਗਰਾ ਤੁਹਾਨੂੰ ਕਿਸੇ ਵੀ ਮੇਰੇ ਜੋ ਭਗਤ ਨੇ ਨਹੀਂ ਦੇਣਾ। ਉਹ ਚੋਰ ਨਾਲ ਚੱਲਣ ਵਾਲਾ ਜਿਗਰਾ ਚੋਰ ਨੇ ਹੀ ਤੁਹਾਨੂੰ ਦੇਣਾ ਆ। ਉਹਨੇ ਤੁਹਾਨੂੰ ਦਲੇਰੀਆਂ ਦੇਣੀਆਂ, ਤੇ ਉਹਨੇ ਦਲੇਰੀਆਂ ਕਦੋਂ ਦੇਣੀਆਂ? ਜਦੋਂ ਤੁਸੀਂ ਉਹਦੇ ਨਾਲ ਬੈਠੋ ਉੱਠੋਗੇ। ਇਹ ਉਸ ਬੰਦੇ ਦੇ ਲਈ ਗੱਲ ਕਹੀ ਹੈ ਕਿ ਜਿਹੜਾ ਤੈਨੂੰ ਜਿੱਦਾਂ ਦਾ ਮਿਲਿਆ ਤੂੰ ਉਦਾਂ ਦੇ ਨਾਲ ਚੱਲ ਪਿਆ। ਜੇ ਤੈਨੂੰ ਚੋਰ ਮਿਲਿਆ ਤੂੰ ਚੋਰ ਨਾਲ ਚੱਲ ਪਿਆ, ਜੇ ਤੈਨੂੰ ਠੱਗ ਮਿਲਿਆ ਤੂੰ ਠੱਗ ਨਾਲ ਚੱਲ ਪਿਆ, ਜੇ ਤੈਨੂੰ ਅਮਲੀ ਮਿਲਿਆ ਤੂੰ ਅਮਲੀ ਨਾਲ ਚੱਲ ਪਿਆ। ਇਹਦਾ ਮਤਲਬ ਕਿ ਉਸ ਅਮਲੀ ਨਾਲ ਚੱਲਣ ਵਾਲਾ ਬੰਦਾ ਪਹਿਲਾਂ ਅਮਲੀ ਦੇ ਨਾਲ ਮੇਰੇ ਜੋ ਥੋੜਾ ਚਿਰ ਬੈਠਦਾ ਆ, ਰਹਿੰਦਾ ਆ, ਉਹਦੀ ਸੁਣਦਾ ਆ, ਉਹਨੂੰ ਸੁਣਾਉਂਦਾ ਆ, ਫਿਰ ਉਹ ਬੰਦੇ ਦਾ ਸੁਭਾਅ ਵੀ ਅਮਲੀ ਵਰਗਾ ਹੋ ਜਾਂਦਾ। ਇਸੇ ਲਈ ਵੀ ਇਕੱਠੇ ਖੇਡ ਕੇ ਚੱਲ ਜਾਂਦੇ ਆ। ਇਹ ਚੋਰ ਦੀ ਗੱਲ ਕੀਤੀ ਕਿ ਇਕੱਲਾ ਚੋਰ ਆ ਤੇ ਮੇਰੇ ਜੋ ਉਹਦੀ ਅਮੀਰੀ ਨੂੰ ਦੇਖ ਕੇ ਇੱਕ ਖਿੱਚਿਆ ਚਲਾ ਜਾਂਦਾ ਉਹਦੇ ਵੱਲ ਨੂੰ, ਤੇ ਫਿਰ ਚੋਰੀ ਪਹਿਲਾਂ ਕਰਨੀ ਸਿੱਖਦਾ ਆ, ਜਿੰਦੇ ਤੋੜਨੇ ਸਿੱਖਦਾ ਆ, ਫਿਰ ਉਹਨੂੰ ਦਲੇਰੀ ਮਿਲਦੀ ਹੈ ਤੇ ਉਹਦੇ ਨਾਲ ਫਿਰ ਜਿੰਦੇ ਤੋੜਨ, ਘਰਾਂ ਦੇ ਲੋਕ ਤੋੜਨ ਲਈ ਚਲਾ ਜਾਂਦਾ ਆ। ਕਹਿੰਦਾ ਮਤਲਬ ਕਿ ਇੱਕ ਦਾ ਸੁਭਾਅ ਕਨਵਰਟ ਹੁੰਦਾ ਆ। ਜਿੰਨਿਆਂ ਨਾਲ ਤੁਸੀਂ ਬਹਿੰਦੇ ਉੱਠਦੇ ਹੋ, ਧਿਆਨ ਰੱਖੋ ਕਿ ਸਾਡਾ ਬਹਿਣਾ ਉੱਠਣਾ ਕਿਹਨਾਂ ਦੇ ਨਾਲ ਆ। ਸਾਡੀਆਂ ਸਲਾਹਾਂ, ਸਾਡੇ ਸਲਾਹ ਮਸ਼ਵਰੇ ਕਿਹਨਾਂ ਲੋਕਾਂ ਦੇ ਨਾਲ ਆ। ਕਿਉਂਕਿ ਜਿਨ੍ਹਾਂ ਦੇ ਨਾਲ ਤੁਸੀਂ ਬਹਿੰਦੇ ਉੱਠਦੇ ਹੋ, ਜ਼ਰੂਰ ਆ ਕਿ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਸੁਭਾਅ ਤੁਹਾਡੇ ਅੰਦਰ ਜ਼ਰੂਰ ਆਉਣਗੇ। ਤੇ ਜੇ ਸੰਸਾਰਿਕ ਪਾਪੀ ਲੋਕਾਂ ਦੇ ਨਾਲ ਬਹਿਣਾ ਉੱਠਣਾ ਆ ਤਾਂ ਜ਼ਰੂਰ ਆ ਕਿ ਜਿਸ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਦੇ ਲਹੂ ਦੇ ਦੁਆਰਾ ਸਾਨੂੰ ਨੇੜੇ ਕੀਤਾ ਆ, ਮੇਰੇ ਜੋ ਸ਼ੈਤਾਨ ਤੇ ਪਾਪੀ ਲੋਕ ਤੁਹਾਨੂੰ ਉਸੇ ਪਰਮੇਸ਼ਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਹਾਲੇਲੂਇਆ। ਜਿਹੜਾ ਜਿੱਦਾਂ ਦਾ ਸਾਨੂੰ ਮਿਲਦਾ, ਕਈ ਵਾਰੀ ਅਸੀਂ ਉਹਦੇ ਨਾਲ ਉਦਾਂ ਦਾ ਹੀ ਤੁਰ ਪੈਂਦੇ ਆ। ਤੁਰਦੇ ਤਾਂ ਅਸੀਂ ਉਦੋਂ ਆ ਜਦੋਂ ਅਸੀਂ ਉਹਦੇ ਨਾਲ, ਸਾਡਾ ਸੁਭਾਅ ਉਹਦੇ ਨਾਲ ਮੈਚ ਕਰਨ ਲੱਗ ਪੈਂਦਾ। ਜਦ ਤੱਕ ਸਾਡਾ ਸੁਭਾਅ ਉਹਦੇ ਨਾਲ ਮੈਚ ਨਹੀਂ ਕਰਦਾ, ਸਾਨੂੰ ਕੋਈ ਲੈ ਕੇ ਨਹੀਂ ਤੁਰੇਗਾ। ਹੁਣ ਮੈਂ ਵੀ ਜੇ ਕਿਤੇ ਪ੍ਰਾਰਥਨਾ ਲਈ ਜਾਣਾ ਹੋਵੇ, ਸੰਗਤ ਲਈ ਜਾਣਾ ਹੋਵੇ, ਮੈਂ ਏਦਾਂ ਹੀ ਤਾਂ ਕਿਸੇ ਨੂੰ ਇਕੱਠਾ ਕਰਕੇ ਲੈ ਨਹੀਂ ਜਾਊਂਗਾ ਉੱਥੇ। ਜਦ ਤੱਕ ਜਿਹਨੂੰ ਮੈਂ ਲੈ ਕੇ ਜਾਣਾ, ਜਦ ਤੱਕ ਉਹ ਮੇਰੇ ਸੁਭਾਅ ਵਰਗਾ ਨਹੀਂ ਬਣ ਜਾਂਦਾ, ਜਦ ਤੱਕ ਉਹਦਾ ਸੁਭਾਅ ਮੇਰੇ ਸੁਭਾਅ ਵਰਗਾ ਨਹੀਂ ਬਣ ਜਾਂਦਾ, ਤਦ ਤੱਕ ਮੈਂ ਉਹਨੂੰ ਲੈ ਕੇ ਨਹੀਂ ਜਾਣਾ। ਤੇ ਜਿਹਨੂੰ ਮੈਂ ਲੈ ਕੇ ਜਾਣਾ, ਉਹਨੂੰ ਵੀ ਪਤਾ ਹੈ ਕਿ ਜਦ ਤੱਕ ਮੈਂ ਪਾਸਟਰ ਵਰਗਾ ਨਹੀਂ ਬਣ ਜਾਂਦਾ, ਤਦ ਤੱਕ ਮੈਂ ਉਹਦੇ ਨਾਲ ਜਾ ਨਹੀਂ ਸਕਦਾਗਾ, ਮੈਂ ਫੇਲ ਹੋ ਜਾਣਾ ਆ। ਫਿਰ ਉਹਨੇ ਵੀ ਜ਼ਿਆਦਾ ਸਮਾਂ ਮੇਰੇ ਨਾਲ ਬਤੀਤ ਕਰਨਾ ਆ ਕਿ ਮੈਂ ਪਾਸਟਰ ਦੇ ਵਰਗਾ ਸੁਭਾਅ ਲੈਣਾ ਆ, ਪਾਸਟਰ ਵਰਗੀਆਂ ਗੱਲਾਂ ਲੈਣੀਆਂ ਆ, ਪਾਸਟਰ ਵਰਗਾ ਪ੍ਰਾਰਥਨਾ ਕਰਨੀਆਂ ਆ। ਤੇ ਉਹਨੇ ਮੇਰੇ ਤੋਂ ਕੁਝ ਸਿੱਖਣਾ ਸ਼ੁਰੂ ਕਰਨਾ, ਤਾਂ ਸਿੱਖਣ ਲਈ ਜ਼ਰੂਰੀ ਆ ਉਹ ਮੇਰੇ ਜੋ ਨੇੜਤਾ 'ਚ ਰਹੇਗਾ। ਤੇ ਜਦੋਂ ਨੇੜਤਾ 'ਚ ਰਹੇਗਾ, ਫਿਰ ਪਾਸਟਰ ਵਾਲਾ ਸੁਭਾਅ 'ਚ ਟ੍ਰਾਂਸਫਰ ਹੋਣਾ ਸ਼ੁਰੂ ਹੋ ਜਾਏਗਾ। ਹਾਲੇਲੂਇਆ। ਐਦਾਂ ਹੀ ਸੰਸਾਰਕ
ਕਿ ਜਿਨ੍ਹਾਂ 'ਚ ਬਹਿੰਦੇ ਉੱਠਦੇ ਆ ਜ਼ਰੂਰ ਆ ਉਹਨਾਂ ਦਾ ਨੇਚਰ ਤੁਹਾਡੇ ਅੰਦਰ ਟਰਾਂਸਫਰ ਹੋਵੇਗਾ ਤੇ ਉਹਨਾਂ ਦਾ ਸੁਭਾਅ ਪਹਿਲਾਂ ਹੀ ਪਰਮੇਸ਼ਰ ਨੂੰ ਪਸੰਦ ਨਹੀਂ ਆ, ਉਹਨਾਂ ਦੀਆਂ ਦੁਆਵਾਂ ਪਹਿਲਾਂ ਹੀ ਪਰਮੇਸ਼ਰ ਨਹੀਂ ਸੁਣਦਾ। ਤੇ ਜੇ ਉਹਨਾਂ ਦਾ ਸੁਭਾਅ ਸਾਡੇ ਵਿੱਚ ਆਵੇਗਾ ਤਾਂ ਕੀ ਪਰਮੇਸ਼ਰ ਨੂੰ ਸਾਡਾ ਸੁਭਾਅ ਚੰਗਾ ਲੱਗੇਗਾ? ਕੀ ਪਰਮੇਸ਼ਰ ਸਾਡੀਆਂ ਉਹ ਦੁਆਵਾਂ ਜਿਹੜੀਆਂ ਅਸੀਂ ਮਾੜੇ ਸੁਭਾਅ ਨਾਲ ਕੀਤੀਆਂ ਕੀ ਪਰਮੇਸ਼ਰ ਸੁਣੇਗਾ ਜਾਂ ਉੱਤਰ ਦੇਵੇਗਾ? ਕਦੀ ਹੋ ਨਹੀਂ ਸਕਦਾ। ਚੰਗੇ ਲੋਕਾਂ ਦੇ ਵਿੱਚ ਬਹਿਣਾ ਸ਼ੁਰੂ ਕਰੋ, ਆਤਮਿਕ ਲੋਕਾਂ 'ਚ ਬਹਿਣਾ ਸ਼ੁਰੂ ਕਰੋ। ਆਤਮਿਕ ਲੋਕਾਂ ਦੀ ਲੋਚ ਰੱਖੋ ਕਿ ਸਾਡੇ ਪਰਿਵਾਰ 'ਚ ਆਤਮਿਕ ਲੋਕ ਹੋਣ। ਲੋਚ ਰੱਖੋ ਕਿ ਜਿਹੜੇ ਵਧੀਆ ਪਰਮੇਸ਼ਰ ਦੇ ਵਚਨ ਨੂੰ ਮੰਨਦੇ ਆ, ਵਧੀਆ ਢੰਗ ਨਾਲ ਪਰਮੇਸ਼ਰ ਦੇ ਵਚਨ ਦੀ ਇੱਛਾ ਦੇ ਅਨੁਸਾਰ ਉਹ ਚੱਲਦੇ ਆ, ਉਹਨਾਂ ਦੇ ਨਾਲ ਗੱਠ ਜੋੜ ਰੱਖੋ ਤਾਂ ਕਿ ਉਹਨਾਂ ਤੋਂ ਸਾਨੂੰ ਕੁਝ ਸਿੱਖ ਮਿਲ ਸਕੇ, ਤਾਂ ਕਿ ਅਸੀਂ ਉਹਨਾਂ ਦੇ ਦੁਆਰਾ ਆਸ਼ੀਸ਼ਿਤ ਹੋ ਸਕੀਏ। ਆਸ਼ੀਸ਼ ਦਾ ਬਹੁਤ ਵੱਡਾ ਹਿੱਸਾ, ਬਰਕਤ ਦਾ ਬਹੁਤ ਵੱਡਾ ਹਿੱਸਾ ਆਤਮਿਕ ਲੋਕਾਂ ਦੇ ਟੱਚ 'ਚ ਰਹਿਣ ਦੇ ਨਾਲ ਵੀ ਹੁੰਦਾ ਆ। ਹਾਲੇਲੂਇਆ। ਮੈਂ ਦੱਸਦਾ ਤੁਹਾਨੂੰ, ਇੱਕ ਦਿਨ ਅਸੀਂ ਦੋਨੇ ਮੀਆਂ ਬੀਬੀ ਘਰ ਦੇ ਵਿੱਚ ਗੱਤਾ ਬਹੁਤ ਪਿਆ ਸੀ ਘਰ 'ਚ। ਮੈਂ ਇਹਨਾਂ ਨੂੰ ਕਿਹਾ ਕਿ ਗੱਤਾ ਬਹੁਤ ਜ਼ਿਆਦਾ ਪਿਆ ਆ, ਕਿਸੇ ਨੂੰ ਸੱਦ ਕੇ ਤੇ ਗੱਤਾ ਕਬਾੜ ਵਾਲੇ ਨੂੰ ਭੇਜ ਦਿਓ। ਇੱਕ 13-14 ਸਾਲ ਦਾ ਇੱਕ ਬੱਚਾ ਜਿਹਾ ਕਬਾੜ ਲੈਣ ਆਇਆ, ਕਬਾੜ ਲੈ ਗਿਆ, ਉਹ ਗੱਤਾ ਗੁੱਤਾ ਲੈ ਗਿਆ ਸਾਰਾ ਕੁਝ। ਉਹ ਬੁੱਧਵਾਰ ਦੇ ਬੁੱਧਵਾਰ ਹੁੰਦਾ ਸੀ, ਉਹ ਅਗਲੇ ਬੁੱਧਵਾਰ ਫੇਰ ਆਇਆ, ਕਹਿੰਦਾ ਕੁਝ ਹੈਗਾ ਤੇ ਦੇ ਦਿਓ। ਕਿ ਹੁਣ ਤਾਂ ਕੁਝ ਵੀ ਨਹੀਂ ਆ। ਕਹਿੰਦਾ ਕੁਝ ਵੀ ਦੇ ਦਿਓ, ਉਦਾਂ ਹੀ ਦੇ ਦਿਓ। ਮੇਰੇ ਖਿਆਲ ਦੇ ਨਾਲ ਕੁਝ ਲੋਹਾ ਸਮਾਨ ਪਿਆ ਸੀ, ਉਹ ਲੈ ਗਿਆ। ਅਗਲੇ ਹਫ਼ਤੇ ਫੇਰ ਆ ਗਿਆ, ਕਹਿੰਦਾ ਕੁਝ ਹੈਗਾ ਕਿ ਨਹੀਂ? ਹੁਣ ਕੁਝ ਵੀ ਨਹੀਂ ਹੈਗਾ, ਇਸ ਸਾਰਾ ਕੁਝ ਕੱਢ ਦਿੱਤਾ। ਉਹ ਕਹਿੰਦਾ ਨਹੀਂ ਸਾਹਿਬ ਜੀ ਕੁਝ ਦੇ ਦਿਓ। ਕਹਿੰਦਾ ਹੈ ਨਹੀਂ ਕੁਝ ਵੀ, ਤੂੰ ਆਪ ਲੱਭ ਲਾ। ਉਹ ਕਹਿੰਦਾ ਮੈਨੂੰ ਜਦੋਂ ਤੁਹਾਡੇ ਘਰੋਂ ਕੁਝ ਲੈ ਕੇ ਜਾਂਦਾ ਨਾ ਤੇ ਮੈਨੂੰ ਪਿੰਡ ਦੇ ਵਿੱਚੋਂ ਛੇਤੀ ਮੈਂ ਗੱਡੀ ਪਰ ਮੇਰੀ ਲੋਡ ਹੋ ਜਾਂਦੀ ਆ, ਮੈਨੂੰ ਇੰਨਾ ਸਮਾਨ ਕਬਾੜ ਮਿਲ ਜਾਂਦਾ ਹੈ। ਜਦੋਂ ਕੁਝ ਤੁਹਾਡੇ ਘਰੋਂ ਲੈ ਜਾਂਦਾ ਆ ਮੈਨੂੰ ਬਹੁਤ ਕਬਾੜ ਮਿਲ ਜਾਂਦਾ ਆ ਤੇ ਮੇਰੀ ਦਿਹਾੜੀ ਬਹੁਤ ਪੈ ਜਾਂਦੀ ਆ। ਫਿਰ ਉਹਨੂੰ ਦੱਸਿਆ, ਦਾਸੀ ਨੇ ਦੱਸਿਆ ਕਿ ਜਿਹਨਾਂ ਤੂੰ ਗੱਲਾਂ ਕਰਦਾ ਆ ਪ੍ਰਭੂ ਦਾ ਦਾਸ ਆ, ਪਾਸਟਰ ਆ, ਇਹ ਲੋਕਾਂ ਲਈ ਦੁਆਵਾਂ ਕਰਦੇ ਆ ਤੇ ਜਿਹੜੀ ਵੀ ਚੀਜ਼ ਇਹਨਾਂ ਦੇ ਹੱਥੋਂ ਗਈ ਆ ਜਾਂ ਜਿਹੜੀ ਚੀਜ਼ ਨੂੰ ਇਹਨਾਂ ਦਾ ਹੱਥ ਲੱਗਾ ਆ ਜਾਂ ਜਿਹੜੀ ਚੀਜ਼ ਇਹਨਾਂ ਨੇ ਖਰੀਦੀ ਆ ਔਰ ਹੁਣ ਇਹ ਵੇਸਟਿੰਗ ਦੇ ਵਿੱਚ ਚਲੀ ਗਈ ਆ, ਜਿਹੜੀ ਤੈਨੂੰ ਚੁਕਾਉਂਦੇ ਆ ਉਹ ਰੱਬ ਦੇ ਵੱਲੋਂ ਆਸ਼ੀਸ਼ਿਤ ਹੁੰਦੀ ਆ। ਇਸੇ ਲਈ ਬਹੁਤ ਕੁਝ ਤੈਨੂੰ ਛੇਤੀ ਮਿਲ ਜਾਂਦਾ ਆ। ਉਹ ਕਹਿੰਦਾ ਪੂਰੀ ਦਿਹਾੜੀ ਘੁੰਮ ਕੇ ਵੀ ਮੈਨੂੰ ਓਨਾ ਨਹੀਂ ਮਿਲਦਾ ਜਿੰਨਾ ਤੁਹਾਡੇ ਘਰੋਂ ਜਾ ਕੇ 1-1.5 ਘੰਟੇ 'ਚ ਹੀ ਮੈਂ ਫ੍ਰੀ ਹੋ ਕੇ ਚਲ ਜਾਣਾ। ਕਹਿੰਦਾ ਮਤਲਬ ਕਿ ਉਹਦੀ ਸੋਚ ਇਹ ਹੋ ਗਈ ਸੀ ਕਿ ਮੈਂ ਇਹਨਾਂ ਨੂੰ ਮਿਲ ਕੇ ਹੀ ਜਾਣਾ। ਜਦੋਂ ਵੀ ਉਹਨੇ ਪਿੰਡ 'ਚ ਆਉਣਾ ਆ, ਸਾਡੇ ਉਹ ਦਰਵਾਜ਼ੇ ਦੇ ਮੋਹਰਿਓਂ ਗੇਟ ਦੇ ਮੋਹਰੇ ਹੋਕਾ ਦੇ ਕੇ ਉਹਨੇ ਸਾਨੂੰ ਦੇਖ ਕੇ ਜਾਣਾ ਕਿ ਜਦੋਂ ਮੈਂ ਇੱਥੋਂ ਹੋ ਕੇ ਜਾਣਾ ਮੇਰਾ ਕੰਮ ਬਹੁਤ ਵਧੀਆ ਹੁੰਦਾ। ਕਹਿਣ ਦਾ ਮਤਲਬ ਕਿ ਜਦੋਂ ਚੰਗੇ ਬੰਦੇ ਦੇ ਟੱਚ 'ਚ ਤੁਸੀਂ ਰਹੋਗੇ, ਚੰਗੀ ਸੁਸਾਇਟੀ 'ਚ ਰਹੋਗੇ, ਆਤਮਿਕ ਲੋਕਾਂ ਦੇ ਵਿੱਚ ਰਹੋਗੇ ਤੇ ਆਤਮਿਕ ਲੋਕਾਂ ਦੀ ਸੰਗਤ 'ਚ ਰਹਿਣ ਦੇ ਨਾਲ ਹੀ ਤੁਹਾਡੇ ਜੀਵਨ 'ਚ ਆਸ਼ੀਸ਼ ਆਵੇਗੀ, ਤੁਹਾਡੇ ਜੀਵਨ 'ਚ ਬਰਕਤ ਆਵੇਗੀ। ਤੇ ਜੇ ਅਸੀਂ ਸਾਰਾ ਦਿਨ ਪੂਰਾ ਹਫਤਾ ਆਤਮਿਕ ਲੋਕਾਂ ਦੀ ਟੱਚ 'ਚ ਰਹਿਣਾ ਹੀ ਨਹੀਂ ਆ, ਚਾਹਤ ਰੱਖਣੀ ਨਹੀਂ ਕਿ ਕੋਈ ਆਤਮਿਕ ਬੰਦਾ ਆਵੇ, 2 ਭੈਣਾਂ ਨੂੰ ਸੱਦ ਕੇ ਘਰ 'ਚ ਪ੍ਰਾਰਥਨਾ ਬੈਠੀਏ ਇਕੱਠੇ ਹੋ ਕੇ ਕਰਦੇ ਆ, 4 ਭੈਣਾਂ ਨੂੰ ਇਕੱਠੇ ਕਰਕੇ ਅਸੀਂ ਉੱਥੇ ਪ੍ਰਾਰਥਨਾ ਕਰਦੇ ਆ, 2 ਭਾਈ ਸਾਡੇ ਘਰ 'ਚ ਮਹਿਮਾਨ ਦੇ ਰੂਪ ਦੇ ਵਿੱਚ ਆਤਮਿਕ ਲੋਕ ਸੱਦੀਏ, ਨਾਲੇ ਉਹਨਾਂ ਨੂੰ ਚਾਹ ਪਿਲਾਵਾਂਗੇ, ਨਾਲੇ ਉਹਨਾਂ ਨਾਲ ਬਹਿ ਕੇ ਪ੍ਰਾਰਥਨਾ ਕਰਾਂਗੇ, ਰੱਬ ਦੀਆਂ ਗੱਲਾਂ ਕਰਾਂਗੇ, ਉਹਦੇ ਨਾਲ ਵੀ ਕੰਮ ਹੋ ਜਾਂਦਾ। ਪਾਪੀਆਂ ਨੂੰ ਤਾਂ ਮੇਰੇ ਜੋ ਬੋਤਲਾਂ ਖੋਲ ਡੱਟ ਖੋਲ ਪਲਾਉਂਦੇ ਆ ਤਾਂ ਘਾਟਾ ਪੈਂਦਾ, ਘਰ 'ਚ ਲੜਾਈ ਪੈਂਦੀ ਹੈ। ਇੱਕ ਵਾਰੀ ਆਤਮਿਕ ਲੋਕਾਂ ਦੀ ਸੰਗਤ 'ਚ ਬਹਿਣਾ ਸ਼ੁਰੂ ਕਰੋ, ਦੇਖੋ ਬਰਕਤ ਆਉਂਦੀ ਕਿ ਨਹੀਂ ਆਉਂਦੀ, ਲੜਾਈਆਂ ਖਤਮ ਹੁੰਦੀਆਂ ਕਿ ਨਹੀਂ ਹੁੰਦੀਆਂ। ਹਾਲੇਲੂਇਆ। ਜ਼ਰੂਰੀ ਨਹੀਂ ਆ ਕਿ ਹਰ ਇੱਕ ਚੀਜ਼ ਦਾ ਸੋਲੂਸ਼ਨ ਪ੍ਰਾਰਥਨਾ ਆ ਕਿ ਪ੍ਰਾਰਥਨਾ ਹੀ ਕਰਾਂਗੇ ਤੇ ਸਾਨੂੰ ਆਹ ਕੁਝ ਮਿਲਣਾ ਆ। ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਮੇਰੇ ਜੋ ਤੁਹਾਨੂੰ ਪੈਸਾ ਦੇ ਕੇ ਖਰੀਦਣੀਆਂ ਪੈਣੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਐਦਾਂ ਦੀਆਂ ਆ ਜਿਹੜੀਆਂ ਬਿਨਾਂ ਪੈਸੇ ਤੋਂ ਹੀ ਤੁਹਾਨੂੰ ਮਿਲਣੀਆਂ। ਉਹਦੇ ਲਈ ਤੁਸੀਂ ਕੋਈ ਵੀ ਕੀਮਤ ਨਹੀਂ ਪੇ ਕਰਨੀ। ਜੋ ਸੰਸਾਰ 'ਚ ਅਸੀਂ ਇਸਤੇਮਾਲ ਕਰਦੇ ਆ, ਕਿਤੇ ਵੀ ਦੇਖਿਓ ਪਾਣੀ ਤੁਹਾਨੂੰ ਪੈਸਾ ਦੇ ਕੇ ਨਹੀਂ ਖਰੀਦਣਾ ਪੈਂਦਾ। ਇੱਥੇ ਇਹ ਤੁਹਾਨੂੰ ਫ੍ਰੀ 'ਚ ਮਿਲਦਾ ਆ। ਸ਼ਹਿਰਾਂ ਦੀ ਗੱਲ ਛੱਡ ਦਿਓ, ਆਕਸੀਜਨ ਤੁਹਾਨੂੰ ਪੈਸਾ ਦੇ ਕੇ ਨਹੀਂ ਲੈਣੀ ਪੈਂਦੀ, ਫ੍ਰੀ ਮਿਲਦੀ ਆ।
ਕਿੱਥੇ ਪੈਸਾ ਦਿਓਗੇ ਤੁਸੀਂ ਜੀ ਆਕਸੀਜਨ ਦਾ ਪੈਸਾ? ਨਹੀਂ ਜੀ ਮੈਂ ਪੈਸੇ ਦੇਣੇ ਹੀ ਦੇਣੇ ਆ, ਸਾਹ ਲੈਣਾ ਹੈ ਪੈਸੇ ਦੇਣੇ, ਕਿੱਥੇ ਦਓਗੇ ਪੈਸੇ? ਜੇ ਦੁਕਾਨ ਤੇ ਚਲ ਜਾਈਏ ਨਾ, ਸਬਜ਼ੀ ਦੀ ਦੁਕਾਨ ਤੇ, ਇੱਕ ਟਮਾਟਰ ਨਹੀਂ ਫ੍ਰੀ ਚ ਚੁੱਕਣ ਦਿੰਦਾ, ਇੱਕ ਟਮਾਟਰ ਨਹੀਂ ਭਾਈ ਚੁੱਕਣ ਦਿੰਦਾ ਫ੍ਰੀ ਚ, ਤੇ ਆਕਸੀਜਨ ਜਿੰਨੀ ਮਰਜ਼ੀ ਲਈ ਜਾਓ, ਰੱਬ ਸਾਡੇ ਤੋਂ ਕੋਈ ਪੈਸਾ ਹੀ ਲੈਂਦਾ। ਜ਼ਰੂਰੀ ਨਹੀਂ ਕਿ ਹਰ ਗੱਲ ਦੇ ਲਈ ਪ੍ਰੇਅਰ ਹੀ ਹੋਵੇ। ਪ੍ਰੇਅਰ ਆਤਮਿਕ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਆ, ਅਹਿਮੀਅਤ ਆ ਪ੍ਰੇਅਰ ਦੀ। ਪਰ ਕੁਝ ਐਦਾਂ ਦੀਆਂ ਬਰਕਤਾਂ ਵੀ ਨੇ ਜਿਹੜੀਆਂ ਸਾਨੂੰ ਪਰਮੇਸ਼ਵਰ ਨੇ ਉਦੋਂ ਦੇਣੀਆਂ ਆ ਜਦੋਂ ਅਸੀਂ ਆਤਮਿਕ ਲੋਕਾਂ ਦੀ ਸੰਗਤ ਦੇ ਵਿੱਚ ਰਵਾਂਗੇ, ਜਦੋਂ ਪੂਰੇ ਹਫ਼ਤੇ 'ਚ ਪੂਰੇ ਦਿਨ ਦੇ ਵਿੱਚ ਸਾਡੇ ਅੰਦਰ ਚਾਹਤ ਰਹੇਗੀ ਆਤਮਿਕ ਲੋਕਾਂ ਦੇ ਟੱਚ ਦੇ ਵਿੱਚ ਰਹਿਣ ਦੀ, ਤਾਂ ਕਿ ਇੱਕ ਤੋਂ ਦੂਜੇ ਨੂੰ ਬਰਕਤ ਮਿਲ ਸਕੇ, ਇੱਕ ਤੋਂ ਦੂਜੇ ਨੂੰ ਆਸ਼ੀਸ਼ ਮਿਲ ਸਕੇ। ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਪਰਮੇਸ਼ਵਰ ਨੇ ਦਾਊਦ ਨੂੰ ਮਸਾ ਕਰ ਦਿੱਤਾ, ਲਿਖਿਆ ਸ਼ਾਉਲ ਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਭ੍ਰਿਸ਼ਟ ਆਤਮਾ ਛੱਡਿਆ ਗਿਆ, ਔਰ ਸ਼ਾਉਲ ਨੂੰ ਬੇਚੈਨੀ ਲੱਗਦੀ ਸੀ। ਜਦੋਂ ਭ੍ਰਿਸ਼ਟ ਆਤਮਾ ਉਹਦੇ ਉੱਤੇ ਪ੍ਰਗਟ ਹੁੰਦਾ ਸੀ, ਸ਼ਾਉਲ ਨੂੰ ਬੇਚੈਨੀ ਲੱਗਦੀ ਸੀ, ਉਹਨੂੰ ਮੁਸ਼ਕਲਾਂ ਹੁੰਦੀਆਂ ਸੀ, ਪ੍ਰੋਬਲਮ ਆਉਂਦੀ ਸੀ। ਫਿਰ ਕੁਝ ਲੋਕਾਂ ਨੇ ਕਿਹਾ ਕਿ ਇਹਦੇ ਲਈ ਕੋਈ ਐਦਾਂ ਦਾ ਬੰਦਾ ਲੱਭੋ ਜਿਹੜਾ ਬਰਬਤ ਬਚਾਵੇ ਤੇ ਇਹਨੂੰ ਸ਼ਾਂਤੀ ਮਿਲੇ। ਲਿਖਿਆ ਉਹਨਾਂ ਨੇ ਲੱਭਿਆ, ਦੱਸਿਆ ਕਿ ਜੱਸੀ ਦਾ ਪੁੱਤਰ ਦਾਊਦ ਜਿਹੜਾ ਆ, ਜੇ ਉਹਨੂੰ ਲਿਆਂਦਾ ਜਾਵੇ ਤਾਂ ਜ਼ਰੂਰ ਆ ਕਿ ਸ਼ਾਉਲ ਨੂੰ ਸ਼ਾਂਤੀ ਮਿਲੇਗੀ। ਸ਼ਾਉਲ ਆਪਣੇ ਘਰ 'ਚ ਬੇਚੈਨ ਆ, ਪ੍ਰੋਬਲਮ ਦੇ ਵਿੱਚ ਆ, ਪਰੇਸ਼ਾਨੀ ਦੇ ਵਿੱਚ ਆ, ਔਰ ਦਾਊਦ ਨੂੰ ਲਿਆਂਦਾ ਗਿਆ। ਸ਼ਾਉਲ ਦਾ ਮਨ ਦਾਊਦ ਦੇ ਨਾਲ ਲੱਗ ਗਿਆ। ਉਹਨੇ ਕਿਹਾ ਕਿ ਤੂੰ ਮੇਰੇ ਸ਼ਸਤਰ ਚੁੱਕਣ ਦੇ ਲਈ, ਬਸਤਰ ਚੁੱਕਣ ਦੇ ਲਈ ਮੇਰੇ ਮੋਹਰੇ ਰਵੇਂਗਾ। ਜਦੋਂ ਫਿਰ ਉਹ ਸਾਜ਼ ਵਜਾਉਂਦਾ ਸੀ, ਉਹਨੂੰ ਉਹਦੇ ਸ਼ਾਉਲ ਦੇ ਉੱਤੇ ਭ੍ਰਿਸ਼ਟ ਆਤਮਾ ਉਤਰਦਾ ਸੀ, ਸ਼ਾਉਲ ਨੂੰ ਬੇਚੈਨੀ ਲੱਗਦੀ ਸੀ, ਤੇ ਦਾਊਦ ਪਰਮੇਸ਼ਵਰ ਦੀ ਮਹਿਮਾ ਦਾ ਭਜਨ ਗਾਉਂਦਾ ਸੀ, ਬਰਬਤ ਸਾਜ਼ ਵਜਾਉਂਦਾ ਸੀ, ਤੇ ਲਿਖਿਆ ਗਿਆ ਸ਼ਾਉਲ ਨੂੰ ਸ਼ਾਂਤੀ ਮਿਲਦੀ ਸੀ। ਸ਼ਾਉਲ ਆਪਣੇ ਜੀਵਨ ਦੀ ਸ਼ਾਂਤੀ ਲਈ ਪਰਮੇਸ਼ਵਰ ਅੱਗੇ ਪ੍ਰੇਅਰ ਵੀ ਕਰ ਸਕਦਾ ਸੀ ਕਿ ਪਰਮੇਸ਼ਵਰ ਮੈਨੂੰ ਸ਼ਾਂਤੀ ਦੇ, ਮੇਰੇ ਮਨ ਨੂੰ, ਮੇਰੀ ਘਬਰਾਹਟ ਨੂੰ ਖਤਮ ਕਰ, ਮੇਰੇ ਮਨ ਦੀ ਮੈਨੂੰ ਚੈਨ ਨਾਲ ਭਰ ਦੇ, ਮੇਰੇ ਮਨ ਨੂੰ ਸਕੂਨ ਦੇ ਨਾਲ ਭਰ ਦੇ। ਪ੍ਰੇਅਰ ਕਰ ਸਕਦੇ, ਲੇਕਿਨ ਨਹੀਂ ਕਰ ਰਿਹਾ ਸੀ। ਕਿਉਂ ਨਹੀਂ ਕਰ ਰਿਹਾ ਸੀ? ਕਿਉਂਕਿ ਕੁਝ ਲੋਕਾਂ ਨੇ ਉਹਨੂੰ ਦੱਸਿਆ ਸੀ ਕਿ ਜੇ ਦਾਊਦ ਨੂੰ ਲਿਆਂਦਾ ਜਾਵੇ ਇਹਦੇ ਕੋਲ, ਤੇ ਲਿਓ ਦਾਊਦ ਦੇ ਆਉਣ ਦੇ ਨਾਲ, ਬਰਬਤ ਬਚਾਉਣ ਦੇ ਨਾਲ, ਭਜਨ ਗਾਉਣ ਦੇ ਨਾਲ ਇਹਨੂੰ ਸ਼ਾਂਤੀ ਮਿਲਣੀ, ਉਦਾਂ ਸ਼ਾਂਤੀ ਨਹੀਂ ਮਿਲਣੀ। ਤੇ ਦਾਊਦ ਨੂੰ ਉੱਥੇ ਲਿਆਂਦਾ ਗਿਆ ਸੀ, ਤੇ ਜਦੋਂ ਦਾਊਦ ਭਜਨ ਗਾਉਂਦਾ ਸੀ, ਦਾਊਦ ਪ੍ਰਾਰਥਨਾ ਕਰਦਾ ਸੀ, ਦਾਊਦ ਬਰਬਤ ਸਾਜ਼ ਵਜਾਉਂਦਾ ਸੀ, ਤਦ ਸ਼ਾਉਲ ਨੂੰ ਸ਼ਾਂਤੀ ਮਿਲਦੀ ਸੀ। ਅਸੀਂ ਤਾਂ ਆਪਣੇ ਆਪ 'ਚ ਹੀ ਬਹੁਤ ਵੱਡੇ ਭਗਤ ਬਣ ਗਏ, ਸਾਨੂੰ ਕਿਸੇ ਪਾਸਟਰ ਦੀ ਵੀ ਲੋੜ ਨਹੀਂ, ਸਾਨੂੰ ਕਿਸੇ ਵਿਸ਼ਵਾਸੀ ਦੀ ਵੀ ਲੋੜ ਨਹੀਂ ਆ। ਤੇ ਲੋੜ ਕਾਦੀ ਹੁੰਦੀ ਆ? ਫਲਾਨਾ ਰਿਸ਼ਤੇਦਾਰ ਆ ਜਾਏ, ਫਲਾਨਾ ਰਿਸ਼ਤੇਦਾਰ ਆ ਜਾਏ, ਫਲਾਨੀ ਆ ਜਾਏ, ਫਲਾਨਾ ਆ ਜਾਏ, ਉਹ ਆ ਜਾਏ, ਇਹ ਆ ਜਾਏ। ਪੂਰਾ ਹਫਤਾ, ਪੂਰਾ ਮਹੀਨਾ, ਪੂਰਾ ਸਾਲ ਉਹਨਾਂ ਲੋਕਾਂ ਦੇ ਵਿੱਚ ਅਸੀਂ ਬਿਤਾ ਦਿੰਦੇ ਆ ਜਿਨ੍ਹਾਂ ਦੇ ਸੁਭਾਅ ਪਰਮੇਸ਼ਵਰ ਨਾਲ ਮੈਚ ਨਹੀਂ ਕਰਦੇ, ਜਿਨ੍ਹਾਂ ਦੇ ਸੁਭਾਅ ਨੂੰ ਸ਼ੈਤਾਨ ਇਸਤੇਮਾਲ ਕਰਦਾ ਆ। ਸਾਡੀ ਜ਼ਿਆਦਾ ਚਾਹਤ ਹੁੰਦੀ ਅਸੀਂ ਉਹਨਾਂ ਲੋਕਾਂ ਨੂੰ ਮਿਲ ਕੇ, ਤੇ ਜਦੋਂ ਜਿਹਨਾਂ ਲੋਕਾਂ ਨੂੰ ਸ਼ੈਤਾਨ ਜ਼ਿਆਦਾ ਇਸਤੇਮਾਲ ਕਰਦਾ ਆ, ਜਦੋਂ ਸਾਡੀ ਚਾਹਤ ਉਹਨਾਂ ਨੂੰ ਮਿਲਣ ਦੀ ਹੋਵੇਗੀ, ਜ਼ਰੂਰ ਆ ਕੇ ਸ਼ੈਤਾਨ ਜਲਦ ਆਪਣੇ ਸੁਭਾਅ ਨੂੰ ਤੁਹਾਡੇ 'ਚ ਟ੍ਰਾਂਸਫਰ ਕਰੇਗਾ। ਤੇ ਜੋ ਤੁਹਾਡੇ ਅੰਦਰ ਸ਼ੈਤਾਨ ਦਾ ਸੁਭਾਅ ਟ੍ਰਾਂਸਫਰ ਹੋਵੇਗਾ, ਫਿਰ ਬਰਕਤ ਨਹੀਂ ਆ, ਫਿਰ ਸ਼ਰਾਪ ਹੁੰਦੇ ਆ। ਮਸੀਹੀ ਲੋਕਾਂ 'ਚ, ਪਰਮੇਸ਼ਵਰ ਦੇ ਲੋਕਾਂ 'ਚ, ਜਿਹੜੇ ਉਹ ਆਤਮਿਕ ਲੋਕ, ਜਿਹੜੇ ਆਤਮਿਕ ਲੋਕ ਆ, ਇਹ ਨਹੀਂ ਕਿ ਸਾਰੇ ਬਹੁਤ ਆਤਮਿਕ ਆ। ਜਿਹੜਾ ਬਾਈਬਲ ਪੜ੍ਹਦਾ ਉਹ ਬੜਾ ਆਤਮਿਕ ਆ, ਜਿਹੜਾ ਰੱਬ ਦੀਆਂ ਗੱਲਾਂ ਕਰਦਾ ਬੜਾ ਆਤਮਿਕ ਆ। ਦੇਖੋ ਚੱਲਦਾ ਕਿੱਦਾਂ ਆ, ਗੱਲ ਚੱਲਣ ਦੀ ਆ, ਗੱਲ ਉਹਦੇ ਚੱਲਣ ਦੀ ਆ ਕਿ ਉਹ ਚੱਲਦਾ ਕਿੱਦਾਂ ਆ, ਗੱਲ ਉਹਦੇ ਕਰੈਕਟਰ ਦੀ ਆ, ਸਰੀਰ ਦੀ ਦਿਖਾਵਟ ਦੀ, ਕਿ ਉਹਦਾ ਕਰੈਕਟਰ ਕਿੱਦਾਂ ਦਾ ਆ। ਕੀ ਕਰੈਕਟਰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੈਗਾ ਆ, ਵਚਨ ਦੇ ਨਾਲ ਹੈਗਾ ਆ? ਜੇ ਹੈਗਾ ਤਾਂ ਫਿਰ ਉਹਦਾ ਤੁਹਾਡੇ ਘਰ 'ਚ ਆਉਣਾ ਜਾਂ ਤੁਹਾਡਾ ਉਹਨਾਂ ਦੇ ਘਰ 'ਚ ਜਾਣਾ ਤੁਹਾਡੇ ਲਈ ਲਾਭਵੰਤ ਹੋ ਸਕਦਾ ਆ। ਜਦੋਂ ਬਾਈਬਲ 'ਚ ਅਸੀਂ ਦੇਖਦੇ ਆ, ਈਸਾਓ ਨੂੰ ਪਤਾ ਲੱਗਾ ਕਿ ਯਾਕੂਬ ਨੇ ਮੇਰੇ ਹਿੱਸੇ ਦੀ ਬਰਕਤ ਖੋ ਲਈ ਆ, ਲੈ ਲਈ ਆ। ਈਸਾਓ ਸਗਾ ਭਰਾ ਯਾਕੂਬ ਦਾ, ਜੋੜਿਆਂ 'ਚੋਂ ਵੱਡਾ, ਉਹਨੇ ਕਿਹਾ ਕਿ ਮੈਂ ਹੁਣ ਯਾਕੂਬ ਨੂੰ ਖਤਮ ਕਰ ਦੇਣਾ, ਉਹਦੀ ਜਾਨ ਦਾ ਪਿਆਸਾ ਹੋ ਗਿਆ। ਔਰ ਇਹ ਗੱਲ ਈਸਾਓ ਤੇ ਯਾਕੂਬ ਦੀ ਮਾਤਾ ਨੂੰ ਪਤਾ ਸੀ ਕਿ ਹੁਣ ਇਹ ਗੁੱਸੇ 'ਚ ਆ ਗਿਆ ਆ, ਇਹਨੇ ਕੁਛ ਨਾ ਕੁਛ ਕਾਂਡ ਕਰ ਦੇਣਾ। ਮਾਤਾ ਨੇ ਯਾਕੂਬ ਨੂੰ ਕਿਹਾ ਤੂੰ ਆਪਣੇ ਨਾਨਕੇ ਘਰ ਚਲ ਜਾ, ਮਾਮੇ ਲਵਾਨ ਕੋਲ ਚਲ ਜਾ। ਚਲਾ ਗਿਆ। ਜਦੋਂ ਉੱਥੇ ਗਿਆ ਤੇ ਪਰਮੇਸ਼ਵਰ ਨੇ ਯਾਕੂਬ ਦੇ ਕਰਕੇ
ਯਾਕੂਬ ਦੇ ਮਾਮੇ ਲਾਬਾਨ ਨੂੰ ਕਿੰਨੀ ਬਰਕਤ ਦਿੱਤੀ। ਬਾਈਬਲ ਦੇ ਵਿੱਚ ਇਹਨਾਂ ਗੱਲਾਂ ਨੂੰ ਬਿਆਨ ਕੀਤਾ ਜਦੋਂ ਅਸੀਂ ਉਤਪਤੀ ਕਿਤਾਬ ਨੂੰ ਪੜ੍ਹਦੇ ਹਾਂ। तीह अध्याय उसकी 27 और 30 आयत। उत्पत्ति 30 अध्याय 27। ਲਾਬਾਨ ਨੇ ਉਹਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ ਤਾਂ ਰਹਿ ਜਾ, ਕਿਉਂ ਜੋ ਮੈਂ ਮਾਲੂਮ ਕੀਤਾ ਹੈ ਕਿ ਯਹੋਵਾ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ। बस हालेलुया। ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀਆਂ ਦੋ ਬੇਟੀਆਂ ਨਾਲ ਸ਼ਾਦੀ ਕੀਤੀ। ਹੁਣ ਸਮਾਂ ਆ ਗਿਆ, ਯਾਕੂਬ ਉਥੋਂ ਵਿਦਿਆ ਹੋਣਾ ਚਾਹੁੰਦਾ ਸੀ ਕਿ ਮੈਂ ਇੱਥੋਂ ਚਲਾ ਜਾਵਾਂ। ਉਹਨੇ ਕਿਹਾ ਕਿ ਮੇਰੀਆਂ ਪਤਨੀਆਂ ਮੈਨੂੰ ਦੇ ਦੇ, ਮੈਂ ਹੁਣ ਇੱਥੋਂ ਇਸ ਥਾਂ ਨੂੰ ਛੱਡ ਕੇ ਚਲਾ ਜਾਣਾ। ਹੁਣ ਉਹਨੇ ਕੀ ਕਿਹਾ, ਫਿਰ ਪੜੋ ਇਹਨੂੰ। ਲਾਬਾਨ ਨੇ ਉਹਨੂੰ ਆਖਿਆ, ਲਾਬਾਨ ਨੇ ਯਾਕੂਬ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ, ਜੇ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ ਤਾਂ ਰਹਿ ਜਾ, ਤੂੰ ਇੱਥੇ ਰਹਿ ਜਾ, ਕਿਉਂ ਜੋ ਮੈਂ ਮਾਲੂਮ ਕੀਤਾ ਹੈ, ਕਿਉਂਕਿ ਮੈਂ ਇਹ ਜਾਣ ਲਿਆ ਹੈ ਯਹੋਵਾ ਨੇ ਮੈਨੂੰ ਕਿ ਤੇਰੇ ਪਰਮੇਸ਼ਵਰ ਨੇ ਮੈਨੂੰ ਤੇਰੇ ਕਰਕੇ ਬਰਕਤ ਦਿੱਤੀ ਹੈ। ਬਰਕਤ ਦਿੱਤੀ ਆ ਕਿ ਜੋ ਕੁਝ ਅੱਜ ਮੇਰੇ ਘਰ ਦੇ ਵਿੱਚ ਆ ਉਹ ਮੇਰੇ ਕਰਕੇ ਨਹੀਂ ਆ। ਲਾਬਾਨ ਕਹਿੰਦਾ ਉਹ ਮੇਰੇ ਕਰਕੇ ਨਹੀਂ ਆ। ਇੱਕ ਪਾਸੇ ਮਾਮਾ ਲੱਗਦਾ, ਇੱਕ ਪਾਸੇ ਸਹੁਰਾ ਲੱਗਦਾ। ਕਹਿੰਦਾ ਜੋ ਕੁਝ ਅੱਜ ਮੇਰੇ ਕੋਲ ਆ ਇਹ ਮੇਰੇ ਕਰਕੇ ਨਹੀਂ। ਮੈਨੂੰ ਇਹ ਪਤਾ ਲੱਗ ਗਿਆ, ਮੈਨੂੰ ਇਹ ਸਮਝ ਆ ਗਈ ਆ ਹੇ ਯਾਕੂਬ ਕਿ ਅੱਜ ਜੋ ਕੁਝ ਮੇਰੇ ਕੋਲ ਹੈਗਾ ਆ ਇਹ ਸਭ ਕੁਝ ਪਰਮੇਸ਼ਵਰ ਨੇ ਮੈਨੂੰ ਤੇਰੇ ਕਰਕੇ ਦਿੱਤਾ ਕਿ ਜਦੋਂ ਤੂੰ ਮੇਰੇ ਘਰ 'ਚ ਆਇਆ ਆ ਉਦੋਂ ਦੀ ਮੇਰੇ ਘਰ 'ਚ ਬਰਕਤ ਤੇ ਬਰਕਤ ਆਉਣੀ ਸ਼ੁਰੂ ਹੋ ਗਈ ਆ। ਤੇ ਅਸੀਂ ਤਾਂ ਬਰਕਤ ਵਾਲੇ ਬੰਦੇ ਨੂੰ ਘਰ 'ਚ ਬਾੜਨਾ ਪਸੰਦ ਨਹੀਂ ਕਰਦੇ। ਜੇ ਕਿਤੇ ਭੁੱਲ ਭੁਲੇਖੇ ਕੋਈ ਵਿਸ਼ਵਾਸੀ ਦੂਜੇ ਵਿਸ਼ਵਾਸੀ ਚਲ ਜਾਂਦਾ, ਲੈ ਹੁਣ ਇਹਨੇ 2 ਘੰਟੇ ਖਾ ਲੈਣੇ ਆ, ਹੁਣ ਇਹਨੇ ਸਿਰ ਖਾਣਾ। ਏਦਾਂ ਹੀ ਹੁੰਦੀ ਆ। ਇੱਥੇ ਹੁਣ ਇਹ ਕੀ ਕਹਿ ਰਿਹਾ, 20 ਸਾਲ ਹੋ ਗਏ ਨੇ ਯਾਕੂਬ ਨੂੰ ਉਹਦੇ ਘਰ 'ਚ, ਤੇ ਲਾਬਾਨ ਨੇ ਨਹੀਂ ਕਿਹਾ ਕਿ ਤੂੰ ਇੱਥੋਂ ਜਾ। ਕਿਉਂ ਨਹੀਂ ਕਿਹਾ? ਉਹਨੂੰ ਪਤਾ ਸੀ ਕਿ ਇੱਕ ਚੰਗਾ ਵਿਸ਼ਵਾਸੀ ਆ, ਪਰਮੇਸ਼ਰ ਦੀ ਰਜ਼ਾ 'ਚ ਰਹਿਣ ਵਾਲਾ ਮਨੁੱਖ ਆ, ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਣ ਵਾਲਾ ਮਨੁੱਖ ਆ। ਕਿਉਂਕਿ ਜਦੋਂ ਤੋਂ ਇਹ ਆਇਆ ਆ ਉਦੋਂ ਤੋਂ ਮੇਰੇ ਘਰ ਦੇ ਹਾਲਾਤ ਸੁਧਰੇ ਆ, ਨਹੀਂ ਤਾਂ ਇਹ ਤੋਂ ਪਹਿਲਾਂ ਮੇਰੇ ਘਰ ਦੇ ਹਾਲਾਤ ਸਹੀ ਨਹੀਂ ਸੀ। ਹੁਣ ਹੋਰ ਉਹ ਕਹਿ ਰਿਹਾ ਕਿ ਤੂੰ ਇੱਥੇ ਠਹਿਰ ਜਾ, ਤੂੰ ਇੱਥੇ ਠਹਿਰ ਜਾ। ਅਸੀਂ ਤਾਂ ਟਾਈਮ ਦੇ ਰਹੇ ਹੁੰਦੇ, ਹਾਂ ਮੈਂ ਜਾਣਾ ਨਿਆਣਿਆਂ ਨੂੰ ਲੈਣ, ਹਾਂ ਮੈਂ ਜਾਣਾ, ਹਾਂ ਮੈਂ ਉੱਥੇ ਜਾਣਾ, ਹਾਂ ਮੇਰੇ ਕੋਲ ਉਹਨੇ ਆਉਣਾ, ਕੀ ਉੱਠ ਕੇ ਤਿੱਤਰ ਹੋ ਜਾਣ। ਲਾਬਾਨ ਨੇ ਪ੍ਰਾਰਥਨਾਵਾਂ ਨਹੀਂ ਕੀਤੀਆਂ। ਜੋ ਕੁਝ ਲਾਬਾਨ ਤੋਂ ਪ੍ਰਾਪਤ ਹੋਇਆ ਉਹਨਾਂ ਦੇ ਲਈ ਲਾਬਾਨ ਨੇ ਪ੍ਰਾਰਥਨਾ ਨਹੀਂ ਕੀਤੀਆਂ ਸੀ। ਸਿਰਫ ਇੱਕ ਚੰਗੇ ਧਰਮੀ, ਚੰਗੇ ਚਾਲ ਚੱਲਣ ਵਾਲੇ ਬੰਦੇ ਦੇ ਉੱਥੇ ਆਉਣ ਕਰਕੇ ਹੀ ਪਰਮੇਸ਼ਵਰ ਨੇ ਬਿਨਾਂ ਮੰਗਿਓ ਹੀ ਲਾਬਾਨ ਦਾ ਘਰ ਭਰ ਦਿੱਤਾ, ਮਾਲ ਡੰਗਰ ਭਰ ਦਿੱਤਾ। ਮੇਰੇ ਜੋ ਹਰ ਇੱਕ ਚੀਜ਼ ਦਾ ਜ਼ਿਕਰ ਕੀਤਾ ਗਿਆ ਆ। ਕਹਿੰਦਾ ਖੇਤ ਵਿੱਚ, ਮੈਦਾਨ ਵਿੱਚ, ਘਰ ਦੇ ਵਿੱਚ, ਇੱਜੜ ਵਿੱਚ, ਬਾੜੇ ਵਿੱਚ, ਹਰ ਸਥਾਨ ਤੇ ਪਰਮੇਸ਼ਵਰ ਨੇ ਲਾਬਾਨ ਨੂੰ ਯਾਕੂਬ ਦੀ ਧਾਰਮਿਕਤਾ ਦੇ ਕਰਕੇ ਬਰਕਤ ਦਿੱਤੀ। ਤੇ ਹੁਣ ਲਾਬਾਨ ਨਹੀਂ ਚਾਹੁੰਦਾਗਾ ਕਿ ਯਾਕੂਬ ਮੇਰੇ ਘਰੋਂ ਅੱਡ ਹੋਵੇ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਇਸ ਬੰਦੇ ਦੇ ਕਰਕੇ ਮੈਨੂੰ ਬਰਕਤਾਂ ਤੇ ਬਰਕਤਾਂ ਮਿਲ ਰਹੀਆਂ। ਹਾਲੇਲੂਇਆ। ਯਾਕੂਬ ਇੱਕ ਚੰਗਾ ਬੰਦਾ, ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਚੱਲਣ ਵਾਲਾ ਬੰਦਾ ਆ, ਔਰ ਜਿਹਦੇ ਕਰਕੇ ਪਰਮੇਸ਼ਵਰ ਲਾਬਾਨ ਨੂੰ ਬਰਕਤ ਦੇ ਰਿਹਾ, ਜਿਹਦੇ ਕਰਕੇ ਪਰਮੇਸ਼ਵਰ ਲਾਬਾਨ ਨੂੰ ਬਰਕਤ ਦੇ ਰਿਹਾ। ਟ੍ਰਾਂਸਫਰ ਹੋ ਰਹੀ ਸੀ ਯਾਕੂਬ ਦੀ ਭਗਤੀ ਲਾਬਾਨ ਦੇ ਵਿੱਚ। ਹਾਲੇਲੂਇਆ। ਤੇ ਸਾਨੂੰ ਕਾਹਲੀ ਹੁੰਦੀ ਆ ਹੋਰ ਕੁਝ ਟ੍ਰਾਂਸਫਰ ਕਰਨ ਦੀ। ਰੱਬ ਦੀ ਗੱਲ ਨੂੰ ਤਾਂ ਅਸੀਂ ਪਸੰਦ ਹੀ ਨਹੀਂ ਕਰਨਾ ਚਾਹੁੰਦੇ। ਸਾਨੂੰ ਤਾਂ ਪੈਸੇ ਵਾਲੀ ਸਾਮੀ ਨਾਲ ਮਤਲਬ ਆ। ਸਾਨੂੰ ਤਾਂ ਉਹਦੇ ਨਾਲ ਮਤਲਬ ਜਿਹੜਾ ਸਾਡਾ ਉੱਲੂ ਸਿੱਧਾ ਕਰੇ। ਸਾਨੂੰ ਤਾਂ ਉਹਦੇ ਨਾਲ ਮਤਲਬ ਆ ਜਿਹੜਾ ਸਾਨੂੰ ਉਧਾਰ ਦਿੰਦਾ ਆ ਤਾਂ ਅਸੀਂ ਉਹਨੂੰ ਦਿੰਨੇ ਆ। ਸਾਨੂੰ ਤਾਂ ਉਹਦੇ ਨਾਲ ਮਤਲਬ ਆ ਜਿਹੜਾ ਸਾਨੂੰ ਖਿਲਾਉਂਦਾ ਚੰਗਾ ਤੇ ਅਸੀਂ ਉਹਨੂੰ ਚੰਗਾ ਖਿਲਾ ਦਈਏ। ਸਾਨੂੰ ਉਹਨਾਂ ਮਤਲਬ ਆ ਕਿ ਜਿਹੜੇ ਸਾਡੇ ਨਾਲ ਚੱਲਦੇ ਅਸੀਂ ਉਹਨਾਂ ਨਾਲ ਚੱਲੀਏ। ਮੇਰੇ ਜੋ ਇਸੇ ਲਈ ਖੁਦਾ ਚੱਲਦਾ ਨਹੀਂ ਪਿਆ ਸਾਡੇ ਨਾਲ, ਕਿਉਂਕਿ ਸਾਡਾ ਧਿਆਨ ਸੰਸਾਰ 'ਚ।
ਸਾਡਾ ਬਹਿਣਾ ਉੱਠਣਾ ਸੰਸਾਰ ਦੇ ਨਾਲ ਆ। ਇਸੇ ਲਈ ਸੰਸਾਰ 'ਚ ਗੁਆਚੇ ਪਏ ਆ, ਤੇ ਜਿਹੜੇ ਗੁਆਚੇ ਆ ਰੱਬ ਉਹਨਾਂ ਨੂੰ ਕਦੀ ਵੀ ਲੱਭਦਾ ਨਹੀਂ ਏਦਾਂ। ਜੇ ਲੱਭਣਾ ਆ ਤਾਂ ਬਾਈਬਲ 'ਚ ਲਿਖਿਆ ਗਿਆ ਉਹਨੇ ਯਿਸੂ ਮਸੀਹ ਦੇ ਦੁਆਰਾ ਹੀ ਲੱਭਣਾ ਆ, ਕਿਸੇ ਉਦਾਂ ਨਹੀਂ ਲੱਭਣਾ। ਜੇ ਲਾਬਾਨ ਨੇ ਯਾਕੂਬ ਨੂੰ ਆਪਣੇ ਘਰ 'ਚ ਉਤਾਰਿਆ ਤੇ ਯਾਕੂਬ ਦੀ ਆਤਮਿਕਤਾ ਦੇ ਸਦਕਾ ਮੇਰੇ ਜੋ ਪਰਮੇਸ਼ਵਰ ਨੇ ਲਾਬਾਨ ਦੇ ਘਰ ਨੂੰ ਭਰਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਯਾਕੂਬ ਦੇ ਪੁੱਤਰ ਯੂਸਫ ਨੂੰ ਅਸੀਂ ਪੜ੍ਹਦੇ ਹਾਂ, ਜਦੋਂ ਪੋਟੀਫਰ ਦੇ ਘਰ ਦੇ ਵਿੱਚ ਵੇਚ ਕੇ 2 ਵਾਰੀ ਵੇਚਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਰੱਖ ਦਿੱਤਾ ਗਿਆ, ਤੇ ਬਾਈਬਲ 'ਚ ਲਿਖਿਆ ਗਿਆ ਪਰਮੇਸ਼ਵਰ ਨੇ ਯੂਸਫ ਦੇ ਕਰਕੇ ਉਹਦੇ ਮਿਸਰੀ ਸੁਆਮੀ ਨੂੰ ਬਰਕਤਾਂ ਨਾਲ ਭਰਿਆ। ਜਾਈਏ ਬਾਈਬਲ ਦੇ ਵਿੱਚੋਂ ਅਸੀਂ ਜਾਵਾਂਗੇ, ਯੂਸਫ ਦੀ ਗੱਲ ਨੂੰ ਪੜ੍ਹ ਕੇ ਦੇਖਾਂਗੇ। 39 ਅਧਿਆਏ ਉਹਦੀ 1 ਆਇਤ ਨੂੰ ਦੇਖੀਏ, 1 ਔਰ 2 ਨੂੰ। ਯੂਸੁਫ ਮਿਸਰ ਵਿੱਚ ਲਿਆਂਦਾ ਗਿਆ, ਅਰ ਪੋਟੀਫਰ ਮਿਸਰੀ ਨੇ ਜਿਹੜਾ ਫਿਰੌਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ। ਪੋਟੀਫਰ ਮਿਸਰੀ ਨੇ ਜਿਹੜਾ ਫਿਰੌਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ, ਉਸ ਨੂੰ ਇਸਮਾਈਲੀਆਂ ਦੇ ਹੱਥੋਂ, ਉਸ ਨੂੰ ਇਸਮਾਈਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲੈ ਸਨ, ਮੁੱਲ ਲੈ ਲਿਆ। ਉਹਨੂੰ ਮੁੱਲ ਲੈ ਲਿਆ। ਯਹੋਵਾ ਯੂਸੁਫ ਦੇ ਅੰਗ ਸੰਗ ਸੀ। ਯਹੋਵਾ ਪਰਮੇਸ਼ਰ ਯੂਸਫ ਦੇ ਅੰਗ ਸੰਗ ਸੀ। ਸੋ ਭਾਗਵਾਨ ਮਨੁੱਖ ਹੋ ਗਿਆ। ਸੋ ਭਾਗਵਾਨ ਮਨੁੱਖ ਹੋ ਗਿਆ। ਜਿਸ ਇਨਸਾਨ ਨੇ, ਪੋਟੀਫਰ ਨੇ ਯੂਸਫ ਨੂੰ ਖਰੀਦ ਕੇ ਆਪਣੇ ਘਰ ਚ ਲਿਆਂਦਾ, ਤੇ ਯੂਸਫ ਇੱਕ ਧਾਰਮਿਕ ਬੰਦਾ ਸੀ। ਯੂਸਫ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਚੱਲਣ ਵਾਲਾ ਬੰਦਾ ਸੀ। ਜਦੋਂ ਆਪਣੇ ਮਿਸਰੀ ਸੁਆਮੀ ਦੇ ਘਰ ਦੇ ਵਿੱਚ ਲਿਆਂਦਾ ਗਿਆ ਤਾਂ ਮੇਰੇ ਜੋ ਹੁਣ ਬਰਕਤ ਉਤਰਨੀ ਸ਼ੁਰੂ ਹੋ ਗਈ। ਤਾਂ ਜਿਹਨੇ ਆਪਣੇ ਘਰ ਦੇ ਵਿੱਚ ਲਿਆਂਦਾ, ਬਾਈਬਲ 'ਚ ਲਿਖਿਆ ਗਿਆ ਆ, ਹਾਂਜੀ ਕਿੱਧਰ ਬੈਠੇ ਆ, ਅੱਛਾ ਹਾਂ ਬੋਲੋ। ਯਹੋਵਾ ਯੂਸੁਫ ਦੇ ਅੰਗ ਸੰਗ ਸੀ ਜੀ। ਸੋ ਉਹ ਭਾਗਵਾਨ ਮਨੁੱਖ ਹੋ ਗਿਆ। ਹੁਣ ਜਿਸ ਬੰਦੇ ਨੇ ਯੂਸਫ ਨੂੰ ਘਰ 'ਚ ਉਤਾਰਿਆ ਸੀ, ਲਿਖਿਆ ਗਿਆ ਉਹ ਭਾਗਵਾਨ ਹੋ ਗਿਆ। ਬੇਸ਼ੱਕ ਤੁਸੀਂ ਠੱਗੀ ਠੋਰੀ ਦੇ ਨਾਲ ਜਿੰਨਾ ਮਰਜ਼ੀ ਪੈਸਾ ਕਮਾ ਲਓ, ਤੁਸੀਂ ਪਰਮੇਸ਼ਰ ਦੀ ਨਜ਼ਰ 'ਚ ਭਾਗਵਾਨ ਨਹੀਂ ਹੋ ਸਕਦੇ, ਕਿਉਂਕਿ ਲਿਖਿਆ ਗਿਆ ਮਾਇਆ ਦਾ ਲੋਭੀ ਕਦੀ ਵੀ ਸਵਰਗ ਨਹੀਂ ਜਾ ਸਕਦਾ, ਪਰਮੇਸ਼ਰ ਦਾ ਮਿਲਾਪ ਨਹੀਂ ਕਰ ਸਕਦਾ। ਹਾਲੇਲੂਇਆ। ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲਣਾ ਸੁਖਾਲਾ ਆ, ਪਰ ਮਾਇਆ ਦਾ ਲੋਭੀ ਕਿੰਨਾ ਵੀ ਪਤਲਾ ਕਿਉਂ ਨਾ ਹੋਵੇ, ਉਹ ਮੇਰੇ ਜੋ ਉਹ ਕਦੀ ਵੀ ਸਵਰਗ ਦੇ ਦਰਵਾਜ਼ਿਓਂ ਪਾਰ ਨਹੀਂ ਜਾ ਸਕਦਾ। ਇੱਕ ਚੰਗਾ ਹੱਡਾ ਕੱਟਾ ਮੋਟਾ ਤਾਜ਼ਾ ਊਠ ਸੂਈ ਦੇ ਨੱਕੇ ਚੋਂ ਨਿਕਲ ਜਾਊਗਾ, ਤੇ ਦੁਨੀਆ ਦੀ ਨਜ਼ਰ ਦੇ ਵਿੱਚ ਭਾਗਵਾਨ, ਮਾਇਆ ਦਾ ਲੋਭੀ, ਸੂਈ ਦੇ ਨੱਕੇ ਦੀ ਗੱਲ ਤਾਂ ਇੱਕ ਪਾਸੇ ਆ, ਸੁਰਗ ਦੇ ਵੱਡੇ ਦਰਵਾਜ਼ੇ ਵਿੱਚ ਵੀ ਪਾਰ ਨਹੀਂ ਜਾ ਸਕਦਾ, ਅੜ ਜਾਏਗਾ ਉੱਥੇ। ਇਸੇ ਲਈ ਬਾਈਬਲ 'ਚ ਲਿਖਿਆ ਗਿਆ ਜਦੋਂ ਯੂਸਫ ਧਾਰਮਿਕ ਬੰਦਾ ਮਿਸਰੀ ਸੁਆਮੀ ਦੇ ਘਰ 'ਚ ਲਿਆਂਦਾ ਗਿਆ, ਲਿਖਿਆ ਗਿਆ ਮਿਸਰੀ ਸੁਆਮੀ ਭਾਗਵਾਨ ਹੋ ਗਿਆ। ਜਦੋਂ ਰੱਬ ਦਾ ਬੰਦਾ ਤੁਹਾਡੇ ਘਰ ਉਤਰਦਾ ਆ, ਰੱਬ ਦਾ ਪ੍ਰੇਮੀ ਤੁਹਾਡੇ ਘਰ ਆਉਂਦਾ ਹੈ, ਪਰ ਹੋਵੇ ਰੱਬ ਦਾ ਬੰਦਾ, ਜੱਗ ਦਾ, ਸੰਸਾਰ ਦਾ, ਪਾਪ ਦਾ ਤਾਂ ਸ਼ੈਤਾਨ ਦਾ ਨਹੀਂ, ਹੋਵੇ ਰੱਬ ਦਾ ਬੰਦਾ। ਹੁਣ ਪਰਖ ਕੇ ਰੱਖਣਾ ਆ ਕਿ ਕਿਹੜਾ ਰੱਬ ਦਾ ਬੰਦਾ ਆ ਜਿਹਨੂੰ ਅਸੀਂ ਘਰ 'ਚ ਉਤਾਰਨਾ ਆ। ਇੱਕ ਪਾਣੀ ਦੇ ਪਿਆਲੇ ਤੋਂ ਵੱਧ ਰੱਬ ਦਾ ਬੰਦਾ ਕੋਈ ਆਸ ਨਹੀਂ ਰੱਖਦਾਗਾ ਵੀ ਮੈਂ ਹੋਰ ਕੁਝ ਲਵਾਂਗਾ ਇੱਥੋਂ। ਉਹਦੇ ਅੰਦਰ ਚਾਹਤ ਹੋਵੇਗੀ ਕਿ ਜੇ ਜਾਵਾਂ ਇੱਕ ਪਾਣੀ ਦਾ ਪਿਆਲਾ ਹੀ ਪਿਲਾ ਦਿਓ, ਕਿਉਂਕਿ ਪਰਮੇਸ਼ਰ ਨੇ ਇਹ ਨਹੀਂ ਲਿਖਿਆ ਕਿ ਕੋਈ ਜੂਸ ਪਿਲਾਵੇਗਾ, ਕੋਈ ਸ਼ਰਬਤ ਪਿਲਾਵੇਗਾ, ਕੋਈ ਟੀ ਪਿਲਾਵੇਗਾ, ਕੋਈ ਕੌਫੀ ਪਿਲਾਵੇਗਾ, ਨਹੀਂ, ਕਹਿੰਦਾ ਠੰਡੇ ਪਾਣੀ ਦਾ ਕਟੋਰਾ ਵੀ ਜਿਹੜਾ ਪਿਲਾਵੇਗਾ। ਕਿਹਨੂੰ? ਰੱਬ ਦੇ ਜਨ ਨੂੰ, ਚਾਹੇ ਉਹ ਭਾਈ ਆ ਚਾਹੇ ਭੈਣ ਆ, ਹੋਵੇ ਆਤਮਿਕ, ਹੋਵੇ ਆਤਮਿਕ। ਤੁਸੀਂ ਦੁਨੀਆ ਚਾਹੇ ਕਿੰਨੀਆਂ ਵੀ ਵੱਡੀਆਂ ਸਲਾਹਾਂ ਕਿਉਂ ਨਹੀਂ ਦੇ ਦਿੰਦੇ, ਤੁਹਾਡੀਆਂ ਸਲਾਹਾਂ ਨਾਲ ਬਹੁਤ ਸਾਰੇ ਲੋਕ ਕਾਮਯਾਬ ਵੀ ਕਿਉਂ ਨਾ ਹੋ ਜਾਣ ਭਾਵੇਂ, ਪਰ ਧਿਆਨ ਦਿਓ ਜਿਹੜਾ ਬੰਦਾ ਪਾਪੀ ਲੋਕਾਂ ਨੂੰ ਸਲਾਹਾਂ ਦਿੰਦਾ, ਪਾਪੀ ਲੋਕਾਂ ਨੂੰ ਕਾਮਯਾਬ ਕਰੀ ਜਾਂਦਾ ਆ, ਉਹ ਕਦੀ ਵੀ ਪਰਮੇਸ਼ਰ 'ਚ ਕਾਮਯਾਬ ਨਹੀਂ ਹੋ ਸਕਦਾ। ਤੁਹਾਨੂੰ ਕਿੰਨੇ ਵੀ ਲੋਕ, ਕਿੰਨੇ ਵੀ ਰਿਸ਼ਤੇਦਾਰ ਇਹ ਕਿਉਂ ਨਾ ਕਹਿਣ ਲਈ ਜੀ ਬਹੁਤ ਬੁੱਧਵਾਨ ਉਹਨਾਂ ਦੀ ਨੂੰਹ ਆਈ ਆ, ਉਹ ਭਾਣ 'ਚ ਨੂੰਹ ਬੜੀ ਤਕੜੀ, ਬਹੁਤ ਬੁੱਧਵਾਨ ਆ, ਆਹ ਨੂੰਹ ਬਹੁਤ ਵਧੀਆ ਆ, ਉਹਨਾਂ ਦਾ ਜਵਾਈ ਬੜਾ ਵਧੀਆ ਆ, ਉਹ ਦੁਨੀਆਦਾਰੀ ਲਈ ਹੋ ਸਕਦਾ ਹੈ ਲੇਕਿਨ ਖੁਦਾ ਦੀ ਨਜ਼ਰ 'ਚ ਕੁਝ ਵੀ ਨਹੀਂ ਆ।
ਕਿਉਂਕਿ ਦੁਨੀਆ 'ਚ ਤੁਸੀਂ ਸੰਸਾਰਕ ਸਲਾਹਾਂ ਦਿੱਤੀਆਂ ਹੋਣਗੀਆਂ, ਦੁਨੀਆ 'ਚ ਤੁਸੀਂ ਮੇਰੇ ਦੁਨਿਆਵੀ ਸਲਾਹਾਂ ਦਿੱਤੀਆਂ ਹੋਣਗੀਆਂ। ਦੁਨਿਆਵੀ ਸਲਾਹਾਂ ਤੇ ਸੰਸਾਰਕ ਸਲਾਹਾਂ ਪਰਮੇਸ਼ਰ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੀਆਂ, ਬਲਕਿ ਆਤਮਿਕ ਸਲਾਹਾਂ ਤੇ ਆਤਮਿਕ ਲੋਕਾਂ ਦੇ ਟੱਚ 'ਚ ਰਹਿਣਾ ਹੀ ਪਰਮੇਸ਼ਰ ਨੂੰ ਪਸੰਦ ਆ। ਕਹਿੰਦੇ ਜਦੋਂ ਉਹਦੇ ਘਰ 'ਚ ਯੂਸਫ ਲਿਆਂਦਾ ਗਿਆ ਤੇ ਉਹ ਘਰ ਦਾ ਮਾਲਕ ਵੀ ਕੀ ਹੋਣਾ ਸ਼ੁਰੂ ਹੋ ਗਿਆ? ਕੀ ਹੋਇਆ? ਭਾਗਵਾਨ। ਕਿਉਂ ਇਸ ਤੱਕ ਸ਼ਰਾਪੀ ਆ ਘਰਾਂ ਦੇ ਵਿੱਚ? ਕਿਉਂ ਇਹ ਕਲੇਸ਼ ਆ? ਕਿਉਂਕਿ ਤੁਸੀਂ ਆਪਣੇ ਘਰਾਂ 'ਚ ਕਿਸੇ ਵਿਸ਼ਵਾਸੀ ਨੂੰ ਉਤਾਰਨਾ ਨਹੀਂ ਚਾਹੁੰਦੇਗੇ। ਜੇ ਕੋਈ ਭੁੱਲ ਭੁਲੇਖੇ ਆ ਵੀ ਜਾਵੇ, ਉਧਰੋਂ ਅਜੇ ਕੋਈ ਰਿਸ਼ਤੇਦਾਰ ਕੌਣ ਆ, ਫਿਰ ਕੀ ਕਹਿੰਦੇ ਹੁੰਦੇ ਆ? ਕੀ ਕਹਿੰਦੇ ਹੁੰਦੇ ਆ? ਮੈਂ ਦੱਸਦਾ, ਪਿਛਲੇ ਦਿਨਾਂ 'ਚ ਮੈਨੂੰ ਕਿਤੇ ਜਾਣ ਦਾ ਮੌਕਾ ਮਿਲਿਆ, ਇੱਕ ਪਾਸਟਰ ਦੇ ਕੋਲ ਜਾਣ ਦਾ ਮੌਕਾ ਮਿਲਿਆ। ਪਾਸਟਰ ਦੇ ਕੋਲ ਮੈਂ ਉਹਦੀ ਵਾਈਫ ਲਈ ਪ੍ਰਾਰਥਨਾ ਕਰਨ ਲੱਗਾ। ਉਸ ਪਾਸਟਰ ਦੀ ਕੁੜਮਣੀ ਉੱਥੇ ਬੈਠੀ ਸੀ। ਉਸ ਪਾਸਟਰ ਦੀ ਕੁੜਮਣੀ ਉੱਥੇ ਬੈਠੀ। ਮੈਂ ਪਾਸਟਰ ਨੂੰ ਕਿਹਾ, ਪਾਸਟਰ ਜੀ ਆਪਾਂ ਪ੍ਰੇ ਕਰਦੇ ਆ ਭੈਣ ਜੀ ਵਾਸਤੇ। ਥੋੜੇ ਢਿੱਲੇ ਸੀ, ਬਿਮਾਰ ਸੀ। ਮੈਂ ਉੱਠਿਆ, ਉਹਨਾਂ ਦੇ ਸਿਰ ਤੇ ਮੱਥੇ ਤੇ ਹੱਥ ਰੱਖਿਆ, ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਜਦੋਂ ਪ੍ਰੇਅਰ ਕਰਕੇ ਕਮਰੇ ਚੋਂ ਬਾਹਰ ਆਇਆ, ਉਹਦੀ ਕੁੜਮਣੀ ਨੇ ਪਾਸਟਰ ਨੂੰ ਪੁੱਛਿਆ, ਪਾਸਟਰ ਦੀ ਕੁੜਮਣੀ ਨੇ ਪਾਸਟਰ ਨੂੰ ਪੁੱਛਿਆ, ਇਹ ਕੌਣ ਸੀ? ਇਹ ਮੇਰੀ ਘਰ ਵਾਲੀ ਦਾ ਮੂੰਹ ਬੋਲਿਆ ਭਰਾ ਆ ਜੀ। ਮੈਂ ਅੱਗੇ ਵੀ ਦੱਸਿਆ, ਭਰਾ ਹੋਵੇ, ਮਾਮਾ ਹੋਵੇ, ਮਾਸੜ ਹੋਵੇ, ਤਾਇਆ ਹੋਵੇ, ਚਾਚਾ ਹੋਵੇ, ਉਹਨਾਂ ਕੋਲ ਬਿਮਾਰੀ ਦੀ ਅਵਸਥਾ 'ਚ 1 ਦਰਜਨ ਕੇਲਿਆਂ ਤੋਂ ਇਲਾਵਾ ਹੋਰ ਨਹੀਂ ਮਿਲਣਾ। ਪਰ ਜੇ ਤੁਸੀਂ ਪਾਸਟਰ ਨੂੰ ਪਾਸਟਰ ਦਾ ਅਹੁਦਾ ਦੇਵੋਗੇ, ਖੁਦਾ ਜੀਵਨ ਦੇ ਦਿੰਦਾ। ਮਤਲਬ ਉਸ ਪਾਸਟਰ ਨੇ ਵੀ ਲੁਕੋ ਲਿਆ ਕਿ ਪਾਸਟਰ ਆ। ਉਸ ਪਾਸਟਰ ਨੇ ਆਪਣੀ ਕੁੜਮਣੀ ਦੇ ਅੱਗੇੋਂ ਇਹ ਲੁਕੋ ਲਿਆ ਕਿ ਇਹ ਪਾਸਟਰ ਆ। ਤੇ ਸਾਡੇ ਵੀ ਕਈ ਲੋਕ ਇਦਾਂ ਦੇ ਹੁੰਦੇ, ਜੇ ਕੋਈ ਭੈਣ ਭਾਈ ਆਇਆ ਹੋਵੇ ਨਾ, ਇਹ ਜੀ ਫਲਾਨੀ ਗੁਆਂਢਣ, ਇਹ ਜੀ ਫਲਾਨੇ ਦੀ ਨੂੰਹ ਦੀ ਚਾਚੀ ਦੀ ਸੱਸ ਜੀ, ਇਹ ਜੀ ਉਹ ਮਾਸੀ ਆਈ ਉਹਦੀ, ਉਹ ਸਾਡੇ ਘਰ ਵੀ ਆ ਗਈ। ਦੱਸੋ ਸਿੱਧਾ ਕਿ ਵਿਸ਼ਵਾਸੀ ਅਸੀਂ ਚਰਚ 'ਚ ਇੱਕ ਥਾਂ ਜਾਂਦੇ ਆ, ਪਰਮੇਸ਼ਰ ਦੇ ਵਚਨ ਨੂੰ ਮੰਨਦੇ ਆ ਤੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ। ਉਹ ਭੈਣ ਆ, ਅਸੀਂ ਵਚਨ ਸਾਂਝਾ ਕਰਦੀਆਂ ਆ, ਅਸੀਂ ਪ੍ਰਾਰਥਨਾ ਬੈਠਣ ਲੱਗੀਆਂ ਆ। ਉਹੜੋ ਚੀਜ਼ੋਂ ਤੁਸੀਂ ਡਰ ਜਾਂਦੇ ਆ। ਕਿਉਂ? ਕਿਉਂਕਿ ਸਾਡਾ ਧਿਆਨ ਜ਼ਿਆਦਾ ਦੁਨੀਆ 'ਚ ਆ। ਸਾਨੂੰ ਡਰ ਦੁਨੀਆ ਦਾ ਆ, ਡਰ ਰੱਬ ਦਾ ਨਹੀਂਗਾ। ਯੂਸਫ ਦੇ ਨਾਲ ਪਰਮੇਸ਼ਰ ਕਿਉਂ ਸੀ? ਕਿਉਂਕਿ ਜਿੱਥੇ ਵੀ ਗਿਆ ਉਹਨੇ ਕਿਤੇ ਨਹੀਂ ਇਸ ਗੱਲ ਨੂੰ ਮੇਰੇ ਜੋ ਇਨਕਾਰ ਕੀਤਾ ਕਿ ਮੈਂ ਪਰਮੇਸ਼ਰ ਨੂੰ ਮੰਨਦਾ। ਹਰ ਥਾਂ ਕਹਿੰਦਾ ਮੈਂ ਯਹੋਵਾ ਪਰਮੇਸ਼ਰ ਨੂੰ ਮੰਨਦਾ ਹਾਂ। ਯਹੋਵਾ ਪਰਮੇਸ਼ਰ ਮੇਰੇ ਅੰਗ ਸੰਗ ਆ। ਉਹ ਇਹ ਕਹਿੰਦਾ ਸੀ, ਅਬਰਾਹਮ ਦਾ ਪਰਮੇਸ਼ਰ, ਯਾਕੂਬ ਇਸਹਾਕ ਦਾ ਪਰਮੇਸ਼ਰ, ਯਾਕੂਬ ਦਾ ਪਰਮੇਸ਼ਰ ਮੇਰੇ ਅੰਗ ਸੰਗ ਆ। ਅਸੀਂ ਲੁਕੋ ਲੈਂਦੇ ਆ। ਕਿਉਂ ਲੁਕਾਉਂਦੇ? ਕਿਉਂਕਿ ਸਾਡੀ ਯਾਰੀ ਦੁਨੀਆ ਦੇ ਨਾਲ, ਸਾਡਾ ਸੰਸਾਰ ਦੇ ਨਾਲ ਨਾਤਾ ਜੁੜਿਆ ਹੋਇਆ ਆ। ਇਸ ਕਰਕੇ ਅਸੀਂ ਲੁਕੋ ਲੈਂਦੇ ਆ। ਇਸੇ ਲਈ ਬਰਕਤ ਨਹੀਂ ਸਾਡੇ ਚ ਆ ਰਹੀ। ਜਿੰਨਾ ਚਿਰ ਯੂਸਫ ਉੱਥੇ ਰਿਹਾ, ਉਹਨੇ ਸਮੇਂ ਦੀ ਯੂਸਫ ਦੇ ਹਿੱਸੇ ਦੀ ਆਸ਼ੀਸ਼ ਕਿੱਥੇ ਜਾਣੀ ਸ਼ੁਰੂ ਹੋ ਗਈ? ਮਿਸਰੀ ਸੁਆਮੀ ਦੇ ਘਰ। ਮੈਂ ਹਰ ਪਲ ਆਸ਼ੀਸ਼ਿਤ ਹੁੰਦਾ ਆ। ਮੈਂ ਹਰ ਪਲ ਬਰਕਤ ਨੂੰ ਲੈਂਦਾ ਆ। ਹਰ ਪਲ, ਹਰ ਅੱਧੇ ਘੰਟੇ ਬਾਅਦ ਮੈਨੂੰ ਕੋਈ ਫੋਨ ਆ ਜਾਂਦਾ, ਪਾਸੇ ਤੁਸੀਂ ਇਹ ਪ੍ਰਾਰਥਨਾ ਕੀਤੀ ਸੀ ਨਾ, ਪਰਮੇਸ਼ਰ ਨੇ ਮੇਰਾ ਕੰਮ ਕਰ ਦਿੱਤਾ। ਕਈ ਵਾਰੀ ਇੱਕ ਸਮੇਂ ਦੇ ਲਈ ਕੀਤੀ ਪ੍ਰਾਰਥਨਾ ਦਾ ਉੱਤਰ ਇਦਾਂ ਦਾ ਹੁੰਦਾ ਆ ਕਿ ਅੱਜ ਮੈਂ ਪਰਮੇਸ਼ਰ ਤੋਂ ਕੁਝ ਅੱਜ ਲਈ ਮੰਗਿਆ ਕਿ ਪਰਮੇਸ਼ਰ ਅੱਜ ਇਸ ਭੈਣ ਦੇ ਲਈ ਆ ਕੰਮ ਕਰ ਦੇ। ਤੇ ਪਰਮੇਸ਼ਰ ਬੀਤੇ ਕਿੰਨੇ ਮਹੀਨਿਆਂ 'ਚ ਹੀ ਉਹਦੇ ਕੰਮ ਕਰ ਦਿੰਦਾ ਆ। ਇਹ ਸਭ ਲਾ ਲਓ ਕਿ ਕਿੰਨੇ ਮਹੀਨਿਆਂ ਦੀ ਬਰਕਤ ਮਿਸਰੀ ਸੁਆਮੀ ਦੇ ਘਰ ਉਤਰਨੀ ਸ਼ੁਰੂ ਹੋਈ ਹੋਵੇਗੀ। ਕਿੰਨਾ ਕੁ ਚਿਰ ਰਿਹਾ ਉੱਥੇ? ਬਹੁਤ ਥੋੜਾ ਸਮਾਂ ਰਿਹਾ ਉੱਥੇ। ਲੇਕਿਨ ਉਹਨੇ ਥੋੜੇ ਸਮੇਂ ਦੇ ਵਿੱਚ ਯੂਸਫ ਦੀ ਧਾਰਮਿਕਤਾ ਦੇ ਕਰਕੇ ਉਹਦੇ ਸੁਆਮੀ ਦੇ ਘਰ ਬਹੁਤ ਬਰਕਤ, ਭਾਗਵਾਨ ਹੋ ਗਿਆ। ਮੈਂ ਇੱਕ ਪ੍ਰੇਅਰ ਕੀਤੀ ਸੀ, ਭੈਣ ਜੀ ਸੋਨੀ ਖੜੀ ਹੋ ਗਏ। ਇਸ ਭੈਣ ਨੇ ਲਗਭਗ ਜੁਲਾਈ ਦੇ ਵਿੱਚ ਪਰਮੇਸ਼ਰ ਦੇ ਅੱਗੇ ਇੱਕ ਮੰਗ ਰੱਖੀ। ਮੰਗ ਕੀ ਸੀ ਕਿ ਮੇਰੀ ਪਰਮੇਸ਼ਰ ਮੇਰੇ ਪਤੀ ਦੀ ਸੈਲਰੀ ਵਧਾਵੇ। ਔਰ 15 ਜਾਂ 16 ਅਗਸਤ ਨੂੰ ਇਹਦੇ ਪਤੀ ਦਾ ਐਗਰੀਮੈਂਟ ਹੋਇਆ, ਉੱਥੇ ਜਿੱਥੇ ਕੰਮ ਕਰਦੇ ਆ ਐਗਰੀਮੈਂਟ ਹੋਇਆ। ਔਰ ਇਸ ਭੈਣ ਨੇ ਕਿਹਾ ਸੀ ਕਿ ਮੈਂ ਜਿੰਨੀ ਸੈਲਰੀ ਵਧ ਗਈ, ਵਧੀ ਸੈਲਰੀ 3 ਮਹੀਨੇ ਦੀ ਮੈਂ ਚਰਚ 'ਚ ਦੇਣੀ ਆ। ਏਦਾਂ ਹੀ ਹੋਈ ਸੀ, ਵਧੀ ਸੈਲਰੀ।
ਅਗਸਤ ਵਿੱਚ ਐਗਰੀਮੈਂਟ ਹੋਇਆ, ਇਹ ਅਗਸਤ ਜਿਹੜਾ ਗਿਆ 15 ਤੇ 16 ਅਗਸਤ ਨੂੰ ਐਗਰੀਮੈਂਟ ਹੋਇਆ ਕੰਪਨੀ ਦੇ ਨਾਲ। ਪ੍ਰੇਅਰ ਕੀਤੀ, ਇਹਦੇ ਹਸਬੰਡ ਨੇ ਇਹਨੂੰ ਕਿਹਾ ਕਿ ਹੁਣ ਮੈਂ ਜਿੰਨੀ ਸੈਲਰੀ ਆ 15 ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਵਾਧੂ ਹੋਣੀ ਹੈ ਸੈਲਰੀ ਮੇਰੀ, ਉਹ ਸੈਲਰੀ ਮਿਲਾ ਕੇ ਦਸ਼ਵੰਧ ਮਿਲਾ ਕੇ ਰੱਬ ਦੇ ਘਰ ਚ ਦੇ ਦਮੀ, ਕਿਉਂਕਿ ਤੂੰ ਕਿਹਾ ਆ, ਮੂੰਹੋਂ ਕਿਹਾ ਆ ਤੇ ਮੈਂ ਵੀ ਚਾਹੁੰਦਾ ਆ ਕਿ ਉਹ ਦਮੀ। ਜੇ ਇਹਨਾਂ ਨੇ ਇਹ ਚਾਹਤ ਰੱਖੀ, ਐਗਰੀਮੈਂਟ 15 ਅਗਸਤ 2022 ਚ ਹੁੰਦਾ, 15 ਅਗਸਤ ਤੋਂ 31 ਅਗਸਤ ਨੂੰ ਤੱਕ 3500 ਰੁਪਏ ਵਾਧੂ ਲੱਗ ਕੇ ਆਉਣਾ ਸੀ ਸੈਲਰੀ ਦਾ। ਪਰ ਰੱਬ ਨੇ ਕੀ ਕੰਮ ਕੀਤਾ ਕਿ ਰੱਬ ਨੇ ਪਹਿਲਾਂ ਹੀ, ਇਹ 9 ਮਹੀਨਾ ਚੱਲ ਪਿਆ, 9ਵਾਂ, ਰੱਬ ਨੇ ਮੈਂ ਦੱਸਦਾ 7000 ਵਧਾਇਆ ਇਹਨਾਂ ਨੂੰ, ਅੱਧੇ ਮਹੀਨੇ ਦੀ ਜਿਹੜੀ ਸੈਲਰੀ ਵਾਧੂ ਲੱਗ ਕੇ ਆਉਣੀ ਸੀ 3500 ਰੁਪਇਆ। ਪਰ ਰੱਬ ਨੇ ਕੀ ਕੰਮ ਕੀਤਾ, ਪ੍ਰਾਰਥਨਾ ਦਾ ਉੱਤਰ, ਇਹਨਾਂ ਦੀ ਮਨ ਦੀ ਕਹ ਲਓ ਕਿ ਜੋ ਇਹਨਾਂ ਨੇ ਪ੍ਰਭੂ ਲਈ ਸੋਚਿਆ ਸੀ ਉਹਦਾ ਉੱਤਰ ਕੀਤਾ। ਜਨਵਰੀ 2022 ਤੋਂ 7000 ਰੁਪਇਆ ਵਾਧੂ ਲੱਗ ਕੇ ਆਉਣਾ ਸ਼ੁਰੂ ਹੋ ਗਿਆ। ਏਦਾਂ ਹੀ ਆ, ਜਨਵਰੀ 2022 ਤੋਂ ਹੀ ਸ਼ੁਰੂ ਕਰ ਦਿੱਤਾ ਰੱਬ ਨੇ, ਜਦਕਿ ਐਗਰੀਮੈਂਟ 15 ਅਗਸਤ 2022 ਨੂੰ ਹੁੰਦਾ ਆ ਕਿ ਤੇਰੀ ਅਗਲੇ 15 ਦਿਨਾਂ ਦੀ ਜਿਹੜੀ ਸੈਲਰੀ ਆਉਣੀ ਆ ਉਹ ਵਾਧੂ ਲੱਗ ਕੇ ਆਉਣੀ ਆ, ਭਾਵ ਇਸ ਮਹੀਨੇ ਦੇ 7000 ਨਹੀਂ, ਮੀਨਸ 3500 ਰੁਪਇਆ ਲੱਗਣਾ। ਪਰ ਰੱਬ ਦੀ ਯੋਜਨਾ ਕੁਝ ਹੋਰ ਸੀ। ਕਹਿਣ ਦਾ ਮਤਲਬ ਜੇ ਇਹ ਪ੍ਰਾਰਥਨਾ ਕਰ ਰਹੀ ਆ ਤੇ ਇਹਨੇ ਪ੍ਰਾਰਥਨਾ ਤਾਂ ਅਗਸਤ ਮਹੀਨੇ ਚ ਸਪੈਸ਼ਲੀ ਕੀਤੀ, ਪਰ ਰੱਬ ਨੇ ਕੰਮ ਕਦੋਂ ਤੋਂ ਕਰ ਦਿੱਤਾ, ਜਨਵਰੀ 1 ਜਨਵਰੀ 2022 ਤੋਂ। ਕਹਿਣ ਦਾ ਮਤਲਬ ਕਿ ਮੈਂ ਰੋਜ਼ ਬਲੈਸ ਹੁੰਦਾ ਆ, ਹਰ ਪਲ ਬਹਿ ਜਾਾਂਗੇ, ਹਰ ਪਲ ਮੈਂ ਬਲੈਸ ਹੋ ਰਿਹਾ, ਹਰ ਪਲ ਮੈਂ ਬਰਕਤ ਨਾਲ ਭਰਦਾ ਆ, ਹਰ ਪਲ ਨਵੀਂ ਗਵਾਹੀ ਦੇ ਨਾਲ ਭਰਦਾ ਆ, ਹਰ ਪਲ ਨਵੀਂ ਟੈਸਟੀਮਨੀ ਨਾਲ ਭਰਦਾ ਆ। ਜੇ ਮੈਂ ਹਰ ਪਲ ਨਵੀਂ ਗਵਾਹੀ ਨਾਲ ਭਰਦਾ ਆ ਤੇ ਜਦੋਂ ਮੈਂ ਕਿਸੇ ਦੇ ਘਰ ਜਾ ਕੇ ਬੈਠਾਂਗਾ, ਉਹ ਜਿੰਨੇ ਪਲ ਮੈਂ ਉੱਥੇ ਬੈਠਾਂਗਾ ਉਹਨੇ ਪਲਾਂ ਦੀ ਬਰਕਤ ਉਸ ਘਰ 'ਚ ਉਤਰੇਗੀ। ਜਿੰਨੇ ਪਲ ਤੁਸੀਂ ਇੱਕ ਦੂਜੇ ਦੇ ਘਰ 'ਚ ਬੈਠ ਕੇ ਰੱਬ ਦੀਆਂ ਗੱਲਾਂ ਕਰਦੇ ਆ, ਰੱਬ ਦਾ ਵਚਨ ਸੁਣਾਉਂਦੇ ਆ, ਤੁਸੀਂ ਪ੍ਰਾਰਥਨਾ ਕਰਦੇ ਆ, ਜ਼ਰੂਰ ਆ ਉਸ ਪਲ ਦੀਆਂ ਬਰਕਤਾਂ ਤੁਹਾਡੇ ਘਰਾਂ 'ਚ ਜ਼ਰੂਰ ਉਤਰਨਗੀਆਂ। ਬੋਲੋ ਆਮੀਨ। ਪਰ ਅਸੀਂ ਇਕੱਠੇ ਹੁੰਦੇ ਹੀ ਨਹੀਂ ਆ, ਅਸੀਂ ਇਕੱਠੇ ਹੁੰਦੇ ਹੀ ਨਹੀਂ ਆ। ਇੱਕ ਪਿੰਡ ਚੋਂ 5-5 6-6 8-8 ਘਰ ਆ ਰਹੇ ਆ, ਪਰ ਜੇ ਉਹਨਾਂ ਨੂੰ ਪ੍ਰਾਰਥਨਾ ਪੁੱਛੀ ਇਕੱਠੇ ਕਰਦੇ ਨਹੀਂ, ਇਕੱਠੇ ਹੁੰਦੇ ਹੀ ਨਹੀਂ ਆ। ਕਿਉਂ ਨਹੀਂ ਇਕੱਠੇ ਹੁੰਦੇ? ਤੁਸੀਂ ਆਪਣੇ ਗੁਆਂਢੀ ਨਾਲ ਜਿਹੜਾ ਪ੍ਰਭੂ ਨੂੰ ਨਹੀਂ ਜਾਣਦਾ, ਜਿਹੜਾ ਪ੍ਰਭੂ ਕਰਕੇ ਤੁਹਾਡੇ ਨਾਲ ਕਈ ਵਾਰ ਨਫ਼ਰਤ ਕਰ ਚੁੱਕਾ, ਕਈ ਵਾਰ ਤੁਹਾਡੇ ਨਾਲ ਲੜ ਚੁੱਕਾ, ਤੁਸੀਂ ਉਹਨਾਂ ਨਾਲ ਤੇ ਉਹ ਤੁਹਾਡੇ ਨਾਲ ਬੜੇ ਸਾਂਝੇ ਹੁੰਦੇ ਆ, ਪਰ ਜਿਹੜੇ ਤੁਹਾਡੇ ਨਾਲ ਪ੍ਰਭੂ 'ਚ ਚੱਲਦੇ ਉਹਨਾਂ ਨਾਲ ਕਿਉਂ ਨਹੀਂ ਸਾਂਝੇ ਹੋ ਪਾ ਰਹੇ? ਕਿਉਂਕਿ ਸ਼ੈਤਾਨ ਦੀ ਯੋਜਨਾ ਆ ਕਿ ਤੁਹਾਡੇ ਅੰਦਰ ਤੁਹਾਡੇ ਗੁਆਂਢੀ ਦਾ ਪਾਪੀ ਸੁਭਾਅ ਟ੍ਰਾਂਸਫਰ ਹੋਵੇ। ਜਿਹੜਾ ਆਤਮਿਕ ਬੰਦਾ ਪਿੰਡ ਤੋਂ ਪਰਲੇ ਪਾਸੇ ਰਹਿ ਰਿਹਾ, ਉਹਦੇ ਦੁਆਰਾ ਤੁਹਾਡੇ ਅੰਦਰ ਆਤਮਿਕ ਸੁਭਾਅ ਟ੍ਰਾਂਸਫਰ ਨਾ ਹੋਵੇ, ਉਹਦੀਆਂ ਸਵਰਗੀ ਬਰਕਤਾਂ ਤੁਹਾਡੇ ਘਰ 'ਚ ਨਾ ਉਤਰਨ। ਸ਼ੈਤਾਨ ਦੀ ਯੋਜਨਾ ਤੁਹਾਨੂੰ ਮਸੀਹ ਬੰਦੇ ਤੋਂ ਦੂਰ ਰੱਖਣ ਦੀ, ਤੁਹਾਨੂੰ ਆਤਮਿਕ ਬੰਦੇ ਤੋਂ, ਆਤਮਿਕ ਫੈਮਲੀਆਂ ਤੋਂ ਦੂਰ ਰੱਖਣ ਦੀ। ਦੇਖੋ ਤੁਸੀਂ ਆਪਣੇ ਆਪ ਨੂੰ ਦੇਖੋ, ਤੁਹਾਡੇ ਹਸਬੰਡ ਕਿਹਨਾਂ ਨੂੰ ਜ਼ਿਆਦਾ ਟਾਈਮ ਬਤੀਤ ਕਰਦੇ ਆ, ਦੇਖੋ ਵਾਈਫ ਤੁਹਾਡੀ ਕਿਹਨਾਂ ਨਾਲ ਜ਼ਿਆਦਾ ਟਾਈਮ ਬਤੀਤ ਕਰਦੀ, ਤੁਹਾਡੇ ਬੱਚੇ ਕਿਹਨਾਂ ਨਾਲ ਜ਼ਿਆਦਾ ਟਾਈਮ ਬਤੀਤ ਕਰਦੇ ਆ। ਕੀ ਜਿਨ੍ਹਾਂ ਨਾਲ ਸਾਡੇ ਬੱਚੇ ਜ਼ਿਆਦਾ ਟਾਈਮ ਦਿਨ 'ਚ ਕੱਢਦੇ ਆ, ਕੀ ਉਹ ਆਤਮਿਕ ਹੈਗੇ ਆ? ਮੇਰੇ ਹਸਬੰਡ ਦੇਖੋ ਕਿੰਨਾ ਟਾਈਮ ਪਰ ਸੰਸਾਰ ਦੇ ਵਿੱਚ ਰਹਿੰਦੇ ਆ, ਕਿੰਨਾ ਟਾਈਮ ਲੋਕਾਂ ਨਾਲ ਉੱਠਦੇ ਬੈਠਦੇ ਆ, ਸ਼ਾਮ ਨੂੰ 5 ਵਜੇ 6 ਵਜੇ ਘਰ ਆਉਣ ਤੋਂ ਬਾਅਦ ਉਹ ਕਿੰਨਾ ਲੋਕਾਂ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਆ। ਜਿਨ੍ਹਾਂ ਲੋਕਾਂ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਆ ਉਹਨਾਂ ਲੋਕਾਂ ਦਾ ਸੁਭਾਅ ਜ਼ਰੂਰ ਟ੍ਰਾਂਸਫਰ ਤੁਹਾਡੇ ਹਸਬੰਡ ਵਿੱਚ ਹੋਵੇਗਾ, ਔਰ ਤੁਹਾਡਾ ਹਸਬੰਡ ਜਿਹੜਾ ਘਰੋਂ ਖੁਸ਼ੀ ਗਿਆ ਆ ਕੇ ਤੁਹਾਡੇ ਸਿਰ ਤੇ ਬਾਲਾਂ ਨੂੰ ਪਾਏਗਾ। ਏਦਾਂ ਹੀ ਭਾਈਆਂ ਦੀ ਗੱਲ ਆ, ਏਦਾਂ ਹੀ ਭਾਈਆਂ ਦੀ ਗੱਲ ਆ ਕਿ ਦੇਖੋ ਸਾਡੀ ਫੈਮਿਲੀ ਦਾ ਮੈਂਬਰ ਕਿੱਥੇ ਜ਼ਿਆਦਾ ਟਾਈਮ ਬਤੀਤ ਕਰ ਰਿਹਾ, ਕਿ ਉਹ ਆਤਮਿਕ ਲੋਕਾਂ 'ਚ ਟਾਈਮ ਬਤੀਤ ਕਰ ਰਿਹਾ, ਕਿ ਆਤਮਿਕ ਲੋਕਾਂ 'ਚ ਬਹਿੰਦੇ ਉੱਠਦੇ ਆ, ਜਾਂ ਚੁਗਲੀ ਕਰਨ ਵਾਲੇ, ਨਿੰਦਿਆ ਕਰਨ ਵਾਲਿਆਂ ਦੇ ਨਾਲ ਹੀ ਬੈਠੇ ਉੱਠਦੇ ਆ। ਤੇ ਮੇਰੇ ਇਜ਼ੋ ਜੇ ਐਦਾਂ ਦੀ ਗੱਲ ਆ ਨਾ, ਬੇਸ਼ੱਕ ਸਵੇਰੇ ਤੁਹਾਨੂੰ ਬਹੁਤ ਵਧੀਆ ਲੰਚ ਬਾਕਸ ਤਿਆਰ ਕਰਕੇ ਦਿੱਤਾ ਹੋਵੇ, ਰਾਤ ਦੀ ਰੋਟੀ ਦੀ ਤੁਸੀਂ ਤਰਸ ਜਾਓਗੇ, ਉਹ ਦਵੇਗੀ ਨਹੀਂ ਰੋਟੀ, ਕਿਉਂਕਿ ਸੰਸਾਰਕ ਲੋਕਾਂ ਜਿਹਨਾਂ 'ਚ ਬਹਿਣਾ ਉੱਠਣਾ ਆ ਉਹਨਾਂ ਦਾ ਸੁਭਾਅ ਟ੍ਰਾਂਸਫਰ ਹੋਵੇਗਾ। ਹਾਲੇਲੂਇਆ। ਲਬਾਨ ਨੇ ਜਾਣ ਲਿਆ ਕਿ ਯਹੋਵਾ ਤੇਰੇ ਨਾਲ ਆ। ਹਾਲੇਲੂਇਆ। ਤੇ ਲਬਾਨ ਨੂੰ ਯਾਕੂਬ ਦੇ ਕਰਕੇ ਬਰਕਤ ਮਿਲੀ। 30 ਆਇਤ ਪੜਿਓ, ਫਿਰ ਯਾਕੂਬ ਨੂੰ ਪੜ੍ਹਦੇ ਹਾਂ। 30 ਅਧਿਆਏ ਉਹਦੀ 30 ਆਇਤ, ਉਤਪਤੀ 30 ਅਧਿਆਏ ਉਹਦੀ 30 ਆਇਤ। ਮੈਂ ਫਿਰ ਯਾਕੂਬ ਦੇ ਵੱਲ ਜਾਣਾ। ਤੁਹਾਡੀ ਬਰਕਤ ਦਾ ਬਹੁਤ ਵੱਡਾ ਹਿੱਸਾ, ਤੁਹਾਡੇ ਘਰ ਦੇ ਸਕੂਨ ਦਾ ਬਹੁਤ ਵੱਡਾ ਹਿੱਸਾ ਤੁਹਾਨੂੰ ਬਿਨਾਂ ਪ੍ਰਾਰਥਨਾ ਕੀਤਿਓਂ ਵੀ ਮਿਲ ਸਕਦਾ ਆ। ਪੋਟੀਫਰ ਮਿਸਰੀ ਸੁਆਮੀ ਕੋਈ ਪ੍ਰੇਅਰ ਨਹੀਂ ਕਰਦਾ, ਕਿਉਂਕਿ ਮਿਸਰ ਦੇ ਆ ਲੋਕ,
ਕੋਈ ਪ੍ਰੇਰ ਨਹੀਂ ਆ, ਸਿਰਫ ਇੱਕ ਆਤਮਿਕ ਬੰਦੇ ਦਾ ਉਸ ਮਿਸਰੀ ਬੰਦੇ ਦੇ ਘਰ 'ਚ ਜਾਣਾ ਹੀ ਉਹਦੇ ਲਈ ਆਸ਼ੀਸ਼ ਦਾ ਕਾਰਨ ਬਣ ਗਿਆ। ਜਦੋਂ ਤੁਹਾਡੇ ਕੋਲ ਕੋਈ ਵਿਸ਼ਵਾਸੀ ਆਉਂਦਾ ਆ, ਉਸ ਵੇਲੇ ਇਹ ਰਿਸੀਵ ਕਰੋ ਕਿ ਅੱਜ ਪਰਮੇਸ਼ਵਰ ਦੀ ਇੱਕ ਨਵੀਂ ਆਸ਼ੀਸ਼ ਆਈ ਆ। ਕੋਈ ਭੈਣ ਭੈਣ ਨੂੰ ਮਿਲਣ ਜਾਂਦੀ ਆ, ਅੱਜ ਤੋਂ ਆਦਤ ਪਾਓ ਇੱਕ ਦੂਜੇ ਨੂੰ ਮਿਲਣ ਦੀ। ਇਸੇ ਲਈ ਬਾਈਬਲ 'ਚ ਲਿਖਿਆ ਮੇਲ ਮਿਲਾਪ ਤੋਂ ਪਿੱਛੇ ਨਾ ਹਟੋ, ਕਿ ਤੁਸੀਂ ਪਰਮੇਸ਼ਵਰ ਦੇ ਲੋਕਾਂ ਨਾਲ ਮਿਲੇ ਰਹੋ। ਜੋ ਆਤਮਿਕ ਗਿਫਟ, ਜੋ ਆਤਮਿਕ ਬਲੇਸਿੰਗ ਤੁਹਾਡੇ ਕੋਲ ਆ, ਪਰਮੇਸ਼ਵਰ ਤੁਹਾਡੇ ਦੁਆਰਾ ਤੁਹਾਡੇ ਨਾਲ ਦੇ ਸਾਥੀ ਨੂੰ ਦੇਣਾ ਚਾਹੁੰਦਾ ਆ। ਤੇ ਕੁਝ ਆਤਮਿਕ ਬਲੇਸਿੰਗ, ਸਵਰਗ ਦੀਆਂ ਆਸ਼ੀਸ਼ਾਂ ਤੁਹਾਡੇ ਕਿਸੇ ਸਾਥੀ ਕੋਲ ਆ, ਤੁਹਾਡੇ ਨੇੜੇ ਵਾਲੇ ਵਿਸ਼ਵਾਸੀ ਦੇ ਕੋਲ ਆ। ਪਰਮੇਸ਼ਵਰ ਉਹਦੇ ਦੁਆਰਾ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਆ, ਤੇ ਸ਼ੈਤਾਨ ਤੁਹਾਡੇ ਔਰ ਉਸ ਦੇ ਵਿੱਚ ਖੜਾ ਹੋ ਜਾਂਦਾ ਆ। ਨਾ ਉਸ ਵਿਸ਼ਵਾਸੀ ਨੂੰ ਤੁਹਾਡੇ ਤੱਕ ਆਉਣ ਦਿੰਦਾ, ਨਾ ਤੁਹਾਨੂੰ ਉਹਦੇ ਤੱਕ ਜਾਣ ਦਿੰਦਾ। ਇਸੇ ਲਈ ਬਰਕਤ ਰੁਕ ਜਾਂਦੀ ਆ। ਅਸੀਂ ਹਰ ਗੱਲ ਲਈ ਪ੍ਰੇਅਰ 'ਚ ਅੜ ਜਾਂਦੇ ਆ, ਪ੍ਰੇਅਰ 'ਚ ਅੜ ਜਾਂਦੇ ਆ। ਕਰਕੇ ਵੇਖੋ, ਮਿਸਰੀ ਲੋਕ ਪਰਮੇਸ਼ਵਰ ਦੇ ਅਨੁਯਾਈ ਨਹੀਂ ਆ, ਮਿਸਰੀ ਲੋਕ ਪਰਮੇਸ਼ਵਰ ਦੇ ਵਿਰੋਧੀ ਆ। ਮਿਸਰ ਸ਼ਹਿਰ, ਮਿਸਰ ਦੇਸ਼ ਦੇ ਲੋਕ ਜਿਹੜੇ ਆ, ਬਾਈਬਲ ਦੇ ਅਨੁਸਾਰ ਦੇਖਦੇ ਆ, ਇਹ ਪਰਮੇਸ਼ਵਰ ਦੇ ਅਨੁਯਾਈ ਨਹੀਂ ਆ। ਜਿਹੜੇ ਮੂਸਾ ਦੇ ਦੁਆਰਾ ਪਰਮੇਸ਼ਵਰ ਨੇ ਲੱਖਾਂ ਲੋਕ ਕਿੱਥੋਂ ਕੱਢੇ ਸੀ? ਮਿਸਰ ਦੀ ਗੁਲਾਮੀ ਚੋਂ, ਕਿਉਂਕਿ ਉਹਨਾਂ ਨੇ ਰੱਬ ਦੇ ਬੰਦਿਆਂ ਨੂੰ ਗੁਲਾਮ ਕਰਕੇ ਰੱਖਿਆ ਸੀ। ਪਰ ਫਿਰ ਵੀ ਪਰਮੇਸ਼ਵਰ ਨੇ ਮਿਸਰੀ ਨੂੰ ਇੰਨੀ ਬਰਕਤ ਕਿਉਂ ਦਿੱਤੀ? ਉਹਦਾ ਕਾਰਨ ਕੀ ਸੀ? ਉਹਦਾ ਇੱਕੋ ਹੀ ਕਾਰਨ ਸੀ, ਉਹਨੇ ਮਿਸਰੀ ਨੂੰ ਨਹੀਂ ਦੇਖਿਆ, ਉਹਨੇ ਆਪਣੇ ਦਾਸ ਨੂੰ ਦੇਖਿਆ ਕਿ ਮੇਰਾ ਦਾਸ ਯੂਸਫ ਇੱਥੇ ਆ। ਜਿੱਥੇ ਤੁਸੀਂ ਜਾਓਗੇ, ਤੁਹਾਡੇ ਨਾਲ ਪਰਮੇਸ਼ਵਰ ਦੀ ਆਤਮਾ ਨਾਲ ਜਾਏਗੀ, ਪਰਮੇਸ਼ਵਰ ਦਾ ਵਾਅਦਾ ਤੁਹਾਡੇ ਨਾਲ ਜਾਏਗਾ। ਜਿਸ ਜਗ੍ਹਾ ਤੁਸੀਂ ਪੈਰ ਦੀ ਤਲੀ ਧਰੋਗੇ, ਉਹ ਜਿੱਤੀ ਜਾਵੇਗੀ। ਜਗ੍ਹਾ ਦੀ ਰਜਿਸਟਰੀ ਨਹੀਂ ਹੋਣੀ, ਉਹ ਜਿੱਤੀ ਜਾਏਗੀ। ਦਾ ਮਤਲਬ ਕੀ ਆ? ਕਿ ਉੱਥੇ ਤੁਹਾਡਾ ਆਦਰ ਹੋਵੇਗਾ। ਇਹ ਮਿਸਰ ਦੇ ਵਿੱਚ ਯੂਸਫ ਦਾ ਆਦਰ ਹੋਇਆ, ਯੂਸਫ ਦਾ ਆਦਰ ਹੋਇਆ। ਕਿਉਂ ਹੋਇਆ? ਕਿਉਂਕਿ ਇਹ ਪਰਮੇਸ਼ਵਰ ਦਾ ਜਨ ਮਿਸਰ ਦੇ ਵਿੱਚ ਪੋਟੀਫਰ ਦੇ ਘਰ ਉਤਰਿਆ, ਤੇ ਜਿੰਨਾ ਚਿਰ ਉੱਥੇ ਉਤਰਿਆ, ਪਰਮੇਸ਼ਵਰ ਨੇ ਇਹ ਵਾਅਦਾ ਕੀਤਾ ਹੈ ਆਪਣੇ ਲੋਕਾਂ ਨੂੰ ਕਿ ਮੈਂ ਤੁਹਾਨੂੰ ਕਦੇ ਕਿਸੇ ਚੀਜ਼ ਦੀ ਥੋੜ ਤੇ ਘਾਟ ਨਹੀਂ ਆਉਣ ਦਵਾਂਗਾ। ਬਾਈਬਲ 'ਚ ਲਿਖਿਆ ਗਿਆ ਆ, ਸ਼ੇਰ ਬੱਚਿਆਂ ਨੂੰ ਘਾਟਾ ਹੋ ਸਕਦਾ, ਭੁੱਖੇ ਰਹਿ ਸਕਦੇ, ਪਰ ਮੇਰੇ ਤਾਲਵਾਂ ਨੂੰ ਕਦੇ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ। ਬੇਸ਼ੱਕ ਯੂਸਫ ਮਿਸਰ ਦੇ ਵਿੱਚ ਵੇਚਿਆ ਗਿਆ ਸੀ, ਖਰੀਦ ਕੇ ਲਿਆਂਦਾ ਗਿਆ ਸੀ, ਪਰ ਪਰਮੇਸ਼ਵਰ ਨੇ ਉਸ ਆਪਣੇ ਬੰਦੇ ਯੂਸਫ ਦੇ ਕਰਕੇ, ਉਹ ਜਿੱਥੇ ਰਹਿ ਰਿਹਾ ਸੀ, ਉਹਨੂੰ ਵੀ ਬਰਕਤ ਦਿੱਤੀ ਕਿ ਮੈਂ ਨਾ ਤੈਨੂੰ ਹੋਣ ਦੇਣੀ, ਨਾ ਉਹਨਾਂ ਨੂੰ ਜਿਨ੍ਹਾਂ ਨੇ ਤੈਨੂੰ ਪਨਾਹ ਦਿੱਤੀ ਹੈ, ਜਿਨ੍ਹਾਂ ਨੇ ਤੈਨੂੰ ਆਪਣੇ ਘਰ 'ਚ ਉਤਾਰਿਆ ਆ, ਜਿਨ੍ਹਾਂ ਨੇ ਤੈਨੂੰ ਆਪਣੇ ਘਰ 'ਚ ਠਹਿਰਾਇਆ, ਮੈਂ ਉਹਨਾਂ ਨੂੰ ਵੀ ਕੋਈ ਘਾਟ ਰਹਿਣ ਨਹੀਂ ਦੇਣੀ। ਪਰ ਉਦੋਂ ਜਦੋਂ ਅਸੀਂ ਆਤਮਿਕਤਾ ਦੇ ਲੈਵਲ ਤੇ ਚੱਲਾਂਗੇ, ਲਾਲਚ ਨਾਲ ਨਹੀਂ। ਪਤਾ ਲੱਗੇ ਕੱਲ ਨੂੰ ਇੱਕ ਅਮੀਰ ਪਰਿਵਾਰ ਤੁਸੀਂ ਲੱਭ ਲਿਆ, ਭਾਜੀ ਤੁਸੀਂ ਆਇਓ ਸਾਡੇ ਘਰ, ਭਾਜੀ ਤੁਸੀਂ ਆਇਓ ਸਾਡੇ ਘਰ ਪ੍ਰਾਰਥਨਾ ਲਈ। ਕਈ ਏਦਾਂ ਹੀ ਹੁੰਦੀ ਆ। ਅਮੀਰ ਬੰਦਿਆਂ ਨੂੰ ਲੱਭ ਲੈਂਦੇ ਸੀ, ਅਮੀਰ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਲੱਭ ਲੈਂਦੇ। ਪੜ੍ਹੇ ਲਿਖੇ ਪਰਮੇਸ਼ਵਰ ਨੂੰ ਪਸੰਦ ਨਹੀਂ ਆ। ਜੇ ਕਹੋ ਕਿ ਪੜ੍ਹੇ ਲਿਖੇ ਦਾ ਹੱਥ ਕੇ ਲਿਆਉਣੇ ਆ। ਇੱਕ ਬਿਮਾਰ, ਇੱਕ ਕਮਜ਼ੋਰ, ਇੱਕ ਲਤਾੜਿਆ ਹੋਇਆ ਜੋ ਪ੍ਰਭੂ ਦੇ ਵਿੱਚ ਹੈ ਨਾ, ਤੁਸੀਂ ਉਸ ਨੂੰ ਘਰ 'ਚ ਕਰੀ ਉਤਾਰ ਕੇ ਦੇਖੋ। ਰੱਜੇ ਨੂੰ ਉਤਾਰੋਗੇ ਨਾ, ਉਹਨੇ ਘਰ ਲੈ ਇਹ ਕੀ ਸੀਗਾ। ਤੇ ਕਿਤੇ ਲਤਾੜੇ ਹੋਏ ਵਿਸ਼ਵਾਸੀ ਨੂੰ, ਲਾਜ਼ਰ ਵਰਗੇ ਵਿਸ਼ਵਾਸੀ ਨੂੰ, ਜਿਹੜਾ ਧਨੀ ਦੇ ਬੂਹੇ ਦੇ ਮੋਰੇ ਡਿਉੜੀ 'ਚ ਰਹਿੰਦਾ ਸੀ, ਉਦਾਂ ਦੇ ਵਿਸ਼ਵਾਸੀ ਨੂੰ ਉਤਾਰੋ ਆਪਣੇ ਘਰ 'ਚ, ਕਿ ਦੇਖੋ ਜੋ ਪਰਮੇਸ਼ਰ ਨੇ ਉਹਨੂੰ ਦੇਣਾ ਆ, ਉਹ ਤੁਹਾਡੇ 'ਚ ਟ੍ਰਾਂਸਫਰ ਹੋਵੇਗਾ। ਜੋ ਤੁਹਾਨੂੰ ਦੇਣਾ ਹੈ ਉਹਦੇ 'ਚ ਟ੍ਰਾਂਸਫਰ ਹੋਵੇਗਾ। ਤੁਹਾਡਾ ਲੈਵਲ ਇੱਕ ਹੋ ਜਾਏਗਾ, ਤੁਹਾਡਾ ਲੈਵਲ ਇੱਕ ਹੋ ਜਾਵੇਗਾ। ਉਤਪਤੀ ਦੀ 3 ਪੜਾਂਗੇ ਅਸੀਂ, ਯਾਕੂਬ ਤੇ ਲਵਾਨ ਨੂੰ ਫਿਰ ਇੱਕ ਵਾਰੀ ਪੜਾਂਗੇ। ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ। ਯਾਕੂਬ ਹੁਣ ਦੱਸ ਰਿਹਾ ਆਪਣੇ ਸਹੁਰੇ ਨੂੰ, ਦੂਜੇ ਪਾਸੇ ਮਾਮੇ ਨੂੰ ਕਹਿੰਦਾ, ਵੇਖ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ, ਹਾਂਜੀ, ਪਰ ਹੁਣ ਬਹੁਤ ਵੱਧ ਗਿਆ ਹੈ। ਹੁਣ ਬਹੁਤ ਵੱਧ ਗਿਆ। ਉਹ ਦੱਸ ਰਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ। ਕਿਉਂ ਵੱਧ ਗਿਆ? ਕਿ ਤੂੰ ਇੱਕ ਆਤਮਿਕ ਬੰਦੇ ਨੂੰ ਆਪਣੇ ਘਰ 'ਚ ਰੱਖਿਆ ਸੀ।
ਇੱਕ ਆਤਮਿਕ ਬੰਦੇ ਨਾਲ ਤੂੰ ਰਿਸ਼ਤਾ ਰੱਖਿਆ, ਇੱਕ ਆਤਮਿਕ ਬੰਦੇ ਦੀਆਂ ਤੂੰ ਗੱਲਾਂ ਨੂੰ ਮੰਨਿਆ, ਇੱਕ ਆਤਮਿਕ ਬੰਦੇ ਦਾ ਸਾਡੇ ਘਰ ਦੇ ਵਿੱਚ ਆਉਣਾ ਸਾਡੇ ਲਈ ਵੱਡੀ ਬਲੇਸਿੰਗ ਦਾ ਕਾਰਨ ਬਣ ਜਾਂਦਾ। ਜਿਹੜੀਆਂ ਗੱਲਾਂ ਤੁਹਾਡੇ ਕੋਲ ਪ੍ਰਾਰਥਨਾ ਨਾਲ ਨਹੀਂ ਪੂਰੀਆਂ ਹੋ ਪਾ ਰਹੀਆਂ, ਜਿਹੜੇ ਕੰਮ ਤੁਹਾਡੇ ਪ੍ਰਾਰਥਨਾ ਨਾਲ ਨਹੀਂ ਪੂਰੇ ਹੋ ਪਾ ਰਹੇ, ਮੇਰੇ ਜੋ ਸਮਝੋ ਕਿ ਪਰਮੇਸ਼ਰ ਦੀ ਕੋਈ ਹੋਰ ਰਜ਼ਾ ਆ, ਪਰਮੇਸ਼ਰ ਦੀ ਕੁਝ ਹੋਰ ਮਰਜ਼ੀ ਆ। ਜੇ ਤੁਸੀਂ ਆਪਣੇ ਘਰ ਦੇ ਅੰਦਰ ਰਹਿ ਕੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰੋ ਬਸ ਪ੍ਰਾਰਥਨਾ ਵਚਨ, ਪ੍ਰਾਰਥਨਾ ਵਚਨ, ਪ੍ਰਾਰਥਨਾ ਵਚਨ, ਜੇ ਤੁਸੀਂ ਕਹੋ ਕਿ ਮੈਂ ਮਰਨ ਤੋੜੀ ਮੈਂ ਆਪਣੇ ਕਮਰੇ 'ਚ ਡੱਕ ਹੋਇਆ ਰਹਿਣਾ ਆ, ਬਸ ਸਵੇਰੇ ਇੱਕ ਫੁਲਕਾ ਇੱਕ ਸ਼ਾਮ ਨੂੰ ਫੁਲਕਾ, ਆਪਣੇ ਜੀਵਨ ਨੂੰ ਬਿਲਕੁਲ ਪ੍ਰਭੂ ਲਈ ਦੇ ਦੇਣਾ ਆ, ਬਸ ਸਾਰਾ ਦਿਨ ਪ੍ਰਾਰਥਨਾ ਵਚਨ, ਪ੍ਰਾਰਥਨਾ ਵਚਨ, ਇਹਦੇ ਨਾਲ ਤੁਸੀਂ ਕਦੀ ਸਵਰਗ ਨਹੀਂ ਜਾ ਸਕਦੇ। ਪਰਮੇਸ਼ਰ ਨੇ ਤੁਹਾਨੂੰ ਚੁਣਿਆ ਆ ਇਸ ਲਈ ਵੀ ਕਿ ਵਚਨ ਵੀ ਹੋਵੇ, ਪ੍ਰਾਰਥਨਾ ਵੀ ਹੋਵੇ, ਤੇ ਬਹੁਤੇ ਲੋਕਾਂ ਦੇ ਨਾਲ ਤੁਹਾਡਾ ਮੇਲ ਵੀ ਹੋਵੇ, ਆਤਮਿਕ ਲੋਕਾਂ ਦੇ ਨਾਲ ਤੁਹਾਡਾ ਮੇਲ ਹੋਵੇ, ਸਾਖੀਆਂ ਆਦਾਨ ਪ੍ਰਦਾਨ ਕੀਤੀਆਂ ਜਾਣ, ਮੇਰੇ ਜੋ ਗਵਾਹੀਆਂ ਇੱਕ ਦੂਜੇ ਨੂੰ ਸੁਣਾਈਆਂ ਤੇ ਸੁਣੀਆਂ ਜਾਣ, ਵਚਨ ਇੱਕ ਦੂਜੇ ਨੂੰ ਸੁਣਾਇਆ ਤੇ ਸੁਣਿਆ ਜਾਵੇ। ਇਹ ਵੀ ਇੱਕ ਆਤਮਿਕ ਜ਼ਿੰਦਗੀ ਦਾ ਹਿੱਸਾ ਆ। ਆਪਣੇ ਆਪ ਨੂੰ ਕੱਟ ਕੇ ਵੱਖਰਾ ਨਾ ਰੱਖ ਲਓ, ਨਹੀਂ ਜੀ ਮੈਂ ਤਾਂ ਹੁਣ ਪ੍ਰਭੂ ਨੂੰ ਮੰਨਣ ਲੱਗ ਪਿਆ, ਹੁਣ ਮੈਂ ਅੰਦਰੋਂ ਹੀ ਨਹੀਂ ਨਿਕਲਣਾ ਕਰਨਾ, ਉਹਦਾ ਕੋਈ ਲਾਭ ਨਹੀਂ ਆ, ਉਹਦਾ ਕੋਈ ਲਾਭ ਨਹੀਂ ਆ। ਇੱਕ ਪ੍ਰੇਮੀ ਨੂੰ ਪਰਮੇਸ਼ਰ ਨੇ ਚੁਣਿਆ, ਅਜੇ ਉਹ ਵਿਸ਼ਵਾਸੀ ਸੀ, ਵਿਸ਼ਵਾਸੀ ਦੀ ਉਹ ਚਾਹੁੰਦਾ ਸੀ ਕਿ ਮੈਂ ਸੇਵਕ ਬਣਾ, ਔਰ ਸੱਚੀ ਕਹਾਣੀ, ਸੱਚੀ ਗੱਲ, ਉਹ 72 ਘੰਟੇ ਪ੍ਰਾਰਥਨਾ ਦੇ ਬਹਿ ਜਾਂਦਾ ਸੀ, ਕਿਸੇ ਨੂੰ ਨਹੀਂ ਮਿਲਣਾ, ਦਿਨ ਰਾਤ ਪ੍ਰੇਅਰ, ਦਿਨ ਰਾਤ ਪ੍ਰੇਅਰ, ਕਹਿੰਦੇ ਜੀ ਅਸੀਂ 72 ਘੰਟੇ ਦੀ ਪ੍ਰੇਅਰ ਰੱਖੀ ਹੋਈ, ਇਕੱਲੇ ਨੇ ਬਹਿਣਾ ਪ੍ਰੇਅਰ ਤੇ 72 ਘੰਟੇ। ਥੋੜਾ ਏਦਾਂ ਇੱਕ ਸਮਾਂ ਆਇਆ, ਇੱਥੇ ਪ੍ਰੇਮੀ ਹੈਗੇ ਵੀ ਆ, ਸ਼ਾਇਦ ਉਹਨਾਂ ਨੂੰ ਯਾਦ ਆ ਜਾਵੇ ਉਹ ਗਵਾਹੀ, ਉਹਨਾਂ ਦੀ ਬੇਟੀ ਬਾਥਰੂਮ 'ਚ ਨਹਾਉਣ ਗਈ, ਸ਼ੈਤਾਨ ਨੇ ਉੱਥੇ ਹੀ ਅਟੈਕ ਕੀਤਾ, ਉੱਥੇ ਮਰ ਗਈ। ਆਇਆ ਯਾਦ? ਹਾਲੇਲੂਇਆ। ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਐਦਾਂ ਵੱਖਰਾ ਕਰ ਲਵੋ, ਕਿਉਂਕਿ ਭਗਤੀ ਆਤਮਿਕ ਮਸੀਹੀ ਜੀਵਨ ਜਿਹੜਾ ਆ ਆਪਣੇ ਆਪ ਨੂੰ ਵੱਖਰਾ ਕਰਨ ਦੇ ਲਈ ਨਹੀਂ ਹੈ, ਬਲਕਿ ਇੱਕ ਦੂਜੇ ਦੇ ਲਈ ਪ੍ਰੇਅਰ ਕਰਨ ਦੇ ਲਈ ਆ, ਇੱਕ ਦੂਜੇ ਨਾਲ ਬੈਠ ਕੇ ਪਰਮੇਸ਼ਰ ਦੀ ਮਹਿਮਾ ਕਰਨ ਲਈ। ਕਹਿੰਦਾ ਮੈਂ ਤੇਰੇ ਅਚਰਜ ਕੰਮਾਂ ਦਾ ਵਰਣਨ ਨਿਤ ਕਰਾਂਗਾ, ਭਾਵੇਂ ਆਤਮਿਕ ਰੂਪ ਦੇ ਵਿੱਚ ਨਿਤ ਬਣਿਆ ਰਹਾਂਗਾ। ਅਸੀਂ ਰੋਜ਼ ਪਰਮੇਸ਼ਰ ਤੋਂ ਬਲੈਸਡ ਹੁੰਦੇ ਆ, ਔਰ ਜਿੱਥੇ ਜਾਂਦੇ ਆ ਜੋ ਸਾਨੂੰ ਮਿਲਣਾ ਹੁੰਦਾ ਪਰਮੇਸ਼ਰ ਉਹ ਜਿਹਨਾਂ ਦੇ ਘਰ ਬੈਠੇ ਉਹਨਾਂ ਨੂੰ ਵੀ ਦਿੰਦਾ। ਹਾਲੇਲੂਇਆ। ਜੇ ਹੁਣ ਮੈਂ ਕਿਸੇ ਦੇ ਘਰ ਜਾਵਾਂ ਪ੍ਰਾਰਥਨਾ ਦੇ ਲਈ, ਜੇ ਮੈਂ ਕਿਸੇ ਦੇ ਘਰ ਜਾਵਾਂ ਪ੍ਰਾਰਥਨਾ ਲਈ, ਭਾਈ ਸੋਨੂੰ ਮੇਰੇ ਨਾਲ ਹੁੰਦਾ ਆ, ਗੱਡੀ ਇਹੀ ਲੈ ਕੇ ਜਾਂਦੇ ਆ। ਹੁਣ ਜਦੋਂ ਮੈਂ ਜਾਂਦਾ ਕਿਸੇ ਦੇ ਘਰ ਜਾਂਦਾ ਆ, ਪਹਿਲਾਂ ਉਹ ਪਾਣੀ ਲੈ ਕੇ ਆਉਂਦੇ ਆ, ਕਿ ਉਹ ਮੇਰੇ ਲਈ ਲੈ ਕੇ ਆਉਣਗੇ ਜਾਂ ਇਹਨਾਂ ਲਈ ਵੀ ਲੈ ਕੇ ਆਉਣਗੇ? ਬੋਲੋ। ਫਿਰ ਉਸ ਤੋਂ ਬਾਅਦ ਕੋਲਡ ਡਰਿੰਕ ਲਿਆਂਦੀ ਜਾਂਦੀ ਹੈ, ਇੱਕ ਗਲਾਸ ਹੋਊ ਕਿ ਦੋ ਆਉਣਗੇ? ਫਿਰ ਜਦੋਂ ਕੌਫੀ ਆਉਂਦੀ ਹੈ, ਇੱਕ ਕੱਪ ਆਏਗਾ ਕਿ ਦੋ ਕੱਪ ਆਉਣਗੇ? ਦੋ ਕਿਹਦੇ ਲਈ ਲਿਆਉਣੇ ਉਹਨੇ? ਪਾਣੀ ਦੇ 2 ਗਲਾਸ, ਕੋਲਡ ਡਰਿੰਕ ਦੇ 2 ਗਲਾਸ, ਕੌਫੀ ਦੇ 2 ਗਲਾਸ, ਦੋ ਕਿਉਂ ਲਿਆਉਣੇ? ਜਾਣ ਗਿਆ ਤਾਂ ਸੇਵਕ ਇਕੱਲਾ ਹੀ ਆ। ਬੋਲੋ। ਹੁਣ ਇਹ ਦੇਖ ਲਓ ਤੁਸੀਂ ਕਿ ਜੇ ਮੇਰੇ ਨਾਲ ਗਏ ਨੂੰ ਬਰਾਬਰ ਖਾਣਾ ਆ, ਤੇ ਧਿਆਨ ਦਿਓ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਜੋ ਖੁਦਾ ਨੇ ਮੈਨੂੰ ਦੇਣਾ ਕੀ ਬਰਾਬਰ ਨਹੀਂ ਦੇਵੇਗਾ? ਬੋਲੋ, ਕੀ ਬਰਾਬਰ ਨਹੀਂ ਦੇਵੇਗਾ? ਇਹ ਗੱਲ ਨਾ ਕਿ ਮੈਨੂੰ ਸੇਵਕ ਦੱਸਦੇ ਆ ਕਿ ਇਹਨੂੰ ਮੇਰਾ ਠੰਡਾ ਵੀ ਪੀਂਦਾ, ਮੇਰਾ ਕਾਫੀ ਵੀ ਪੀਂਦਾ। ਵੈਸੇ ਦੱਸ ਦਿੰਦਾ ਨਾ ਇਹ ਠੰਡਾ ਪੀਂਦਾ ਨਾ ਇਹ ਕਾਫੀ ਪੀਂਦਾ, ਕੁਛ ਨਹੀਂ ਪੀਂਦਾ ਹੁੰਦਾ ਹੈ। ਹਾਲੇਲੂਇਆ। ਬਹਿ ਜਾਂਦੇ। ਜੋ ਪਰਮੇਸ਼ਰ ਨੇ ਆਪਣੇ ਨਿਸ਼ਚਿਤ ਸਮੇਂ ਤੇ ਮੈਨੂੰ ਮੇਰੀ ਪ੍ਰਾਰਥਨਾ ਦੇ ਸਦਕਾ ਦੇਣਾ ਆ, ਜਿਹੜਾ ਉਸ ਵੇਲੇ ਮੇਰੇ ਨਾਲ ਹੋਵੇਗਾ, ਪਰਮੇਸ਼ਰ ਉਹਨੂੰ ਵੀ ਹਿੱਸਾ ਦੇਵੇਗਾ, ਉਹਨੂੰ ਵੀ ਬਰਕਤ ਦੇਵੇਗਾ, ਪਰ ਹੋਣਾ ਉਹ ਆਤਮਿਕ ਚਾਹੀਦਾ। ਇਸੇ ਲਈ ਕਹਿੰਦੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਸਾਥੀਆਂ ਨੂੰ ਪਹਿਲ ਦਿਓ। ਜੇ ਤੁਹਾਡਾ ਪਤੀ ਪਰਮੇਸ਼ਰ ਵਿੱਚ ਨਹੀਂ ਆ ਤੇ ਉਹਦੇ ਲਈ ਪ੍ਰੇਅਰ ਕਰੋ ਕਿ ਪਰਮੇਸ਼ਰ ਮੈਂ ਚਾਹੁੰਦੀ ਹਾਂ ਕਿ ਜਲਦ ਮੇਰਾ ਪਤੀ ਵੀ ਤੇਰੇ ਵਚਨ ਨੂੰ ਜਾਣੇ ਔਰ ਤੌਬਾ ਕਰੇ ਔਰ ਨਵਾਂ ਜਨਮ ਲਵੇ, ਔਰ ਅਸੀਂ ਦੋਵੇਂ ਇਕੱਠੇ ਤੇਰੀਆਂ ਆਸ਼ੀਸ਼ਾਂ ਦੇ ਭਾਗੀਦਾਰ ਸਾਂਝੀਦਾਰ ਹੋ ਜਾਈਏ। ਹਾਲੇਲੂਇਆ। ਇੱਕ ਦੂਜੇ ਨਾਲ ਮਿਲੇ ਰਹੋ। ਹੁਣ ਕਈ ਲੋਕ ਕਹਿੰਦੇ ਜੀ ਪ੍ਰਭੂ ਨੇ ਕਿਹਾ ਹੈ ਇੱਕ ਦੂਜੇ ਨਾਲ ਮਿਲੇ ਰਹੋ, ਪਾਪੀਆਂ ਨੂੰ ਵੀ ਮਿਲਣਾ ਆ, ਚੋਰਾਂ ਨੂੰ ਵੀ ਮਿਲਣਾ ਆ, ਠੱਗਾਂ ਨੂੰ ਵੀ ਮਿਲਣਾ ਆ, ਸ਼ਰਾਬੀਆਂ ਨੂੰ ਵੀ ਮਿਲਣਾ ਆ। ਇੱਕ ਦੂਜੇ ਨਾਲ ਮਿਲੇ ਰਹਿਣ ਦਾ ਮਤਲਬ ਆ ਕਿ ਤੁਸੀਂ ਆਤਮਿਕ ਲੋਕਾਂ ਦੇ ਵਿੱਚ ਬਣੇ ਰਹੋ।
ਲਿਖਿਆ ਤੁਸੀਂ ਇੱਕ ਦੂਜੇ ਲਈ ਪ੍ਰੇਅਰ ਕਰੋ ਤਾਂ ਕਿ ਇੱਕ ਦੂਜੇ ਦੀ ਪ੍ਰਾਰਥਨਾ ਦੇ ਨਾਲ ਤੁਸੀਂ ਤਕੜੇ ਹੋਵੋ। ਇੱਕ ਦੂਜੇ ਦੀ ਪ੍ਰਾਰਥਨਾ ਨਾਲ ਕੀ ਹੋਵੋ? ਤਕੜੇ ਹੋਵੋ। ਲਿਖਿਆ ਪਰਮੇਸ਼ਰ ਦੇ ਦਾਸ ਪਤਰਸ ਨੇ, ਜਦੋਂ ਅਸੀਂ ਰਸੂਲਾਂ ਦੀ ਕਿਤਾਬ ਨੂੰ ਪੜ੍ਹਦੇ ਆ, ਆਪਣੇ ਬੰਦੇ ਭੇਜੇ, ਕਹਿੰਦਾ ਜਾਓ ਜਾ ਕੇ। ਮੈਂ ਦੇਖਿਆ ਕਿ ਸਾਮਰੀ ਲੋਕਾਂ ਨੇ ਵੀ ਪਰਮੇਸ਼ਰ ਤੇ ਵਿਸ਼ਵਾਸ ਕਰ ਲਿਆ। ਸਾਮਰੀ ਲੋਕ ਵੀ ਹੁਣ ਨਵਾਂ ਜਨਮ ਲੈ ਰਹੇ ਆ, ਬਪਤਿਸਮੇ ਲੈ ਰਹੇ ਆ। ਜਾਓ ਤੇ ਉਹਨਾਂ ਦੇ ਸਿਰਾਂ ਤੇ ਹੱਥ ਰੱਖ ਕੇ ਪ੍ਰਾਰਥਨਾ ਕਰੋ, ਕਿਉਂਕਿ ਉਹਨਾਂ ਨੇ ਕੇਵਲ ਯਿਸੂ ਨਾਮ ਚ ਬਪਤਿਸਮੇ ਲਏ ਆ। ਇਸ ਕਰਕੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਨਹੀਂ ਉਤਰ ਰਿਹਾ। ਉਹਨਾਂ ਦੇ ਉੱਤੇ ਪਵਿੱਤਰ ਆਤਮਾ ਨਹੀਂ ਉਤਰ ਰਿਹਾ। ਇਸ ਲਈ ਤੁਸੀਂ ਕਹਿੰਦਾ ਉੱਥੇ ਜਾਓ ਤੇ ਜਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰੋ। ਰਸੂਲਾਂ ਦੇ ਕਿਤਾਬ 8 ਅਧਿਆਏ ਉਹਦੀ 14 ਤੋਂ ਪੜਾਂਗੇ ਅਸੀਂ। ਰਸੂਲਾਂ ਦੀ ਕਿਤਾਬ 8 ਅਧਿਆਏ ਜਾਈਏ। ਜਦ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਵੀ ਸਾਮਰੀਆਂ ਨੇ ਪਰਮੇਸ਼ਰ ਦਾ ਬਚਨ ਮੰਨ ਲਿਆ ਹੈ, ਤਾਂ ਪਤਰਸ ਅਤੇ ਯਹੂਨਾ ਨੂੰ ਉਹਨਾਂ ਦੇ ਕੋਲ ਘੱਲਿਆ। ਉਹਨਾਂ ਜਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਉਹ ਪਵਿੱਤਰ ਆਤਮਾ ਪਾਉਣ, ਕਿਉਂ ਜੋ ਉਹ ਅਜੇ ਤਿੱਕਰ ਉਹਨਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ, ਪਰ ਉਹਨਾਂ ਨਿਰਾ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ। ਤਦ ਇਹਨਾਂ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ। ਬਸ ਲਿਖੇ, ਜਦੋਂ ਪਰਮੇਸ਼ਰ ਦੇ ਦਾਸ ਨੇ ਆਪਣੇ ਨਾਲ ਦਿਆਂ ਨੂੰ ਕਿਹਾ ਕਿ ਜਾਓ ਸਾਮਰੀਆਂ 'ਚ ਜਾ ਕੇ ਤੁਸੀਂ ਉਹਨਾਂ ਲਈ ਪ੍ਰੇਅਰ ਕਰੋ। ਪਰਮੇਸ਼ਰ ਨੇ ਤੁਹਾਡੀ ਆਸ਼ੀਸ਼ ਲਈ ਕਿਸੇ ਨੂੰ ਠਹਿਰਾਇਆ ਹੋਇਆ ਆ, ਪਰ ਤਦੇ ਹੀ ਉਹ ਤੁਹਾਡੀ ਆਸ਼ੀਸ਼ ਤੁਹਾਡੇ ਕੋਲ ਆਏਗੀ ਜਿਹਨੂੰ ਠਹਿਰਾਇਆ ਉਹ ਤੁਹਾਡੇ ਘਰ 'ਚ ਉਤਰੇਗਾ। ਇੱਕ ਦੂਜੇ ਦੀ ਬਿਮਾਰੀ ਦੇ ਵੇਲੇ ਸਾਰ ਲਓ। ਇੱਕ ਦੂਜੇ ਦੀ ਬਿਮਾਰੀ ਦੇ ਵੇਲੇ ਉਹਦੇ ਘਰ ਦੇ ਵਿੱਚ ਉਹਨਾਂ ਨਾਲ ਬਹਿ ਕੇ ਪ੍ਰਾਰਥਨਾ ਕਰੋ। ਇੱਕ ਦੂਜੇ ਦੇ ਮੁਸ਼ਕਲ ਦੇ ਵੇਲੇ ਉਹਦੇ ਨਾਲ ਬਹਿ ਕੇ ਪ੍ਰਾਰਥਨਾ ਕਰੋ। ਇੱਕ ਦੂਜੇ ਦੀ ਖੁਸ਼ੀ ਦੇ ਵੇਲੇ ਉਹਨਾਂ ਨੂੰ ਸੱਦ ਕੇ ਪ੍ਰਾਰਥਨਾ ਕਰੋ। ਇੱਕ ਦੂਜੇ ਦੀ ਗਵਾਹੀ ਦੇ ਵੇਲੇ ਉਹਨਾਂ ਦੇ ਨਾਲ ਮਿਲ ਕੇ ਮੇਰੇ ਤੋਂ ਖੁਸ਼ੀ ਮਨਾਓ। ਇਹ ਤਾਂ ਸਾਡੇ ਲੋਕਾਂ ਦੇ ਵਿੱਚ ਹੈ ਹੀ ਨਹੀਂ ਆ। ਇਹ ਸੁਭਾਅ ਤਾਂ ਇਹਨਾਂ ਲੋਕਾਂ 'ਚ ਹੈ ਹੀ ਨਹੀਂ ਆ। ਯਾਕੂਬ ਤੇ ਯਹੋਨਾ ਨੂੰ ਕਿਹਾ ਗਿਆ, ਯਾਕੂਬ ਤੇ ਯਹੋਨਾ ਨੂੰ, ਪਤਰਸ ਤੇ ਯਹੋਨਾ ਨੂੰ ਕਿਹਾ ਗਿਆ ਕਿ ਜਾਓ ਤੇ ਜਾ ਕੇ ਪ੍ਰੇਅਰ ਕਰੋ, ਕਿਉਂਕਿ ਜਿੱਥੇ ਉਹਨਾਂ ਨੂੰ ਭੇਜਿਆ ਸੀ ਉੱਥੇ ਅਜੇ ਪਵਿੱਤਰ ਆਤਮਾ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਦੀ ਜ਼ਿੰਦਗੀ 'ਚ। ਲਿਖਿਆ ਉਹ ਗਏ। ਹੁਣ ਉਹ ਜਿਹੜੇ ਜਿਨ੍ਹਾਂ ਦੇ ਕੋਲ ਭੇਜੇ ਗਏ ਆ ਉਹ ਵਚਨ ਨੂੰ ਵੀ ਜਾਣਦੇ ਆ, ਇਸੇ ਲਈ ਤੌਬਾ ਕੀਤੀ, ਇਸੇ ਲਈ ਬਪਤਿਸਮਾ ਲਿਆ ਉਹਨਾਂ ਨੇ। ਇਹਦਾ ਮਤਲਬ ਉਹ ਪ੍ਰਾਰਥਨਾ ਵੀ ਕਰਦੇ ਆ, ਉਹ ਵਚਨ ਵੀ ਸੁਣਦੇ ਆ, ਪਰ ਇੱਕ ਆਤਮਿਕ ਬਲੈਸਿੰਗ ਤੋਂ ਵਾਂਝੇ ਆ। ਇੱਕ ਆਤਮਿਕ ਆਸ਼ੀਸ਼ ਤੋਂ ਉਹ ਲੋਕ ਵਾਂਝੇ ਸੀ। ਤੇ ਹੁਣ ਉਹ ਆਤਮਿਕ ਆਸ਼ੀਸ਼ ਜਿਹੜੀ ਆ ਉਹਨਾਂ ਦੇ ਲਈ ਉਹਨਾਂ ਦੀ ਪ੍ਰੇਅਰ ਦੇ ਸਦਕਾ ਨਹੀਂ ਮਿਲਣੀ ਸੀ। ਉਹਦੀ ਆਤਮਿਕ ਆਸ਼ੀਸ਼ ਆ ਉਹ ਮੇਰੇ ਜੋ ਉਹਨਾਂ ਦੀ ਪ੍ਰੇਅਰ ਦੇ ਸਦਕਾ ਉਹਨਾਂ ਨੂੰ ਨਹੀਂ ਮਿਲਣੀ ਸੀ। ਉਹ ਕਿਸੇ ਹੋਰ ਢੰਗ ਦੇ ਨਾਲ ਪਰਮੇਸ਼ਰ ਨੇ ਉਹਨਾਂ ਲਈ ਰੱਖੀ ਹੋਈ ਸੀ। ਲਿਖਿਆ ਗਿਆ ਜਦੋਂ ਉਹਨਾਂ ਦੋਨਾਂ ਨੂੰ ਉੱਥੇ ਭੇਜਿਆ ਉਹਨਾਂ ਨੇ ਉਹਨਾਂ ਦੇ ਸਿਰਾਂ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਕੀ ਲਿਖਿਆ ਗਿਆ? ਕਹਿੰਦਾ ਉਹਨਾਂ ਦੇ ਉੱਤੇ ਕੀ ਹੋਣਾ ਸ਼ੁਰੂ ਹੋ ਗਿਆ? ਪਵਿੱਤਰ ਆਤਮਾ ਉਤਰਨਾ ਸ਼ੁਰੂ ਹੋ ਗਿਆ। ਮਤਲਬ ਦੋ ਆਤਮਿਕ ਜਨ ਭੇਜੇ ਤਾਂ ਕਿ ਉਹਨਾਂ ਦੇ ਸਿਰਾਂ ਤੇ ਹੱਥ ਰੱਖਣ। ਜਿਹੜੇ ਇੰਨੀਆਂ ਪ੍ਰਾਰਥਨਾਵਾਂ ਕਰ ਰਹੇ, ਜਿਨ੍ਹਾਂ ਨੇ ਤੌਬਾ ਕੀਤੀ, ਬਪਤਿਸਮਾ ਲਿਆ, ਜੀਵਨ ਬਦਲ ਲਿਆ, ਉਹਨਾਂ ਕੋਲ ਅਜੇ ਤੱਕ ਸਵਰਗੋਂ ਆਤਮਾ ਨਹੀਂ ਉਤਰਿਆ ਸੀ। ਤੇ ਪਰਮੇਸ਼ਵਰ ਦੇ ਜਨ ਨੇ ਆਪਣੇ ਦੋ ਚੇਲਨ ਭੇਜੇ, ਸੇਵਾਦਾਰਾਂ ਨੂੰ ਭੇਜਿਆ, ਜਾਓ ਪ੍ਰਾਰਥਨਾ ਕਰੋ। ਪਤਰਸ ਤੇ ਯਹੋਨਾ ਜਦੋਂ ਪ੍ਰਾਰਥਨਾ ਕਰਨ ਲੱਗੇ ਤਾਂ ਮੇਰੇ ਜੋ ਫਿਰ ਜਦੋਂ ਆਤਮਿਕ ਲੋਕ ਉਹਨਾਂ ਵਿੱਚ ਗਏ ਤੇ ਮੇਰੇ ਜੋ ਸਪਿਰਿਟ ਟ੍ਰਾਂਸਫਰ ਹੋ ਗਈ। ਸਪਿਰਿਟ ਟ੍ਰਾਂਸਫਰ ਹੋ ਗਿਆ। ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਨਾ ਸ਼ੁਰੂ ਹੋ ਗਿਆ। ਉਹ ਆਤਮਾ ਜਿਹੜਾ ਉਹਨਾਂ ਲੋਕਾਂ ਦੇ ਲਈ ਸਵਰਗੋਂ ਸਿੱਧਾ ਪ੍ਰਾਰਥਨਾ ਦੁਆਰਾ ਨਹੀਂ ਆ ਰਿਹਾ ਸੀ, ਕਿਉਂਕਿ ਪਰਮੇਸ਼ਰ ਨੇ ਉਹਨਾਂ ਦੇ ਲਈ ਪਵਿੱਤਰ ਆਤਮਾ ਠਹਿਰਾਇਆ ਹੀ ਹੋਰ ਢੰਗ ਨਾਲ ਸੀ। ਹਾਲੇਲੂਇਆ। ਕਈ ਵਾਰ ਸਾਡੀ ਕੋਈ ਆਸ਼ੀਸ਼, ਕਈ ਵਾਰ ਸਾਡੀ ਕੋਈ ਬਲੈਸਿੰਗ ਸਾਡੀ ਪ੍ਰਾਰਥਨਾ ਨਾਲ ਨਹੀਂ ਉਤਰ ਰਹੀਗੀ, ਸਾਡੀ ਫਾਸਟਿੰਗ ਨਾਲ ਨਹੀਂ ਉਤਰ ਰਹੀਗੀ, ਬਹੁਤਾ ਦੌੜ ਲਾਉਣ ਨਾਲ ਨਹੀਂ ਉਤਰ ਰਹੀ। ਤੇ ਉਹਦੇ ਲਈ ਪਰਮੇਸ਼ਰ ਦੀ ਰਮਜ ਨੂੰ ਸਮਝੋ ਕਿ ਪਰਮੇਸ਼ਰ ਚਾਹੁੰਦਾ ਕਿ ਅਸੀਂ ਕੁਝ ਲੋਕ ਇਕੱਠੇ ਹੋ ਕੇ ਪ੍ਰੇਅਰ ਕਰੀਏ, ਕੁਝ ਲੋਕ ਮਿਹਨਤ ਕਰੀਏ ਔਰ ਇਸ ਪ੍ਰੇਅਰ ਦੇ ਇਸ ਵਿਸ਼ੇ ਦੇ ਲਈ ਅਸੀਂ ਹੁਣ ਇਕੱਠੇ ਹੋਈਏ, ਇੱਕ ਦੂਜੇ ਨਾਲ ਤਾਲਮੇਲ ਰੱਖੀਏ, ਇੱਕ ਦੂਜੇ ਦੇ ਟੱਚ ਚ ਆਈਏ ਤਾਂ ਕਿ ਸਪਿਰਿਟ 2-4 ਬੰਦੇ ਇਕੱਠੇ ਹੋ ਕੇ ਜਦੋਂ ਪ੍ਰੇਅਰ ਕਰਨਗੇ, ਜਿਹੜੀ ਤੁਸੀਂ ਬਹੁਤ ਮਹੀਨਿਆਂ ਤੇ ਸਾਲਾਂ ਤੋਂ ਚੀਜ਼ ਮੇਰੇ ਜੋ ਆਪਣੀ ਪ੍ਰਾਰਥਨਾ ਨਾਲ ਨਹੀਂ ਪਾ ਸਕੇ, 2 ਜਾਂ 4 ਬੰਦਿਆਂ ਦੇ ਬੈਣ ਦੇ ਨਾਲ ਹੀ ਮੇਰੇ ਜੋ ਉਹ ਆਸ਼ੀਸ਼ ਔਰ ਬਲੈਸਿੰਗ ਖੁੱਲ ਸਕਦੀ ਆ। ਹਾਲੇਲੂਇਆ। ਹੁਣ ਲਾਲਚ ਨਾ ਕਰਨ ਲੱਗ ਪਇਓ, ਪਤਾ ਲੱਗੇ ਦੂਏ ਕਿਤੇ ਨਹੀਂ ਖੰਡ ਪੱਤੀ ਮੁੱਕੀ ਰਹਿੰਦੀ ਆ। ਲਾਲਚ ਨਾ ਕਰਨ ਲੱਗ ਪਇਓ।
ਉਹਨੂੰ ਸੱਦ ਲਓ, ਉਹਨੂੰ ਸੱਦ ਲਓ, ਉਹਨੂੰ ਸੱਦ ਲਓ। ਆਪ ਪੈਰਾਂ ਤੇ ਖੜੇ ਨਹੀਂ ਹੋਣਾ ਤੇ ਮਸੀਹ ਲੋਕਾਂ ਨੂੰ ਸੱਦ ਕੇ ਘਰ ਦਾ ਲੂਣ ਤੇਲ ਹੀ ਮਗਾ ਰੱਖਣਾ ਨਾ। ਪਹਿਲਾਂ ਬਣੋ ਇਦਾਂ ਦੇ, ਪਹਿਲਾਂ ਬਣੋ ਕਿ ਮੇਰੀ ਆਸ਼ੀਸ਼ ਜਿਹੜੀ ਆ, ਮੇਰੇ ਪਿੰਡ ਦੇ ਜਿੰਨੇ ਵਿਸ਼ਵਾਸੀ ਆ ਉਹਨਾਂ ਦੀ ਮੇਰੇ ਨਾਲ ਸਾਂਝ ਨਾਲ ਹੋਣੀ ਆ, ਸਾਂਝ ਨਾਲ ਕੰਮ ਹੋਣਾ ਆ। ਕੱਲੀ ਪ੍ਰੇਰ ਦੇ ਨਾਲ ਨਹੀਂ, ਸਾਂਝ ਵੀ ਰੱਖੋ। ਹੁਣ ਇਹ ਵੀ ਨਾ ਹੋਵੇ ਕਿ ਤੁਸੀਂ ਆਪਣੀ ਫੈਮਿਲੀ ਮੈਂਬਰਾਂ ਨਾਲ 751 ਰੱਖੋ ਤੇ ਗੁਆਂਢੀ ਵਿਸ਼ਵਾਸੀਆਂ ਨੂੰ ਲਿਆ ਕੇ ਪ੍ਰੇਮ ਦਿਖਾਈ ਜਾਓ। ਇਹ ਵੀ ਨਾ ਹੋਵੇ। ਤੁਸੀਂ ਆਪਣੇ ਟੱਬਰ 'ਚ ਇਕੱਠੇ ਹੋ ਕੇ ਬੈਠੋ ਨਾ, ਪੂਰਾ ਟੱਬਰ ਚਰਚ 'ਚ ਆਉਣ ਵਾਲਾ, ਪੂਰਾ ਟੱਬਰ ਬੈਠੋ ਨਾ, ਸੱਸ ਨੂੰ ਇਕੱਠੀਆਂ ਹੋ ਕੇ ਬੈਠਣ ਨਾ, ਦੂਏ ਪਿੰਡ ਤੋਂ ਵਿਸ਼ਵਾਸੀ ਘਰੇ ਸੱਦੇ ਹੋਏ ਹੋਣ, ਉਹਦਾ ਵੀ ਕੁਝ ਨਹੀਂ ਮਿਲਣਾ। ਪਹਿਲਾਂ ਘਰ ਦੇ ਵਿੱਚ ਸੁਧਰ ਜਾਓ, ਸੰਗਤ ਆਵੇਗੀ, ਸਭ ਕੁਝ ਸੁਧਰ ਜਾਏਗਾ। ਹਾਲੇਲੂਇਆ। ਪਹਿਲਾਂ ਰਿਸ਼ਤਿਆਂ ਨੂੰ, ਆਪਣੇ ਘਰ ਦੇ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਕਰ ਲਓ ਆਤਮਿਕ ਰੂਪ ਦੇ ਵਿੱਚ, ਫਿਰ ਤੁਸੀਂ ਆਪਣੇ ਘਰ ਦੇ ਵਿੱਚ ਇੰਟਰ ਕਰਾਓ ਉਹਨਾਂ ਲੋਕਾਂ ਨੂੰ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਆਤਮਿਕ ਆ, ਔਰ ਇਹਦੇ ਕੋਲ ਚਾਹੇ ਇਹਨੂੰ 2 ਘੰਟੇ ਬਿਠਾ ਲਓ, ਚਾਹੇ 4 ਘੰਟੇ ਬਿਠਾ ਲਓ, ਚਾਹੇ ਉਹਦੇ ਕੋਲ 4 ਘੰਟੇ ਬਹਿ ਲਓ। ਇਹਦੇ ਕੋਲ ਦੁਨੀਆ ਦੀ ਗੱਲ ਨਹੀਂ, ਸੰਸਾਰ ਦੀ ਗੱਲ ਨਹੀਂ, ਚੁਗਲੀ ਨਿੰਦਿਆ ਦੀ ਗੱਲ ਨਹੀਂ, ਇਹਦੇ ਕੋਲ ਕੇਵਲ ਰੱਬ ਦੀਆਂ ਗੱਲਾਂ ਆ। ਰੱਬ ਦੀਆਂ ਕੀਤੀਆਂ ਹੋਈਆਂ ਗੱਲਾਂ ਦੇ ਨਾਲ ਹੀ ਆਸ਼ੀਸ਼ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਕਹੋ ਕਿ ਪੌਣਾ ਘੰਟਾ ਰੱਬ ਵਿੱਚ ਬਹਿ ਲਈਏ ਤੇ 15 ਮਿੰਟ ਅਸੀਂ ਸੰਸਾਰ ਦੀ ਮਦਦ ਲੈ ਲਈਏ, ਉਹਦੇ ਨਾਲ ਵੀ ਜ਼ੀਰੋ ਆ। ਦੋਨੋਂ ਪੱਖਾਂ ਤੋਂ ਫਿਰ ਕੀ ਆ? ਜ਼ੀਰੋ ਆ। ਹੁਣ ਇਹ ਸਾਮਰੀ ਲੋਕਾਂ ਨੇ ਵਿਸ਼ਵਾਸ ਕੀਤਾ, ਤੌਬਾ ਕੀਤੀ, ਬਪਤਿਸਮਾ ਲਿਆ, ਪਰ ਪਵਿੱਤਰ ਆਤਮਾ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਪਰਮੇਸ਼ਵਰ ਨੇ ਪਵਿੱਤਰ ਆਤਮਾ ਸਾਂਝ ਨਾਲ ਦੇਣਾ ਸੀ ਕਿ ਰੱਖੋ ਸਾਂਝ ਪਹਿਲਾਂ ਆਲੇ ਦੁਆਲੇ। ਆਤਮਿਕ ਲੋਕਾਂ ਦੇ ਟੱਚ 'ਚ ਰਹੋ, ਆਤਮਿਕ ਲੋਕਾਂ ਦੀ ਸਹਿਯੋਗ 'ਚ ਰਹੋ, ਆਤਮਿਕ ਲੋਕਾਂ ਦੀ ਨਜ਼ਰ 'ਚ ਰਹੋ, ਆਤਮਿਕ ਲੋਕਾਂ ਦੇ ਨਾਲ ਬੈਠੋ ਉਠੋ, ਤਾਂ ਕਿ ਆਤਮਿਕ ਲੋਕ ਜੋ ਤੁਹਾਡੇ ਵਿੱਚ ਆਉਣਗੇ ਬਰਕਤ ਟ੍ਰਾਂਸਫਰ ਹੋਣੀ ਸ਼ੁਰੂ ਹੋਵੇ। ਯੂਸਫ ਦੇ ਹਿੱਸੇ ਦੀ ਬਰਕਤ ਯੂਸਫ ਦੇ ਮੇਰੇ ਉਸ ਸਥਾਨ ਨੂੰ ਮਿਲਣੀ ਸ਼ੁਰੂ ਹੋਈ ਜਿਸ ਸਥਾਨ ਦੇ ਉੱਤੇ ਉਹ ਠਹਿਰਾਇਆ ਗਿਆ ਸੀ। ਹੋ ਸਕਦਾ ਤੁਹਾਡੀ ਆਸ਼ੀਸ਼ ਤੁਹਾਡੇ ਗੁਆਂਢੀ ਦੇ ਵਸੀਲੇ ਤੁਹਾਨੂੰ ਮਿਲਣੀ ਹੋਵੇ। ਇਸੇ ਲਈ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਆਪਣੇ ਗੁਆਂਢੀ ਨੂੰ ਕੀ ਕਰ, ਕੀ ਕਰ, ਸਾਰੇ ਬੋਲੋ, ਆਪਣੇ ਗੁਆਂਢੀ ਨੂੰ, ਆਪਣੀ ਜ਼ੁਬਾਨ ਤੋਂ ਜ਼ੋਰ ਨਾ ਬੋਲੋ, ਆਪਣੇ ਗੁਆਂਢੀ ਨੂੰ ਜ਼ੋਰ ਨਾ। ਜਦ ਤੱਕ ਤੁਹਾਡੇ ਗੁਆਂਢੀ ਨੂੰ ਨਹੀਂ ਸੁਣਦਾ ਤਦ ਤੱਕ ਮੈਂ ਪੁੱਛੀ ਜਾਣਾ, ਆਪਣੇ ਗੁਆਂਢੀ ਨੂੰ ਨਹੀਂ, ਅਜੇ ਵੀ ਨਹੀਂ, ਮੈਨੂੰ ਆਵਾਜ਼ ਨਹੀਂ ਸੁਣੀ, ਪਿੱਛੇ ਬੋਲੋ, ਆਪਣੇ ਗੁਆਂਢੀ ਨੂੰ। ਹੁਣ ਯਾਦ ਕਰੋ ਕਿ ਕਿਹੜਾ ਆਪਣੇ ਗੁਆਂਢੀ ਨਾਲ ਪਿਆਰ ਰੱਖਦਾ ਪਿਆ ਆ। ਦੇਖੋ ਤੁਹਾਡੇ ਖੱਬੇ ਸੱਜੇ, ਤੁਹਾਡੇ ਅੱਗੇ ਬੂਹੇ ਨਾਲ ਬੂਹਾ ਜਿਨ੍ਹਾਂ ਦਾ ਕਰਦੇ ਆ ਪਿਆਰ, ਬੋਲੋ। ਗੁਆਂਢੀ ਨੂੰ ਅਸੀਂ ਬੁਲਾਉਂਦੇ ਨਹੀਂ ਕਿ ਤੀਏ ਪਾੜੇ ਤੋਂ ਸੱਦ ਲੈਂਦੇ ਆ, ਫੇਰ ਵੀ ਕੁਛ ਨਹੀਂ ਉਤਰਦਾ। ਰੱਬ ਮੇਲ ਮਿਲਾਪ ਦੇ ਨਾਲ ਆਸ਼ੀਸ਼ ਦਿੰਦਾ ਆ। ਕਿੰਨਾ ਚੰਗਾ ਤੇ ਸੋਹਣਾ ਆ ਭਾਈ ਮਿਲ ਜੁਲ ਕੇ ਵਸਣ, ਭਾਈ ਮਿਲ ਜੁਲ ਕੇ ਵਸਣ। ਤੇ ਬਾਈਬਲ ਦੇ ਮੁਤਾਬਕ ਭੈਣਾਂ ਵੀ ਭਾਈਆਂ ਦੇ ਰੂਪ ਦੇ ਵਿੱਚ ਪ੍ਰਭੂ ਦੀ ਨਜ਼ਰ 'ਚ, ਕਿਉਂਕਿ ਬਾਈਬਲ 'ਚ ਲਿਖਿਆ ਗਿਆ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਹਨਿਆਂ ਨੂੰ ਉਸ ਨੇ ਬੇਟੇ ਹੋਣ ਦਾ। ਪਰਮੇਸ਼ਰ ਬੇਟੇ ਹੀ ਬਣਾਉਂਦਾ ਆ, ਚਾਹੇ ਉਹ ਧਰਤੀ ਉੱਤੇ ਜਿਸਮਾਨੀ ਰੂਪ 'ਚ ਔਰਤ ਕਿਉਂ ਨਹੀਂ ਹੈ, ਪਰ ਪਰਮੇਸ਼ਰ ਦੀ ਨਜ਼ਰ 'ਚ ਉਹ ਬੇਟਾ ਹੀ ਹੈ। ਹਾਲੇਲੂਇਆ। ਸੱਚਾਈ ਮੰਨਣੀ ਪੈਂਦੀ ਆ। ਇੱਕ ਕੁੜੀ ਤੋਂ ਬਾਅਦ ਜਦੋਂ ਦੂਜੀ ਕੁੜੀ ਹੋ ਜਾਂਦੀ ਨਾ, ਹੁੰਦੇ ਤਾਂ ਨਿਰਾਸ਼ ਆ, ਪਰ ਜਦੋਂ ਕੋਈ ਹੁੰਦਾ ਨਾ, ਨਹੀਂ ਨਹੀਂ ਕੁੜੀਆਂ ਵੀ ਮੁੰਡਿਆਂ ਨਾਲੋਂ ਕਿਤੇ ਘੱਟ ਆ, ਮਨ ਦੀ ਤਸੱਲੀ, ਮਨ ਦੀ ਤਸੱਲੀ ਨਹੀਂ ਹੁੰਦੀ, ਇਹ ਸੱਚਾਈ ਹੁੰਦੀ ਆ, ਇਹ ਅਸਲ ਸੱਚਾਈ ਆ। ਉਹ ਮਨ ਦੀ ਤਸੱਲੀ ਨਾਲ ਨਹੀਂ ਗੱਲ ਕਰ ਰਹੇ ਹੁੰਦੇ ਕਿ ਕੋਈ ਗੱਲ ਨਹੀਂ ਮੁੰਡੇ ਵੀ ਕਿਹੜੇ ਕੁੜੀਆਂ ਕਿਹੜੀ ਮੁੰਡਿਆਂ ਨਾਲੋਂ ਘੱਟ ਆ। ਇਹ ਉਹ ਆਪਣੇ ਅੰਦਰ ਇੱਕ ਦਰਦ ਨੂੰ ਛੁਪਾ ਕੇ ਮੂੰਹੋਂ ਕੁਝ ਕਹਿੰਦੇ ਹੁੰਦੇ ਆ, ਲੇਕਿਨ ਧਿਆਨ ਦਿਓ ਉਹ ਕੁਝ ਛੁਪਾ ਨਹੀਂ ਰਹੇ ਹੁੰਦੇ, ਉਹ ਅਸਲ ਸੱਚਾਈ ਦੱਸ ਰਹੇ ਹੁੰਦੇ। ਕਿਉਂਕਿ ਪਰਮੇਸ਼ਰ ਦੀ ਨਜ਼ਰ 'ਚ ਇੱਕੋ ਹੀ ਰੁਤਬਾ ਆ ਪੁੱਤਰਾਂ ਦਾ। ਪੌਲਸ ਨੂੰ ਪੜ੍ਹ ਕੇ ਦੇਖਿਓ ਤੁਸੀਂ, ਜਦੋਂ ਰੋਮੀਆਂ ਨੂੰ ਪੜ੍ਹੋਗੇ ਉਹਦੇ 'ਚ ਉਹਨੂੰ ਕਲੀਅਰ ਕਰ ਦਿੱਤਾ ਆ ਕਿ ਤੁਸੀਂ ਪੁੱਤਰ ਹੋ, ਤੇ ਪੁੱਤਰ ਤੇ ਨਾਲੇ ਸਵਰਗ ਰਾਜ ਦੇ ਅਧਿਕਾਰੀ ਵੀ ਹੋ। ਹਾਲੇਲੂਇਆ। ਇਹ ਅਧਿਕਾਰ ਔਰ ਇਹ ਆਸ਼ੀਸ਼ ਉਦੋਂ ਮਿਲਣੀ ਆ ਜਦੋਂ ਅਸੀਂ ਸਾਰਿਆਂ ਦੇ ਨਾਲ ਸਾਂਝ ਰੱਖਾਂਗੇ। ਸਾਡੀਆਂ ਕੁਝ ਬਰਕਤਾਂ ਤੁਹਾਡੇ ਨਾਲ ਆ, ਤੁਹਾਡੀਆਂ ਕੁਝ ਬਰਕਤਾਂ ਸਾਡੇ ਨਾਲ ਆ, ਸਾਡੀਆਂ ਤੇ ਤੁਹਾਡੀਆਂ ਕੁਝ ਬਰਕਤਾਂ ਸਾਡੇ ਇਕੱਠਿਆਂ ਦੀ ਦੁਆ ਨਾਲ ਖੁਦਾ ਕੋਲ ਆ। ਹਾਲੇਲੂਇਆ। ਕੁਝ ਖੁਦਾ ਦੇ ਕੋਲ ਆ।
ਤੇ ਇਹ ਮਿਲਣੀਆਂ ਕਦੋਂ ਆ? ਹੁਣ ਬਾਈਬਲ 'ਚ ਲਿਖਿਆ ਗਿਆ, ਜਦੋਂ ਪੁਰਾਣੇ ਨਿਯਮ ਨੂੰ ਪੜ੍ਹਦੇ ਆ, ਕਹਿੰਦਾ ਜੋ ਪੂਰਬ ਨੇ ਲਿਆ, ਪੂਰਬ ਤੋਂ, ਪੱਛਮ ਤੋਂ, ਉੱਤਰ ਤੋਂ, ਦੱਖਣ ਤੋਂ ਕਿ ਆ ਕੇ ਇਕੱਠਾ ਕਰਕੇ ਤੈਨੂੰ ਮੋੜ ਕੇ ਦਵਾਂਗਾ। ਇਹ 4 ਦਿਸ਼ਾਵਾਂ ਹੀ ਨਹੀਂ ਕਹੀਆਂ ਗਈਆਂ, ਇਹ ਇਸ਼ਾਰਾ ਕੀਤਾ ਗਿਆ ਹੈ ਕਿ ਚਾਰੇ ਦਿਸ਼ਾਵਾਂ 'ਚ ਰਹਿਣ ਵਾਲੇ ਜਿੰਨੇ ਵਿਸ਼ਵਾਸੀ ਹੋ ਤੁਹਾਡੇ, ਜਦੋਂ ਇਕੱਠੇ ਹੋ ਕੇ ਬੈਠੋਗੇ ਜ਼ਰੂਰ ਆਸ਼ੀਸ਼ ਆਵੇਗੀ, ਜ਼ਰੂਰ ਆ ਕੇ ਬਰਕਤ ਆਵੇਗੀ। ਹਾਲੇਲੂਇਆ। ਪਰ ਆਉਣੀ ਉਦੋਂ ਆ ਜਦੋਂ ਅਸੀਂ ਇਕੱਠੇ ਹੋਵਾਂਗੇ। ਇੱਥੇ ਯਾਕੂਬ ਨੇ ਕੀ ਕਿਹਾ? ਕਹਿੰਦਾ ਮੈਂ ਜਾਣਦਾ ਆ ਕਿ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ। 30 ਦੀ 30 ਉਤਪਤੀ ਕਿਤਾਬ। ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ। 30 ਦੀ 30। ਪਰ ਯਹੋਵਾ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਪਰ ਪਰਮੇਸ਼ਵਰ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਹੁਣ ਮੈਂ ਆਪਣੇ ਘਰ ਲਈ ਵੀ ਕਦ ਕੁਝ ਕਰਾਂ। ਹੁਣ ਮੈਂ ਆਪਣੇ ਘਰ ਲਈ ਵੀ ਜਾਣਾ ਤੇ ਉੱਥੇ ਲਈ ਵੀ ਕੁਝ ਕਰਨਾ ਆ, ਕਿਉਂਕਿ ਮੇਰੇ ਕਰਕੇ ਤੈਨੂੰ ਪਰਮੇਸ਼ਵਰ ਨੇ ਤੇਰੇ ਕਦਮ ਤੇ ਕਦਮ ਤੇ ਤੈਨੂੰ ਬਰਕਤ ਦਿੱਤੀ, ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਆ। ਹੁਣ ਮੈਂ ਆਪਣੇ ਘਰ ਜਾਵਾਂਗਾ ਤੇ ਹੁਣ ਆਪਣੀ ਬਰਕਤ ਵੀ ਲਵਾਂਗਾ, ਕਿਉਂਕਿ ਮੈਨੂੰ ਪਰਮੇਸ਼ਵਰ ਨੇ ਤੇਰੀ ਬਰਕਤ ਦੇ ਖੁੱਲਣ ਲਈ ਇੱਥੇ ਸੱਦਿਆ ਸੀ ਤੇ ਮੈਂ 20 ਸਾਲ ਤੇਰੇ ਕੋਲ ਤੇਰੀ ਬਰਕਤ ਲਈ ਟਿਕਿਆ ਰਿਹਾ ਕਿ ਤੇਰੀ ਬਰਕਤ ਤੇਰੇ ਲਈ ਖੁੱਲ ਜਾਵੇ, ਤੇਰੀ ਆਸ਼ੀਸ਼ ਖੁੱਲੇ। ਤੇ ਕਿਤੇ ਨਹੀਂ ਲਿਖਿਆ ਗਿਆ ਕਿ ਲਬਾਨ ਨੇ ਯਾਕੂਬ ਨਾਲ ਬਹਿ ਕੇ ਪ੍ਰੇਅਰ ਕੀਤੀ ਹੋਵੇਗੀ, ਕਿਤੇ ਨਹੀਂ ਲਿਖਿਆ। ਪਰ ਪਰਮੇਸ਼ਵਰ ਨੇ ਫਿਰ ਵੀ ਯਾਕੂਬ ਦੇ ਕਰਕੇ ਲਬਾਨ ਨੂੰ ਇਹਨਾਂ 20 ਸਾਲਾਂ 'ਚ ਇੰਨੀ ਬਰਕਤ ਦਿੱਤੀ, ਕਹਿੰਦਾ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ, ਪਰ ਹੁਣ ਪਰਮੇਸ਼ਵਰ ਨੇ ਪੈਰ ਪੈਰ ਤੇ ਤੈਨੂੰ ਬਰਕਤ ਦੇ ਦਿੱਤੀ ਆ। ਹੁਣ ਮੈਨੂੰ ਜਾਣ ਦੇ ਕਿ ਮੈਂ ਜਾਵਾਂ ਤੇ ਮੈਂ ਆਪਣੇ ਘਰ ਲਈ ਵੀ ਮਿਹਨਤ ਕਰਾਂ ਤੇ ਕੁਝ ਕਰਾਂ, ਮੈਂ ਆਪਣੀ ਬਰਕਤ ਵੀ ਖੁੱਲਾਵਾਂ। ਕਈ ਵਾਰ ਤੁਸੀਂ ਕਿਸੇ ਦੀ ਬਰਕਤ ਦਾ ਕਾਰਨ ਬਣ ਜਾਂਦੇ ਆ ਤੇ ਪਰ ਧਿਆਨ ਰੱਖੋ, ਫਿਰ ਵਾਪਸ ਜਦੋਂ ਆਪਣੇ ਘਰ ਆਓਗੇ ਤੁਸੀਂ ਆਪਣੀ ਬਰਕਤ ਨੂੰ ਵੀ ਆਪਣੇ ਘਰ 'ਚ ਖੁੱਲਾ ਹੋਇਆ ਵੇਖੋਗੇ। ਤੁਸੀਂ ਦੂਜੇ ਦੀ ਕਈ ਵਾਰ ਬਰਕਤ ਬੰਦ ਦਿੰਦੇ ਆ, ਤੁਹਾਡੀ ਆਪਣੀ ਘਰ ਵੀ ਬੱਜੀ ਰਹਿ ਜਾਂਦੀ ਆ, ਆਪਣੇ ਘਰ ਦੀ ਵੀ ਬੱਜੀ ਰਹਿ ਜਾਂਦੀ। ਇਸ ਲਈ ਇੱਕ ਦੂਜੇ ਨਾਲ ਮੇਲ ਮਿਲਾਪ ਰੱਖੋ, ਕਿਉਂਕਿ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਰੱਖਣ ਨਾਲ ਹੋਲੀ ਸਪਿਰਿਟ ਇੱਕ ਦੂਜੇ ਵਿੱਚ ਟਰਾਂਸਫਰ ਹੁੰਦਾ ਆ, ਬਰਕਤਾਂ ਟਰਾਂਸਫਰ ਹੁੰਦੀਆਂ ਆ, ਆਸ਼ੀਸ਼ਾਂ ਟਰਾਂਸਫਰ ਹੁੰਦੀਆਂ ਆ। ਜਿਹੜੀਆਂ ਮੇਰੇ ਕੋਲ ਤੁਹਾਡੀਆਂ ਆ ਤੁਹਾਡੇ ਕੋਲ ਆਉਣਗੀਆਂ, ਕਿ ਤੁਹਾਡੇ ਕੋਲ ਮੇਰੀਆਂ ਆ ਉਹ ਮੇਰੇ ਕੋਲ ਫੇਰ ਹੀ ਆਉਣਗੀਆਂ ਜੇ ਇਕੱਠੇ ਹੋਵਾਂਗੇ। ਹੁਣ ਬੰਦਗੀ ਤੋਂ ਬਾਅਦ ਮੇਰੇ ਤੋਂ ਟਾਈਮ ਲੈਣ ਨਾ ਜੇ ਪਾਸੇ ਤੁਸੀਂ ਮੇਰੇ ਆਓ ਮੇਰੇ ਆਓ ਮੇਰੇ ਆਓ, ਤੁਸੀਂ ਆਪਣੇ ਆਪਣੇ ਗੁਆਂਢੀਆਂ ਨੂੰ ਸੱਦੋ ਜਿਹੜੇ ਤੁਸੀਂ ਮਸੀਹ ਦੇ ਵਿੱਚ ਆ। ਬੈਠੋ, ਇੱਕ ਦਿਨ ਇਹਦੇ ਘਰ ਬੈਠੋ, ਇੱਕ ਦਿਨ ਦੂਏ ਦੇ ਘਰ ਬੈਠੋ, ਗਰੁੱਪ ਬਣਾ ਕੇ ਉਹਦੇ ਘਰ ਬੈਠੋ, ਪ੍ਰੇਅਰ ਕਰੋ, ਪਰਮੇਸ਼ਰ ਇਹਨਾਂ ਦੀ ਬਰਕਤ ਖੋਲ। ਦੂਏ ਦਿਨ ਤੁਹਾਡੇ ਘਰ ਬੈਠਣ, ਪਰਮੇਸ਼ਰ ਇਹਨਾਂ ਦੀ ਬਰਕਤ ਖੋਲ। ਤੀਏ ਦਿਨ ਤੀਏ ਦੇ ਘਰ ਬੈਠੋ, ਪਰਮੇਸ਼ਰ ਇਹਨਾਂ ਦੀ ਬਰਕਤ ਖੋਲ। ਬਰਕਤ 1 ਬਾਈ 1 ਬਰਕਤਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ। ਤੇ ਜੇ ਬੰਨੀ ਰੱਖੋਗੇ, ਕਿਸੇ ਦੀ ਬੰਨੀ ਰੱਖੋਗੇ, ਤੁਹਾਡੀਆਂ ਵੀ ਬੱਚੀਆਂ ਰਹਿ ਜਾਣਗੀਆਂ। ਹਾਲੇਲੂਇਆ। ਤੁਹਾਡੀਆਂ ਵੀ ਬੱਚੀਆਂ ਹੀ ਰਹਿ ਜਾਣਗੀਆਂ, ਖੁੱਲਣਗੀਆਂ ਨਹੀਂ, ਕਿਉਂਕਿ ਸ਼ੈਤਾਨ ਦੀ ਯੋਜਨਾ ਆ ਤੁਹਾਡੀਆਂ ਬਰਕਤਾਂ ਨੂੰ ਬੰਨ ਕੇ ਰੱਖਣ ਦੇ ਲਈ, ਤੁਹਾਡੀਆਂ ਆਸ਼ੀਸ਼ਾਂ ਨੂੰ ਬੰਨ ਕੇ ਰੱਖਣ ਦੇ ਲਈ। ਇੱਕ ਹੋਰ ਆਇਤ 'ਚ ਅਸੀਂ ਜਾਵਾਂਗੇ, ਰਸੂਲਾਂ ਦੀ ਕਿਤਾਬ 2 ਅਧਿਆਏ ਉਹਦੀ 40 ਆਇਤ ਤੋਂ। ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਵੀ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ। ਆਪਣੇ ਆਪ ਨੂੰ ਪਾਪੀ ਲੋਕਾਂ ਤੋਂ ਬਚਾ ਕੇ ਰੱਖੋ, ਸੰਸਾਰਿਕ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ, ਕਿਉਂਕਿ ਜਿਹੜੀਆਂ ਜ਼ਿੰਦਗੀਆਂ ਪਰਮੇਸ਼ਵਰ ਦੇ ਅੱਗੇ ਅਜੇ ਪਾਪੀ ਆ ਉਹ ਤੁਹਾਡੇ ਲਈ ਖਤਰਨਾਕ ਆ, ਉਹ ਤੁਹਾਡੇ ਲਈ ਆਸ਼ੀਸ਼ ਦਾ ਕਾਰਨ ਨਹੀਂ ਆ। ਜਿਹਦੇ ਨਾਲ ਵੀ ਬੈਠ ਕੇ ਤੁਸੀਂ ਗੁਫ਼ਤਗੂ ਕਰਦੇ ਆ, ਜਿਹਦੇ ਨਾਲ ਬੈਠ ਕੇ ਤੁਸੀਂ ਸਲਾਹਾਂ ਕਰਦੇ ਆ, ਪਹਿਲਾਂ ਇਹ ਦੇਖੋ ਇਹ ਆਤਮਿਕ ਆ ਜਾਂ ਸੰਸਾਰਿਕ ਆ, ਇਹ ਧਾਰਮਿਕ ਆ ਜਾਂ ਪਾਪ ਦੇ ਵਿੱਚ ਆ। ਫਿਰ ਦੇਖੋ ਜੇ ਤੇ ਇਹ ਆਤਮਾ 'ਚ ਕਿੰਨੇ ਲੈਵਲ 'ਚ ਆ, ਕਿਉਂਕਿ ਆਤਮਿਕ ਬੰਦੇ ਦੇ ਲਈ ਪਾਪੀ ਬੰਦਾ ਖਤਰਨਾਕ ਆ। ਉਹ ਤੁਹਾਨੂੰ ਸਰੀਰਕ ਰੂਪ ਦੇ ਵਿੱਚ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ, ਲੇਕਿਨ ਆਤਮਿਕ ਰੂਪ 'ਚ ਤੁਹਾਡੀਆਂ ਬਹੁਤ ਸਾਰੀਆਂ ਆਸ਼ੀਸ਼ਾਂ ਤੋਂ ਤੁਹਾਨੂੰ ਵਾਂਝਾ ਰੱਖ ਸਕਦਾ ਆ, ਤੁਹਾਨੂੰ ਖਾਲੀ ਰੱਖ ਸਕਦਾ ਆ। ਕੋਈ ਚਰਚ ਜਾਂਦਾ ਆ, ਉਹ ਤੋਂ ਇਹ ਜੱਜਮੈਂਟ ਨਾ ਲਾ ਲਓ ਕਿ ਬਹੁਤ ਆਤਮਿਕ ਆ। ਕੋਈ ਬਹੁਤ ਘੰਟੇ ਰੱਬ ਨੂੰ ਦਿੰਦਾ ਆ, ਚਰਚ ਨੂੰ ਦਿੰਦਾ ਆ, ਤੋਂ ਇਹ ਨਾ ਲਾ ਲਓ ਕਿ ਬਹੁਤ ਆਤਮਿਕ ਆ। ਉਹਦੇ ਕੰਮਾਂ ਤੋਂ, ਉਹਦੇ ਸੁਭਾਅ ਤੋਂ, ਉਹਦੇ ਕਰੈਕਟਰ ਤੋਂ ਜਾਣੋਗੇ ਕਿੰਨਾ ਵਚਨ ਦੇ ਵਿੱਚ, ਫਿਰ ਉਹ ਤੁਹਾਡੇ ਲਈ ਆਸ਼ੀਸ਼ ਦਾ ਕਾਰਨ ਬਣੇਗਾ ਹੀ ਬਣੇਗਾ, ਫਿਰ ਤੁਹਾਡੇ ਲਈ ਬਰਕਤ ਦਾ ਕਾਰਨ ਬਣੇਗਾ ਹੀ ਬਣੇਗਾ। ਇਸੇ ਲਈ ਪ੍ਰਭੂ ਦਾ ਦਾਸ ਇਸ ਗੱਲ ਨੂੰ ਬਿਆਨ ਕਰਦਾ, ਹਾਂਜੀ, ਵੀ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ। ਆਪਣੇ ਆਪ ਨੂੰ ਇਸ ਕੱਬੀ ਪੀੜੀ ਤੋਂ ਬਚਾ ਕੇ ਰੱਖੋ।
ਪਾਪ ਕਰਨ ਵਾਲੀ ਪੀੜ੍ਹੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ, ਕਿਉਂਕਿ ਬੁਰੀਆਂ ਸੰਗਤਾਂ, ਬੁਰੇ ਸੁਭਾਅ, ਬੁਰੀਆਂ ਗੱਲਾਂ ਹਮੇਸ਼ਾ ਚੰਗੇ ਚੱਲਣਾ ਨੂੰ ਵਿਗਾੜ ਦਿੰਦੀਆਂ ਨੇ। ਤੁਸੀਂ ਮਾੜੇ ਲੋਕਾਂ ਦੀ ਸੁਸਾਇਟੀ ਦੇ ਵਿੱਚ, ਮਾੜੇ ਮੁੰਡਿਆਂ ਦੀ ਸੁਸਾਇਟੀ ਦੇ ਵਿੱਚ 2-3 ਭਾਈ ਇੱਕ ਦਿਨ ਜਾਂ ਦੂਏ ਦਿਨ 2 ਦਿਨ ਲਗਾਤਾਰ ਉਹਨਾਂ 'ਚ ਖੜੇ ਹੋ ਜਾਓ, ਪਿੰਡ ਵਾਲਿਆਂ ਨੇ ਤੁਹਾਨੂੰ ਵੀ ਉਸ ਗਰੁੱਪ ਦੇ ਮੈਂਬਰ ਹੀ ਗਿਣ ਲੈਣਾ। 4 ਜਣੇ ਤਾਸ਼ ਖੇਡਣ ਵਾਲੇ ਆ, ਤੁਸੀਂ ਜਾ ਕੇ ਉਹਨਾਂ ਦੇ ਨਾਲ ਉਦਾਂ ਹੀ ਇੱਕ ਦਿਨ ਬਹਿ ਲਓ, ਫਿਰ ਦੂਏ ਦਿਨ ਬਹਿ ਲਓ, ਦੇਖਣ ਵਾਲਿਆਂ ਨੇ ਇੱਥੋਂ ਲੱਗੋ ਲੰਘਣ ਵਾਲਿਆਂ ਨੇ ਤੁਹਾਨੂੰ ਵੀ ਤਾਸ਼ ਖੇਡਣ ਤੋਂ ਜੂਆ ਖੇਡਣ ਵਾਲੇ ਮੰਨ ਲੈਣਾ ਕਿ ਜੂਆ ਖੇਡਣ ਵਾਲਾ ਬੰਦਾ। ਭੰਗ ਪੀਣ ਵਾਲਿਆਂ ਨਾਲ 2 ਦਿਨ ਖੜੇ ਹੋ ਜਾਓ ਤੁਸੀਂ 10-10 ਮਿੰਟ, ਦੇਖਣ ਵਾਲਿਆਂ ਨੇ ਤੁਹਾਨੂੰ ਵੀ ਭੰਗੀ ਪੋਸਟ ਹੀ ਕਹਿਣਾ ਸ਼ੁਰੂ ਕਰ ਦੇਣਾ। ਹਾਲੇਲੂਇਆ। 2 ਦਿਨ ਲਗਾਤਾਰ ਸਕੂਟਰੀ ਤੇ ਤੁਸੀਂ ਲਿਫਟ ਦਿਓ ਕਿਸੇ ਸ਼ਰਾਬੀ ਨੂੰ, 2 ਦਿਨ ਲਗਾਤਾਰ, ਤੀਏ ਦਿਨ ਤੁਹਾਡੇ ਗੁਆਂਢੀਆਂ ਨੇ ਤੁਹਾਨੂੰ ਸ਼ਰਾਬੀ ਕਹਿਣਾ ਸ਼ੁਰੂ ਕਰ ਦੇਣਾ ਕਿ ਇਹ ਵੀ ਉਧਰ ਨੂੰ ਤੁਰਿਆ ਰਹਿੰਦਾ ਉਹਦੇ ਨਾਲ ਹੀ। ਕਿਉਂ? ਕਿਉਂਕਿ ਤੁਹਾਡਾ ਮਨ ਲੱਗ ਗਿਆ ਉਹਦੇ ਨਾਲ, ਤਦੇ ਹੀ ਦੂਏ ਦਿਨ ਵੀ ਜਾ ਕੇ ਖੜੇ ਹੋਏ ਆ, ਤੀਏ ਦਿਨ ਵੀ ਜਾ ਕੇ ਖੜੇ ਹੋਏ, ਤਦੇ ਲਿਫਟ ਦਿੰਨੇ ਆ, ਕਿਉਂਕਿ ਉਹਦਾ ਸੁਭਾਅ ਟ੍ਰਾਂਸਫਰ ਹੋ ਗਿਆ ਹੁੰਦਾ ਹੈ। ਇਸੇ ਲਈ ਪ੍ਰਭੂ ਦਾ ਦਾਸ ਬਿਆਨ ਕਰਦਾ ਆ, ਕਹਿੰਦਾ ਤੁਸੀਂ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਤੋਂ ਬਚਾ ਕੇ ਰੱਖੋ। ਇੱਕ ਕੱਬੀ ਪੀੜ੍ਹੀ ਸਰੀਰਕ ਰੂਪ 'ਚ ਤੁਹਾਡਾ ਨੁਕਸਾਨ ਨਹੀਂ ਕਰ ਰਹੀ, ਆਤਮਿਕ ਰੂਪ ਦੇ ਵਿੱਚ ਤੁਹਾਡੀਆਂ ਆਸ਼ੀਸ਼ਾਂ ਤੋਂ ਤੁਹਾਨੂੰ ਵਾਂਝਾ ਕਰ ਰਹੀ ਹੈ, ਤੁਹਾਡੇ ਸੁਭਾਅ ਨੂੰ ਬਦਲਣਾ ਚਾਹੁੰਦੀ ਹੈ, ਤੁਹਾਡੇ ਸੁਭਾਅ ਨੂੰ ਖਤਮ ਕਰਨਾ ਚਾਹੁੰਦੀ, ਜਿਹੜਾ ਸੁਭਾਅ ਤੁਹਾਡੇ ਅੰਦਰ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਉਹ ਖਤਮ ਕਰਨਾ ਚਾਹੁੰਦੀ ਹੈ। ਇਹ ਉਹ ਲੋਕ ਜਿਹੜੇ ਪਰਮੇਸ਼ਵਰ ਨੂੰ ਨਾ ਮੰਨਦੇ, ਨਾ ਮੰਨਣ ਦੇਣਾ ਚਾਹੁੰਦੇ। ਇਹ ਉਹ ਲੋਕ ਜਿਹੜੇ ਆਪ ਪਰਮੇਸ਼ਵਰ ਤੋਂ ਅਪਰਵਾਨ ਆ ਤੇ ਤੁਹਾਨੂੰ ਵੀ ਅਪਰਵਾਨ ਹੀ ਕਰਾਉਣਾ ਚਾਹੁੰਦੇ ਆ। ਇਸੇ ਲਈ ਬਾਈਬਲ ਦੇ ਵਿੱਚ ਇਸ ਗੱਲ ਨੂੰ ਲਿਖਿਆ, ਆਪਣੇ ਆਪ ਨੂੰ ਕੱਬੀ ਪੀੜ੍ਹੀ ਤੋਂ ਬਚਾ ਕੇ ਰੱਖੋ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ, ਜਿਨ੍ਹਾਂ ਉਹਦੀ ਗੱਲ ਮੰਨ ਲਈ, ਉਹਨਾਂ ਨੇ ਬਪਤਿਸਮਾ ਲਿਆ, ਉਹਨਾਂ ਨੇ ਬਪਤਿਸਮਾ ਲਿਆ, ਅਤੇ ਉਸ ਦਿਨ ਤੱਕ 3000 ਜਣੇ ਉਹਨਾਂ ਵਿੱਚ ਰਲ ਗਏ। ਕਿੰਨੇ? 3000 ਹਾਂਜੀ, ਉਹਨਾਂ 'ਚ ਰਲ ਗਏ। ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ, ਸੰਗਤ ਵਿੱਚ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਰੋਟੀ ਤੋੜਨ ਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਅੱਗੇ ਹਰ ਇੱਕ ਜਨ ਨੂੰ ਡਰ ਲੱਗਾ, ਹਰ ਇੱਕ ਜਨ ਨੂੰ ਡਰ ਲੱਗਾ, ਔਰ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ, ਕਿਉਂ ਜੋ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਣ ਲੱਗ ਪਏ। ਜੇ ਉਸ ਵੇਲੇ ਰੱਬ ਦੀ ਗੱਲ ਮੰਨ ਲਈ ਕਿ ਕੱਬੀ ਪੀੜ੍ਹੀ ਤੋਂ ਉਹਨਾਂ ਨੇ ਆਪਣੇ ਆਪ ਨੂੰ ਵੱਖਰਿਆ ਰੱਖਿਆ, ਤੇ ਲਿਖਿਆ ਗਿਆ ਕਿ ਉਹਨਾਂ ਨੇ ਰਸੂਲਾਂ ਦੇ ਨਾਲ ਨਿਤ ਰੋਜ਼ ਪ੍ਰਾਰਥਨਾ ਕਰਨੀ, ਰੋਜ਼ ਸਾਂਝੀ ਰੋਟੀ ਕਰਨੀ ਸ਼ੁਰੂ ਕਰ ਦਿੱਤੀ, ਤੇ ਬਹੁਤ ਸਾਰਾ ਗਰੁੱਪ ਵੱਡਾ ਹੋ ਗਿਆ। ਫਿਰ ਬਹੁਤ ਸਾਰੇ ਲੋਕ ਉਹਨਾਂ ਤੋਂ ਡਰਨ ਲੱਗੇ, ਕਿਉਂਕਿ ਪਰਮੇਸ਼ਵਰ ਆਪਣੇ ਮੌਜ ਦੇ ਚਮਤਕਾਰ ਤੇ ਅਚੰਭੇ ਕਰਨੇ ਸ਼ੁਰੂ ਕਰਨ ਲੱਗ ਪਿਆ। ਕਦੋਂ ਮੌਜ ਦੇ ਹੋਣੇ ਸ਼ੁਰੂ ਹੋਏ, ਕਦੋਂ ਚਮਤਕਾਰ ਹੋਣੇ ਸ਼ੁਰੂ ਹੋਏ, ਕਦੋਂ ਰੱਬ ਦੇ ਕੰਮ ਹੋਣੇ ਸ਼ੁਰੂ ਹੋਏ, ਕਦੋਂ ਲੋਕਾਂ ਦੇ ਵਿੱਚ ਪਰਮੇਸ਼ਵਰ ਦਾ ਕੰਮ ਦਿਖਾਈ ਦੇਣ ਲੱਗਾ? ਜਦੋਂ ਰਸੂਲ ਇਕੱਠੇ ਹੋ ਕੇ ਬੈਠਣ ਲੱਗ ਪਏ, ਜਦੋਂ ਇੱਕ ਥਾਂ ਤੇ ਉਹਨਾਂ ਦਾ ਖਾਣਾ ਪੀਣਾ ਸਾਂਝਾ ਹੋਣ ਲੱਗ ਪਿਆ, ਜਦੋਂ ਪ੍ਰਾਰਥਨਾ ਇਕੱਠੀ ਹੋਣ ਲੱਗ ਪਈ। ਕਿਉਂਕਿ ਇਹ ਗੱਲ ਕਿਉਂ ਕਹੀ? ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਕਿ ਸਾਰੀ ਕੱਬੀ ਪੀੜ੍ਹੀ ਆ, ਜਿਨ੍ਹਾਂ ਨੇ ਮੇਰੇ ਹੱਥਾਂ ਪੈਰਾਂ 'ਚ ਕਿੱਲ ਠੋਕੇ ਆ, ਮੇਰੇ ਸਿਰ ਤੇ ਕੰਡਿਆਂ ਦਾ ਤਾਜ ਪਹਿਨਾਇਆ, ਮੂੰਹ ਤੇ ਥੁੱਕਿਆ, ਦਾੜੀ ਨੋਚੀ ਆ, ਇਹ ਸਭ ਲੋਕ ਜਿਹੜੇ ਆ ਪਾਪ ਕਰਨ ਵਾਲੇ ਲੋਕ ਆ। ਤੇ ਇਹ ਜਿਹੜੇ ਗਰੁੱਪ ਆ, ਇਹ ਗਰੁੱਪ ਵੀ ਖਤਮ ਹੋ ਸਕਦਾ ਆ, ਇਹ ਲੋਕ ਵੀ ਖਤਮ ਹੋ ਸਕਦੇ, ਰਸੂਲ ਵੀ ਖਤਮ ਹੋ ਸਕਦੇ, ਜੇ ਇਹਨਾਂ ਨੇ ਉਹਨਾਂ ਨਾਲ ਸਾਂਝ ਰੱਖ ਲਈ। ਜੇ ਇਹ ਪਾਪੀਆਂ ਨਾਲ ਰਲ ਗਏ ਤੇ ਇਹ ਵੀ ਪਾਪੀ ਹੋ ਜਾਣੇ ਆ, ਤੇ ਰੱਬ ਦੇ ਚਿੰਨ ਚਮਤਕਾਰ ਜਿਹੜੇ ਉਹ ਹੋਣੇ ਨਹੀਂ ਆ। ਇਸੇ ਕਰਕੇ ਪਰਮੇਸ਼ਰ ਨੇ ਇਹ ਗੱਲ ਆਖੀ ਕਿ ਆਪਣੇ ਆਪ ਨੂੰ ਪਾਪੀ ਲੋਕਾਂ ਤੋਂ ਬਚਾ ਕੇ ਰੱਖਿਓ, ਸਾਂਝੀ ਪ੍ਰਾਰਥਨਾ ਕਰਿਓ। ਹਾਲੇਲੂਇਆ। ਪੜਿਓ ਫਿਰ ਉਤੋਂ, ਆਪਣੇ ਆਪ ਨੂੰ ਕੱਬੀ ਪੀੜ੍ਹੀ ਤੋਂ ਬਚਾ ਕੇ ਰੱਖਿਓ। ਸੋ ਜਿਨ੍ਹਾਂ ਦੀ ਗੱਲ ਮੰਨ ਲਈ, ਜਿਨ੍ਹਾਂ ਨੇ ਗੱਲ ਮੰਨ ਲਈ, ਉਹਨਾਂ ਨੇ ਬਪਤਿਸਮਾ ਲਿਆ ਜੀ। ਉਸੇ ਦਿਨ 3000 ਜਣੇ ਅੱਗੇ ਉਹਨਾਂ ਵਿੱਚ ਰਲ ਗਏ। ਉਹ ਲਗਾਤਾਰ ਰਸੂਲਾਂ ਦੀ ਸਿੱਖਿਆ, ਭਾਵ ਉਹ ਸੰਗਤੀ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕੱਬੀ ਪੀੜ੍ਹੀ ਤੋਂ ਵੱਖਰੇ ਹੋਏ, ਪਾਪ ਕਰਨ ਵਾਲੇ ਲੋਕਾਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਵੱਖਰਾ ਕੀਤਾ, ਝੂਠ ਬੋਲਣ ਵਾਲਿਆਂ ਤੋਂ ਵੱਖਰਾ ਕੀਤਾ ਆਪਣੇ ਆਪ ਨੂੰ,
ਹੇਰਾ ਫੇਰੀ ਕਰਨ ਵਾਲਿਆਂ ਤੋਂ ਵੱਖਰਾ ਕੀਤਾ, ਲੋਭੀ ਮਨੁੱਖਾਂ ਤੋਂ ਆਪਣੇ ਆਪ ਨੂੰ ਵੱਖਰਾ ਕੀਤਾ ਤੇ ਪਰਮੇਸ਼ਵਰ ਦੇ ਵਚਨ ਦੇ ਨਾਲ ਸਾਂਝੇ ਹੋਣੇ ਸ਼ੁਰੂ ਹੋ ਗਏ। ਮੇਰੇ ਜੋ ਰਸੂਲਾਂ ਦੇ ਨਾਲ, ਚੇਲਿਆਂ ਦੇ ਨਾਲ ਇਕੱਠੇ ਬੈਠ ਕੇ ਪ੍ਰਾਰਥਨਾ ਕਰਨ ਲੱਗ ਪਏ ਅਤੇ ਰੋਟੀ ਤੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਔਰ ਭਗਤੀ ਕਰਨ ਦੇ ਵਿੱਚ ਲੱਗੇ ਰਹੇ। ਕਿੰਨਾ ਦਿਨ ਦਾ ਕਿੰਨਾ ਸਮਾਂ ਤੁਸੀਂ ਕਿੱਥੇ ਬਿਤਾਉਂਦੇ ਆ, ਕਿਹਨਾਂ ਲੋਕਾਂ 'ਚ ਬਿਤਾਉਂਦੇ ਆ। ਆਪਣੇ ਦੁੱਖਾਂ ਲਈ ਸਾਰਾ ਦਿਨ ਅਸੀਂ ਰੁਕੇ ਦਿਨ ਖਤਮ ਕਰ ਲੈਂਦੇ ਆ। ਆਪਣੀਆਂ ਬਿਮਾਰੀਆਂ ਆਪਣੇ ਸਰੀਰਾਂ ਵੱਲ ਦੇਖ ਕੇ, ਆਪਣੇ ਪਰਿਵਾਰਾਂ ਵੱਲ ਦੇਖ ਕੇ ਝੂਰ ਕੇ ਪੂਰਾ ਦਿਨ ਬੇਕਾਰ ਕਰ ਲੈਂਦੇ ਆ। ਜੇ ਅੱਜ ਦਿਨ ਦੇ ਵਿੱਚ ਵੀ ਅਸੀਂ ਆਪਣੇ ਦੁੱਖਾਂ ਨੂੰ ਦੇਖ ਕੇ, ਮੇਰੇ ਆਪਣੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਆਪਣੇ ਆਪ ਨੂੰ ਝੂਰਦੇ ਰਹੇ ਤੇ ਤੁਹਾਡੇ ਝੂਰਨ ਦੇ ਨਾਲ ਤੁਹਾਡੀ ਬਿਮਾਰੀ, ਤੁਹਾਡੀ ਪ੍ਰੋਬਲਮ ਖਤਮ ਨਹੀਂ ਹੋਣੀ। ਕੱਲ ਨਵਾਂ ਦਿਨ ਆਵੇਗਾ, ਫਿਰ ਤੁਹਾਨੂੰ ਤੁਹਾਡੀ ਸਟਾਰਟਿੰਗ ਹੋਵੇਗੀ ਝੂਰਨਾ, ਆਪਣੇ ਆਪ ਵੱਲ ਦੇਖ ਕੇ ਕੋਸਣਾ ਆਪਣੇ ਆਪ ਨੂੰ। ਫਿਰ ਪਰਸੋਂ ਆਏਗੀ, ਫਿਰ ਤੁਸੀਂ ਪਰਸੋਂ ਨੂੰ ਆਪਣੇ ਆਪ ਨੂੰ ਕੋਸੋਗੇ, ਫਿਰ ਚੌਥੇ ਆਪਣੇ ਆਪ ਨੂੰ ਕੋਸੋਗੇ। ਜੇ ਕੋਸਣ ਤੋਂ ਬਚਣਾ ਆ, ਬਰਕਤ ਨੂੰ ਪਾਉਣਾ ਆ, ਤਾਂ ਮੇਰੇ ਜੋ ਆਪਣੇ ਵੱਲ ਵੇਖਣ ਦੀ ਬਜਾਏ ਆਤਮਿਕ ਲੈਵਲ ਦੇ ਬੰਦਿਆਂ ਨੂੰ ਲਵੋ, ਕਿ ਜਿਹੜੇ ਆਤਮਿਕ ਸਪਿਰਿਚੁਅਲ ਲੈਵਲ 'ਚ ਰਹਿੰਦੇ ਬੰਦੇ, ਭਾਵ ਇੱਕ ਪਰਮੇਸ਼ਵਰ ਦੇ ਨਾਲ ਰਹਿਣ ਵਾਲੇ ਲੋਕ ਆ, ਉਹਨਾਂ ਦੇ ਨਾਲ ਸਾਂਝ ਕਰਨੀ ਸ਼ੁਰੂ ਕਰੋ, ਉਹਨਾਂ ਦੇ ਨਾਲ ਬੈਠਣਾ ਸ਼ੁਰੂ ਕਰੋ, ਰੱਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰੋ ਤੇ ਮੇਰੇ ਜੋ ਰੱਬ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰੋ। ਪ੍ਰਾਰਥਨਾ 'ਚ ਉਹਨਾਂ ਦੇ ਨਾਲ ਬੈਠੋ, ਪ੍ਰਾਰਥਨਾ ਉਹਨਾਂ ਦੇ ਨਾਲ ਕਰੋ, ਉਹਨਾਂ ਤੋਂ ਕਰਾਓ। ਜਦੋਂ ਤੁਸੀਂ ਏਦਾਂ ਕਰੋਗੇ ਤੇ ਚਿੰਨ੍ਹ ਤੇ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ। ਹਾਲੇਲੂਇਆ। ਸਿੱਧੀ ਗੱਲ, 100 ਹੱਥ ਰੱਸਾ ਤੇ ਸਿਰੇ ਤੇ ਗੰਢ, ਜਿੱਦਾਂ ਦੇ ਬੰਦੇ ਨਾਲ ਤੁਹਾਡੀ ਬਹਿਣੀ ਉੱਠਣੀਆਂ ਉਦਾਂ ਦੇ ਤੁਸੀਂ ਹੋ ਜਾਓਗੇ। ਹਾਲੇਲੂਇਆ। ਜਿੱਦਾਂ ਦੇ ਬੰਦਿਆਂ ਨਾਲ ਤੁਸੀਂ ਜ਼ਿਆਦਾ ਸਮਾਂ ਬਤੀਤ ਕਰਦੇ ਆ ਉਦਾਂ ਦੇ ਤੁਸੀਂ ਹੋਵੋਗੇ। ਜੇ ਜਿਨ੍ਹਾਂ ਨੇ ਇਹ ਗੱਲ ਮੰਨੀ ਕਿ ਆਪਣੇ ਆਪ ਨੂੰ ਕੱਬੀ ਪੀੜੀ ਤੋਂ ਬਚਾ ਕੇ ਰੱਖੋ, ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਹ ਗੱਲ ਮੰਨੀ, ਉਹਨਾਂ ਨੇ ਪਰਮੇਸ਼ਵਰ ਦੇ ਨਾਲ ਰਿਸ਼ਤਾ ਸਾਂਝਾ ਕੀਤਾ, ਪਰਮੇਸ਼ਵਰ ਦੀ ਬਾਣੀ ਸੁਣੀ। ਬਾਣੀ ਸੁਣਨ ਤੋਂ ਬਾਅਦ ਉਹਨਾਂ ਨੂੰ ਇਹ ਲੱਗਾ ਕਿ ਸਾਨੂੰ ਨਵਾਂ ਜਨਮ ਲੈਣ ਦੀ ਲੋੜ ਹੈ, ਤਾਂ ਉਹਨਾਂ ਨੇ ਬਪਤਿਸਮਾ ਲਿਆ। ਬਪਤਿਸਮਾ ਲੈਣ ਦਾ ਕਾਰਨ ਕੀ, ਉਹਨਾਂ ਨੇ ਰੱਬ ਦੇ ਲੋਕਾਂ ਦੇ ਨਾਲ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਤੇ ਸੰਗਤ 'ਚ ਉਹਨਾਂ ਨੂੰ ਪਤਾ ਲੱਗਾ ਕਿ ਸਾਨੂੰ ਐਦਾਂ ਕਰਨ ਦੀ ਲੋੜ ਹੈ। ਜਦੋਂ ਐਦਾਂ ਕਰਨਾ ਸ਼ੁਰੂ ਹੋਇਆ ਤਾਂ ਮੇਰੇ ਜੋ ਪ੍ਰਾਰਥਨਾ ਕਰਨ ਦੇ ਵਿੱਚ ਤੇ ਰੋਟੀ ਤੋੜਨ ਦੇ ਵਿੱਚ ਸਾਂਝੇ ਹੋ ਗਏ। ਉਸ ਤੋਂ ਬਾਅਦ ਲਿਖਿਆ ਬਾਈਬਲ ਦੇ ਵਿੱਚ ਕਿ ਉਹ ਲੋਕਾਂ ਦੇ ਵਿੱਚ ਚਿੰਨ੍ਹ ਤੇ ਚਮਤਕਾਰ ਹੋਣੇ ਸ਼ੁਰੂ ਹੋ ਗਏ ਤੇ ਦੇਖਣ ਵਾਲੇ ਡਰਨ ਲੱਗ ਪਏ ਕਿ ਇਹ ਹੋ ਕੀ ਰਿਹਾ, ਇਹ ਬਣ ਕੀ ਗਿਆ। ਹਾਲੇਲੂਇਆ। ਏਦਾਂ ਹੀ ਤੁਹਾਡੇ ਨਾਲ ਹੋਵੇਗਾ। ਆਪਣੇ ਆਪ ਦੇ ਵਿੱਚ ਐਡੇ ਭਗਤ ਨਹੀਂ ਅਸੀਂ ਕਿ ਅਸੀਂ ਪੂਰਨ ਸੰਪੂਰਨ ਹੋ ਜਾਈਏ। ਇੱਕ ਦੂਜੇ ਦੇ ਨਾਲ ਬਹਿ ਕੇ, ਜੇ ਕਿਸੇ ਚੀਜ਼ ਨੂੰ ਤੋਲਣਾ ਹੋਵੇ ਨਾ, ਤਾਂ ਤੋਲਣ ਵਾਸਤੇ ਕੀ ਚਾਹੀਦਾ ਆ? ਬੋਲੋ, ਤੋਲਣ ਵਾਸਤੇ ਕੀ ਚਾਹੀਦਾ ਹੈ? ਬੋਲੋ, ਤੋਲਣ ਵਾਸਤੇ ਐਂਚੀ ਟੇਪ, ਮੀਟਰ, ਫੀਤਾ, ਪਾਈਆ ਦਾ ਕੱਪ, ਤੱਕੜੀ। ਤੱਕੜੀ ਦੇ ਵਿੱਚ ਜਿਹੜੀ ਚੀਜ਼ ਤੋਲਣੀ ਉਹ ਪਾ ਦਿਓ, ਕਿੱਦਾਂ ਪਤਾ ਲੱਗੂ ਕਿੰਨੀ ਆ ਇਹ? ਬੱਟਾ ਵੀ ਨਾਲ ਚਾਹੀਦਾ। ਬੱਟੇ ਦੇ ਨਾਲ ਚੀਜ਼, ਤੱਕੜੀ 'ਚ ਜੇ ਚੀਜ਼ ਰੱਖਦੇ ਨਾ ਤੁਸੀਂ ਤੋਲ ਨਹੀਂ ਸਕਦੇ ਜਦ ਤੱਕ ਬੱਟਾ ਨਹੀਂ ਆ ਜਾਏਗਾ ਵਿੱਚ। ਕਿਲੋ ਦਾ, 1.5 ਕਿਲੋ ਦਾ, 2 ਕਿਲੋ ਦਾ, 2.5 ਕਿਲੋ ਦਾ। ਮੀਨਸ ਕਿਸੇ ਵੀ ਚੀਜ਼ ਨੂੰ ਤੋਲਣਾ ਹੋਵੇ ਉਹਦੇ ਲਈ ਤੱਕੜੀ ਦਾ ਵੀ ਹੋਣਾ ਜ਼ਰੂਰੀ ਹੈ ਤੇ ਬੱਟੇ ਦਾ ਵੀ ਹੋਣਾ ਜ਼ਰੂਰੀ ਹੈ। ਪਤਾ ਲੱਗਦਾ ਹੈ ਕਿ ਬੱਟੇ ਨਾਲ ਭਾਰੇ ਕਿ ਹਲਕੇ ਆ। ਐਦਾਂ ਹੀ ਜੇ ਤੁਸੀਂ ਕਹੋ ਨਾ ਲਓ ਜੀ ਮੈਂ ਕੱਲੀ ਬਥੇਰੀ, ਮੈਂ ਕੱਲਾ ਹੀ ਬਥੇਰਾ, ਫੇਰ ਨਾ ਤੁਸੀਂ। ਵਚਨ ਦੀ ਤੱਕੜੀ 'ਚ ਆਪਣੇ ਆਪ ਨੂੰ ਤੋਲਣ ਦੇ ਲਈ ਜ਼ਰੂਰੀ ਆ ਕਿ ਤੁਹਾਡੇ ਕੋਲ ਇੱਕ ਹੋਰ ਵਿਸ਼ਵਾਸੀ ਹੋਵੇ, ਤੁਹਾਡੇ ਕੋਲ ਇੱਕ ਹੋਰ ਵਿਸ਼ਵਾਸੀ ਹੋਵੇ ਜਿਹੜਾ ਤੁਹਾਨੂੰ ਵਚਨ ਦੇ ਦੁਆਰਾ ਤੁਹਾਨੂੰ ਗਾਈਡ ਕਰੇ ਤੇ ਤੁਹਾਨੂੰ ਦੱਸ ਸਕੇ ਕਿ ਤੁਸੀਂ ਕਿੰਨੇ ਪਾਣੀ 'ਚ ਹੋ, ਤੁਸੀਂ ਕਿੰਨੇ ਇੱਕ ਸਪਿਰਚੁਅਲ ਲੈਵਲ 'ਚ ਹਾਈ ਉੱਚੇ ਹੋ ਚੁੱਕੇ ਆ, ਅਪ ਹੋ ਚੁੱਕੇ ਆ। ਕਿਸੇ ਵੀ ਚੀਜ਼ ਨੂੰ ਤੋਲਣ ਵਾਸਤੇ ਕੱਲੀ ਤੱਕੜੀ ਨਹੀਂ, ਬੱਟਾ ਵੀ ਚਾਹੀਦਾ। ਏਦਾਂ ਹੀ ਆਪਣੀ ਭਗਤੀ ਨੂੰ ਤੋਲਣ ਦੇ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੋਈ ਹੋਰ ਵਿਸ਼ਵਾਸੀ ਹੋਵੇ। ਉਹ ਤੋਂ ਜਾਣ ਸਕਦੇ ਆ ਕਿ ਮੈਂ ਇਹ ਤੋਂ ਘੱਟ ਆ ਕਿ ਮੈਂ ਇਹ ਤੋਂ ਵੱਧ ਆ। ਪਰ ਇਹ ਉਦੋਂ ਹੋਵੇਗਾ ਜਦੋਂ ਤੁਸੀਂ ਉਹਦੇ ਨਾਲ ਬੈਠੋਗੇ, ਜਦੋਂ ਉਹਦੀ ਸੰਗਤ ਕਰੋਗੇ। ਦੋ ਭਾਈ ਇਕੱਠੇ ਹੋਣ ਫੇਰ ਹੀ ਪਤਾ ਲੱਗਦਾ ਕਿ ਕੌਣ ਪ੍ਰਾਰਥਨਾ 'ਚ ਮਜ਼ਬੂਤ ਆ, ਕੌਣ ਆਤਮਿਕ ਸਪਿਰਚੁਅਲ ਗਿਫਟ ਦੇ ਨਾਲ ਭਰਿਆ ਹੋਇਆ ਆ। ਦੋ ਭੈਣਾਂ ਇਕੱਠੀਆਂ ਹੋਣਗੀਆਂ ਵਚਨ 'ਚ ਫੇਰ ਹੀ ਪਤਾ ਲੱਗੂਗਾ ਕਿ ਕੌਣ ਵਚਨ ਨੂੰ ਜ਼ਿਆਦਾ ਜਾਣਦੀ ਆ, ਇੱਕ ਉਹ
ਤੇ ਜਦ ਅਸੀਂ ਇਕੱਲੇ ਕਹੀਏ ਮੈਂ ਆ ਜੀ, ਮੈਂ ਮੈਂ ਇੰਗਲਿਸ਼ ਬਾਈਬਲ ਪੜ੍ਹ ਲੈਣੀ ਆ, ਮੈਂ ਹਿੰਦੀ ਵੀ ਪੜ੍ਹ ਲੈਣੀ ਆ, ਮੈਂ ਫਾਰਸੀ ਵੀ ਪੜ੍ਹ ਲੈਣੀ ਆ, ਮੈਂ ਉਹ ਵੀ ਪੜ੍ਹ ਲੈਣੀ, ਉਹ ਵੀ ਪੜ੍ਹ ਲੈਣੀ ਆ, ਕੋਈ ਫਾਇਦਾ ਨਹੀਂ ਹੈਗਾ ਜਦ ਤੱਕ ਤੁਸੀਂ ਕਿਸੇ ਨਾਲ ਆਪਣਾ ਨਾਪ ਤੋਲ ਨਹੀਂ ਕਰ ਲੈਂਦੇ। ਇੱਕ ਸਿਰਫ ਬਹਾਨਾ ਆ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਦੂਜੇ ਨਾਲ ਬਿਠਾ ਕੇ ਉਹਦੀ ਸੰਗਤ ਕਰੋ, ਉਹਨੂੰ ਆਪਣੇ ਨਾਲ ਸੰਗਤ ਕਰਾਓ, ਇੱਕ ਲੈਵਲ ਪਤਾ ਲੱਗਦਾ, ਦੂਜੀ ਬਰਕਤ ਉਤਰਨੀ ਸ਼ੁਰੂ ਹੋ ਜਾਂਦੀ ਆ। ਸਪਿਰਿਟ ਟ੍ਰਾਂਸਫਰ ਹੁੰਦੀ ਹੈ। ਤੁਸੀਂ ਉਹਨਾਂ ਬੰਦਿਆਂ ਦੇ ਵਿੱਚ ਬੈਠੋ ਜਿਹੜੇ ਲੋਕ ਆਤਮਿਕ ਆ ਨਸ਼ਾ ਕਰਨ ਵਾਲੇ ਆ, ਜੂਆ ਖੇਡਣ ਵਾਲੇ, ਤਾਸ਼ ਖੇਡਣ ਵਾਲੇ, ਇਹ ਉਹ ਕਰਨ ਵਾਲੇ, ਉਹ ਸਾਡੀ ਸੰਗਤ ਦੇ ਲੋਕ ਨਹੀਂ ਆ, ਉਹ ਸਾਡੇ ਲੈਵਲ ਦੇ ਲੋਕ ਨਹੀਂ ਆ। ਸ਼ਰਾਬ ਪੀਣ ਵਾਲੇ ਹੋਏ, ਨਸ਼ਾ ਕਰਨ ਵਾਲੇ ਹੋਏ, ਭੰਗਾ ਪੀਣ ਵਾਲੇ ਹੋਏ, ਜਰਦਾ ਰੱਖਣ ਵਾਲੇ ਹੋਏ, ਇਹ ਰੱਬ ਦੇ ਲੈਵਲ ਦੇ ਲੋਕ ਨਹੀਂ ਆ ਕਿ ਅਸੀਂ ਉਹਨਾਂ ਦੇ ਨਾਲ ਸੰਗਤੀ ਕਰਦੇ ਸ਼ੁਰੂ ਕਰੀਏ। ਬਾਈਬਲ 'ਚ ਲਿਖਿਆ ਇਹੋ ਜਿਹੇ ਲੋਕਾਂ ਨਾਲ ਆਪਣੀ ਰੋਟੀ ਵੀ ਸਾਂਝੀ ਨਾ ਕਰੋ, ਆਪਣੇ ਨੂੰ ਵੱਖਰਾ ਕਰ ਲਓ, ਕਿਉਂਕਿ ਇਹੋ ਜਿਹੇ ਲੋਕ ਤੁਹਾਡੀ ਆਸ਼ੀਸ਼ ਦੇ ਵਿੱਚ ਰੁਕਾਵਟ ਹੈ, ਇਹੋ ਜਿਹੇ ਲੋਕ ਤੁਹਾਡੀ ਬਰਕਤ ਦੇ ਵਿੱਚ ਰੁਕਾਵਟ ਹੈ, ਜਿਹੜੇ ਤੁਹਾਨੂੰ ਨਾ ਆਪ ਬਰਕਤ ਪਾ ਸਕਦੇ, ਨਾ ਤੁਹਾਨੂੰ ਬਰਕਤ ਵਿੱਚ ਭਰਿਆ ਹੋਇਆ ਵੇਖ ਸਕਦੇ। ਹਾਲੇਲੂਇਆ। ਕਿੰਨੇ ਸਮਝ ਰਹੇ ਆ? ਜੇ ਆਸ਼ੀਸ਼ਿਤ ਹੋਣਾ ਚਾਹੁੰਦੇ ਆ ਤਾਂ ਮੇਰੇ ਵੀਰੋ ਫਿਰ ਆਤਮਿਕ ਲੋਕਾਂ ਨਾਲ ਸੰਗਤ ਕਰਨੀ ਸ਼ੁਰੂ ਕਰੋ। ਆਪ ਮਹਾਰੇ ਦੌੜੇ ਨਾ ਫਿਰਿਓ, ਆਪ ਮਹਾਰੇ ਦੌੜੇ ਨਾ ਫਿਰਿਓ। ਇੱਕ ਇਹ ਵੀ ਖਿਆਲ ਰੱਖਣਾ, ਕਈ ਵਾਰ ਕੋਈ ਕਿਸੇ ਨੂੰ ਕਹਿ ਦਿੰਦਾ ਭੈਣ ਜੀ ਤੂੰ ਸਾਡੇ ਘਰ ਆਈ, ਉਹਨੂੰ ਇਹ ਲੱਗਣਾ ਕਿ ਮੈਂ ਆਤਮਕ ਹਾਂ, ਪਾਸਟਰ ਨੇ ਪ੍ਰਾਰਥਨਾ ਕੀਤੀ, ਬਚਨ ਸੁਣਾਇਆ ਸੀ, ਇਸ ਭੈਣ ਨੂੰ ਮੈਂ ਆਤਮਕ ਲੱਗਦੀ ਆ, ਫਿਰ ਐਵੇਂ ਰੋਬ ਝਾੜੀ ਜਾਣਾ, ਪਾਸਟਰ ਨਹੀਂ ਬਣੀ ਫਿਰਨਾ, ਉਹਨਾਂ ਦੇ ਘਰ ਚ ਐਵੇਂ ਰੋਬ ਪਾਈ ਜਾਣਾ। ਫਿਰ ਐਦਾਂ ਵੀ ਨਾ ਹੋਵੇ ਭਾਈ, ਵੀ ਖਾਸ ਕਰਕੇ ਖਿਆਲ ਰੱਖਿਓ, ਐਵੇਂ ਹੰਕਾਰ ਵਿੱਚ ਆ ਕੇ ਕਿਸੇ ਨੂੰ ਖੜਾ ਕਰਦੇ ਕਰਦੇ ਆਪ ਹੀ ਨਾ ਮੁੱਦੇ ਮੂੰਹ ਡਿੱਗ ਪਾਇਓ। ਇੱਕ ਪਾਸੇ ਲਿਫਾਫਾ 'ਚ ਕਿਲੋ ਖੰਡ ਪਾਈ ਹੋਵੇ, ਦੂਜੇ ਪਾਸੇ 5 ਕਿਲੋ ਦਾ ਬੱਟਾ ਪਾ ਦਈਏ ਨਾ, ਲਿਫਾਫਾ ਉਲਟ ਕੇ ਥੱਲੇ ਡਿੱਗਦਾ, ਖੰਡ ਵੀ ਖਿਲਰ ਜਾਂਦੀ, ਲਿਫਾਫਾ ਵੀ ਪਾੜ ਜਾਂਦਾ। ਹੰਕਾਰ ਇਦਾਂ ਦਾ ਹੁੰਦਾ ਆ, ਹੰਕਾਰ ਜਿਹੜਾ ਇਦਾਂ ਦਾ ਹੁੰਦਾ ਆ। ਤੋਲਣਾ ਅਸੀਂ ਕਿਲੋ ਖੰਡ ਆ ਤੇ ਬੱਟਾ ਪਾਤਾ 5 ਕਿਲੋ ਦਾ, ਤੇ ਕਿਲੋ ਖੰਡ ਵਾਲਾ ਪੱਲਣਾ ਤਾਂ ਭੁੜਕ ਕੇ ਐ ਜਾਣਾ ਉੱਪਰ ਨੂੰ, ਖੰਡ ਵੀ ਥੱਲੇ, ਲਿਫਾਫਾ ਵੀ ਫਟ ਜਾਣਾ। ਇਦਾਂ ਦੇ ਹਾਲ ਹੋ ਜਾਂਦੇ ਆ ਕਈ ਵਾਰੀ, ਫੇਰ ਇਦਾਂ ਕਰਨ ਲੱਗ ਪੈਂਦੇ ਕਈ। ਕਹਿਣ ਦਾ ਮਤਲਬ ਲੈਵਲ ਨੂੰ बढ़ाओ, ਕਿ ਅਸੀਂ ਸਪਿਰਚੁਅਲ ਹੋਣਾ ਹੈ, ਅਸੀਂ ਆਤਮਿਕ ਹੋਣਾ ਹੈ। ਜੇ ਯੂਸਫ ਕਿਹਾ, ਯੂਸਫ ਨੇ ਕਿਤੇ ਨਹੀਂ ਇਹ ਕਿਹਾ ਮੈਂ ਕੁਛ ਹੈਗਾ ਆ, ਮੇਰੇ ਕਰਕੇ ਤੈਨੂੰ ਇਦਾਂ ਹੋਈ ਆ, ਨਹੀਂ। ਉਹਨੇ ਯਾਕੂਬ ਨੇ ਇਸ ਕਰਕੇ ਕਿਹਾ ਸੀ ਕਿ ਮੈਨੂੰ 20 ਸਾਲ ਹੋ ਗਏ, 14 ਸਾਲ ਤੇਰੀਆਂ ਬੇਟੀਆਂ ਵਾਸਤੇ ਮੈਂ ਤੇਰੀ ਨੌਕਰੀ ਕੀਤੀ ਆ, 6 ਸਾਲ ਮੈਂ ਵੈਸੇ ਹੀ ਤੇਰੀ ਸੇਵਾ ਕੀਤੀ ਆ, ਹੁਣ ਮੈਨੂੰ ਜਾਣ ਦੇ ਕਿ ਮੈਂ ਆਪਣੇ ਘਰ ਲਈ ਵੀ ਬਰਕਤ ਖੋਲਾਂ। ਜਿੱਥੇ ਜਾਵੋ ਪ੍ਰਾਰਥਨਾ ਕਰੋ, ਜਿਨ੍ਹਾਂ ਨੂੰ ਸੱਦੋ, ਦੇਖੋ ਕਿ ਇਹ ਈਗੋ ਚ ਬੋਲ ਰਿਹਾ ਆ, ਇਹ ਹੰਕਾਰ ਚ ਬੋਲ ਰਿਹਾ ਆ, ਦੂਏ ਦਿਨ ਸੱਦੋ ਹੀ ਨਾ ਹੋ ਜਾਏ ਇਹਨੂੰ। ਪਹਿਲਾਂ ਹੀ ਦੱਸਿਆ ਮੈਂ ਕਿ ਆਤਮਿਕ ਲੋਕਾਂ ਦੀ ਪਹਿਚਾਣ ਕਰੋ ਤੇ ਉਹਨਾਂ ਨੂੰ ਆਪਣੇ ਘਰਾਂ 'ਚ ਸੱਦੋ, ਤੁਸੀਂ ਉਹਨਾਂ ਕੋਲ ਜਾਓ, ਪ੍ਰੇਅਰ ਕਰੋ ਇਕੱਠੇ ਹੋ ਕੇ। ਆਤਮਿਕ ਬੰਦੇ ਦੇ ਨਾਲ, ਆਤਮਿਕ ਭੈਣ ਦੇ ਨਾਲ ਹੀ ਕੋਈ ਬਰਕਤ ਉਤਰਨੀ ਆ। ਹੰਕਾਰੀ, ਕਮੰਡੀ, ਐਦਾਂ ਦੇ ਨਾਲ ਕੁਝ ਨਹੀਂ ਉਤਰਨਾ, ਐਦਾਂ ਦੇ ਨਾਲ ਤੁਹਾਡਾ ਵੀ ਰਹਿੰਦਾ ਖੁੰਦਾ ਖਤਮ ਹੋ ਜਾਣਾ। ਹਾਲੇਲੂਇਆ। ਪਹਿਚਾਨ ਕਰਕੇ ਘਰ 'ਚ ਉਤਾਰੋ। ਜਦੋਂ ਅਸੀਂ ਬਾਈਬਲ ਨੂੰ ਦੇਖਦੇ ਹਾਂ, ਅਲੀਸ਼ਾ ਨੇ ਗਿਹਾਜੀ ਨੂੰ ਆਪਣੀ ਸੋਟੀ ਦਿੱਤੀ ਤੇ ਕਿਹਾ ਜਾ ਜਾ ਕੇ ਇਹਦੇ ਘਰ ਦੇ ਵਿੱਚ ਜਾ, ਇਹਦੇ ਮਰੇ ਹੋਏ ਬੇਟੇ ਦੇ ਨਾਲ ਇਹ ਸੋਟੀ ਲਟਾ ਦੇ। ਐਦਾਂ ਹੀ ਸੀ। ਕਿਉਂ ਨਹੀਂ ਬੱਚਾ ਉੱਠਿਆ? ਕਿਉਂ ਨਹੀਂ ਬੱਚਾ ਉੱਠਿਆ? ਉਹਨੂੰ ਕਿਹਾ ਗਿਆ ਸੀ ਕਿਸੇ ਨੂੰ ਮਿਲਣਾ ਨਹੀਂ ਆ, ਕਿਸੇ ਨੂੰ ਪ੍ਰਣਾਮ ਨਹੀਂ ਕਰਨਾ, ਕਿਸੇ ਦੇ ਪ੍ਰਣਾਮ ਦਾ ਉੱਤਰ ਨਹੀਂ ਦੇਣਾਗਾ, ਲੇਕਿਨ ਉਹ ਤਾਂ ਗਿਆ ਬੜੀ ਮਸਤੀ ਨਾਲ, ਲੈ ਮੈਂ ਹੁਣ ਮੁੰਡਾ ਜਿੰਦਾ ਕਰਨਾ ਆ, ਮੈਂ ਉਹਨੂੰ ਹੁਣ ਸੇਵਕਾਂ ਨੇ ਸੱਦਿਆ, ਮੈਨੂੰ ਹੁਣ ਫਲਾਨੀ ਭੈਣ ਨੇ ਸੱਦਿਆ, ਮੈਂ ਹੁਣ ਜਾ ਕੇ ਉਹਨਾਂ ਦੇ ਘਰ ਬਚਨ ਸੁਣਾਉਣਾ, ਮੈਂ ਠੋਕ ਠੋਕ ਕੇ ਬਚਨ ਕਰਨਾ, ਮੈਂ ਭੈਣ ਨੂੰ ਸ਼ਰਮਿੰਦਾ ਕਰ ਦੇਣਾ, ਪਾਣਿਓ ਪਾਣੀ ਕਰ ਦੇਣਾ, ਉਹਦੇ ਘਰ ਵਾਲੇ ਤਾਂ ਜਲੂਸ ਦੇਣਾ ਕੱਢ। ਏਦਾਂ ਹੀ ਹੁੰਦੀ ਫਿਰ, ਜਦੋਂ ਕੋਈ ਇੱਕ ਵਾਰੀ ਮਾਣ ਮਿਲ ਜਾਏ ਨਾ, ਫਿਰ ਇਹ ਹਾਲ ਹੁੰਦੇ ਬਾਅਦ ਚ। ਇਸੇ ਲਈ ਕਿਹਾ ਨਾ ਕੋਈ ਨਵਾਂ ਚੇਲਾ ਨਾ ਹੋਵੇ, ਚੇਲਾ ਬਣ ਕੇ ਨਹੀਂ ਜਾਣਾਗਾ, ਰੱਬ ਦਾ ਅਧੀਨ ਬੰਦਾ ਬਣ ਕੇ ਜਾਣਾ। ਗਿਹਾਜੀ ਅਧੀਨ ਬਣ ਕੇ ਨਹੀਂ ਗਿਆ, ਸੋਟੀ ਘਮਾਉਂਦਾ ਹੀ ਗਿਆ, ਲੈ ਜੀ ਹੁਣ ਮੈਂ ਉੱਥੇ ਮੁੰਡਾ ਜਿੰਦਾ ਕਰਨਾ, ਲੋਕਾਂ ਨੇ ਮੇਰੀ ਬੱਲੇ ਬੱਲੇ ਕਰਨੀ ਹੈ, ਮੈਨੂੰ ਉੱਥੇ ਚਾਹ ਪਾਣੀ ਕੀ, ਮੈਨੂੰ ਕਾਫੀ ਪਿਲਾਉਣਾ, ਮੈਨੂੰ ਕੋਲਡ ਡਰਿੰਕ ਨਹੀਂ, ਮੈਨੂੰ ਜੂਸ ਪਿਲਾਉਣਾ, ਰੀਅਲ ਜੂਸ ਪਿਲਾਉਣਾ। ਹੋਇਆ ਕੀ? ਹੋਇਆ ਕੁਝ ਵੀ ਨਹੀਂ, ਮੁੰਡਾ ਉਦਾਂ ਹੀ, ਮੁੰਡਾ ਮਰਿਆ ਹੀ ਰਹਿ ਗਿਆ। ਅਲੀਸ਼ਾ ਗਿਆ, ਪ੍ਰਾਰਥਨਾ ਕੀਤੀ, ਉਹਦੇ ਉੱਤੇ ਲੇਟਿਆ, ਰੱਬ ਦੀ ਕਿਰਪਾ ਹੋਈ, ਮੁੰਡਾ ਜੀ ਉੱਠਿਆ। ਹਾਲੇਲੂਇਆ। ਇਹ ਸੀ ਇੱਕ ਆਤਮਿਕ ਬੰਦੇ ਦੀ ਪਹਿਚਾਨ। ਸਪਿਰਿਟ ਟ੍ਰਾਂਸਫਰ ਹੋਈ,
ਅਲੀਸ਼ਾ ਚੋਂ ਉਸ ਮੁਰਦੇ ਦੇ ਉੱਤੇ ਤੇ ਉਹ ਮੁਰਦਾ ਜੀ ਉੱਠਿਆ। ਹਾਲੇਲੂਇਆ। ਆਤਮਿਕ ਬੰਦੇ ਨਾਲ ਸੰਗਤੀ ਕਰੋ। ਜਿਹੜਾ ਮਿਸਗਾਈਡ ਕਰਦਾ ਆ, ਪਹਿਚਾਨ ਕਰੋ ਉਹਨੂੰ ਵੱਖਰਾ ਰੱਖਦਾ। ਪਰਮੇਸ਼ਵਰ ਦੇ ਲੋਕਾਂ ਦੇ ਨਾਲ ਸੰਗਤ ਕਰੋ। ਆਪਣੇ ਗਰੁੱਪ ਬਣਾਓ ਆਪਣੇ ਪਿੰਡਾਂ ਦੇ ਵਿੱਚ, ਔਰ ਪ੍ਰੇਅਰ ਦੇ ਲਈ ਗਰੁੱਪ ਬਣਾਓ, ਗੱਲਾਂ ਲਈ ਨਹੀਂ। ਵਚਨ ਲਈ ਗਰੁੱਪ ਬਣਾਓ, ਚੁਗਲੀਆਂ ਲਈ ਨਹੀਂ। ਬਿਮਾਰਾਂ ਲਈ, ਪ੍ਰਾਰਥਨਾ ਲਈ ਗਰੁੱਪ ਬਣਾਓ, ਮੇਰੇ ਇੱਕ ਦੂਜੇ ਦਾ ਠੱਠਾ ਡਾਉਣ ਲਈ ਨਹੀਂ। ਗਰੁੱਪ ਬਣਾਓ ਆਪਣੇ ਆਪਣੇ, 2 ਦਾ ਗਰੁੱਪ ਬਣਾਓ, 4 ਦਾ ਗਰੁੱਪ ਬਣਾਓ, 6 ਦਾ ਗਰੁੱਪ ਬਣਾਓ, 3 ਦਾ ਬਣਾਓ, 5 ਦਾ ਬਣਾਓ, ਪਰ ਬਣਾਓ ਆਤਮਿਕ ਕੰਮਾਂ ਦੇ ਲਈ। ਦੇਖੋ ਜਿਸ ਘਰ 'ਚ ਬੈਠੋਗੇ ਉਸ ਘਰ ਦੀਆਂ ਬਰਕਤਾਂ ਖੁੱਲਣ ਤੋਂ ਪਹਿਲਾਂ ਤੁਹਾਡੇ ਘਰੇ ਬਰਕਤਾਂ ਖੁੱਲੀਆਂ ਹੋਣਗੀਆਂ। ਆਮੀਨ। ਤੁਹਾਡੇ ਘਰੇ ਬਰਕਤਾਂ ਖੁੱਲੀਆਂ ਹੋਈਆਂ ਹੋਣਗੀਆਂ। ਮੇਰੇ ਤੋਂ ਧਿਆਨ ਦਿਓ, ਯੂਸਫ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ, ਆਪਣੇ ਸਵਾਮੀ ਦੇ ਘਰ ਦੇ ਵਿੱਚ ਰਿਹਾ, ਕਿੰਨੀ ਬਰਕਤ ਨਾਲ। ਲਿਖਿਆ ਗਿਆ ਭਾਗਵਾਨ ਹੋ ਗਿਆ। ਉਹਦੇ ਉੱਤੇ ਇਲਜ਼ਾਮ ਲਗਾਇਆ ਗਿਆ, ਯੂਸਫ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਲਿਖਿਆ ਗਿਆ ਬਾਈਬਲ ਦੇ ਵਿੱਚ, ਜੇਲ੍ਹ ਦੇ ਦਰੋਗਾ ਦੇ ਉੱਤੇ ਵੀ ਰੱਬ ਦੀ ਕਿਰਪਾ ਯੂਸਫ ਦੇ ਕਰਕੇ ਹੋਣੀ ਸ਼ੁਰੂ ਹੋ ਗਈ। ਹਾਲੇਲੂਇਆ। ਯੂਸਫ ਇੱਕ ਆਤਮਿਕ ਬੰਦਾ ਆ ਜਿਹੜਾ ਪਰਮੇਸ਼ਵਰ ਦੀ ਰਜ਼ਾ ਦੇ ਅਨੁਸਾਰ ਚੱਲ ਰਿਹਾ ਆ। ਜਦੋਂ ਉਹਦੇ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ, ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਲਿਖਿਆ ਗਿਆ ਪਰਮੇਸ਼ਵਰ ਨੇ ਦਰੋਗੇ ਦੇ ਉੱਤੇ ਵੀ ਆਪਣੀ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ। ਤੇ ਲਿਖਿਆ ਗਿਆ ਜਿਹੜਾ ਦਰੋਗਾ ਸੀ, ਜੇਲਰ ਸੀ, ਤੇ ਜੇਲਰ ਨੇ ਕਿਸੇ ਵੀ ਜੇਲ੍ਹ ਦੀ ਕਿਸੇ ਵੀ ਚੀਜ਼ ਦੇ ਵੱਲ ਆਪਣਾ ਧਿਆਨ ਨਹੀਂ ਰੱਖਿਆ, ਕਿਉਂਕਿ ਉਹਨੂੰ ਪਤਾ ਸੀ ਕਿ ਜਿਹੜਾ ਬੰਦਾ ਇੱਥੇ ਆ ਇਹ ਕਿਸੇ ਚੀਜ਼ ਦਾ ਨੁਕਸਾਨ ਨਹੀਂ ਕਰ ਸਕਦਾ। ਤੇ ਲਿਖਿਆ ਬਾਈਬਲ ਦੇ ਵਿੱਚ, ਦਰੋਗੇ ਨੇ ਜੇਲ੍ਹ ਦੀ ਸਾਰੀ ਜ਼ਿੰਮੇਵਾਰੀ ਯੂਸਫ ਨੂੰ ਸੌਂਪ ਦਿੱਤੀ। ਯੂਸਫ ਦਾ ਜੇਲ੍ਹ ਦੇ ਵਿੱਚ ਜਾਣਾ ਜੇਲ੍ਹ ਦੇ ਦਰੋਗੇ ਦੇ ਉੱਤੇ ਕਿਰਪਾ ਹੋਣ ਦਾ ਕਾਰਨ ਸੀ। ਹਾਲੇਲੂਇਆ। ਤੇ ਜਦੋਂ 2 ਸਾਲ ਜੇਲ੍ਹ ਦੇ ਵਿੱਚ ਰਿਹਾ, ਮਿਸਰ ਦੇਸ਼ ਦੇ ਜੇਲ੍ਹ ਦੇ ਵਿੱਚ ਰਿਹਾ, ਲਿਖਿਆ ਗਿਆ ਕਿ ਯੂਸਫ ਦਾ ਮਿਸਰ ਦੇ ਵਿੱਚ ਜਾਣਾ ਮਿਸਰ ਦੇਸ਼ ਲਈ ਬਰਕਤ ਦਾ ਕਾਰਨ ਬਣ ਗਿਆ। ਪਰਮੇਸ਼ਵਰ ਨੇ ਫਿਰੌਨ ਨੂੰ ਦਿਖਾਇਆ ਕਿ ਇੱਕ ਵੱਡਾ, ਪਹਿਲਾਂ 7 ਸਾਲ ਬਹੁਤ ਅਨਾਜ ਹੋਣਾ, ਫਸਲ ਹੋਣੀਆਂ, ਪਰ ਉਤੋਂ ਅਗਲੇ 7 ਸਾਲ ਇੰਨਾ ਕਾਲ ਪੈਣਾ ਆ, ਪਿਛਲੇ ਸਾਰੇ ਸਾਲਾਂ ਦੀ ਫਸਲ ਕੀ, ਅਨਾਜ ਕੀ, ਗੋਦਾਮ ਕੀ, ਸਭ ਨਸ਼ਟ ਹੋ ਜਾਣੇ ਆ। ਲੋਕਾਂ ਨੇ ਮਰ ਜਾਣਾ ਹੈ ਭੁੱਖਿਆਂ। ਇਸ ਸੁਪਨੇ ਦਾ ਭੇਦ ਯੂਸਫ ਦੇ ਉੱਤੇ ਪ੍ਰਗਟ ਕੀਤਾ, ਤੇ ਯੂਸਫ ਦਾ ਮਿਸਰ ਵਿੱਚ ਜਾਣਾ ਮਿਸਰ ਦੇਸ਼ ਦੇ ਲੋਕਾਂ ਦੇ ਲਈ ਬਰਕਤ ਦਾ ਕਾਰਨ ਬਣ ਗਿਆ। ਅਸੀਂ ਕਈ ਵਾਰ ਸ਼ਿਕਾਇਤ ਕਰਦੇ ਆ ਪਾਸਟਰ ਨੂੰ, ਪਾਸਟਰ ਜੀ ਮੇਰੇ ਘਰ 'ਚ ਆਹ ਪ੍ਰੋਬਲਮ ਹੋ ਗਈ ਆ। ਪਾਸਟਰ ਮੈਂ ਗੱਲ ਦੱਸਾਂ, ਹਾਂ ਪਾਸਟਰ ਆਹ ਭੈਣ ਆਈ ਸੀ ਸਾਡੇ ਘਰ ਦੇ ਵਿੱਚ, ਇਹ ਇੱਕ ਦਿਨ ਸਾਡੇ ਨਲਕੇ ਤੋਂ ਪਾਣੀ ਭਰ ਕੇ ਗਈ, ਉਦੋਂ ਦਾ ਮੁੰਡਾ ਰੋਣਾ ਨਹੀਂ ਹਟਦਾ। ਏਦਾਂ ਹੀ ਹੁੰਦੀ ਆ। ਕਿਸੇ ਨੂੰ ਰੇਸ਼ਾ ਹੋ ਜਾਏ ਤਾਂ ਪਾਸਟਰ ਜੀ ਫਲਾਨੀ ਭੈਣ ਆਈ ਸੀ, ਉਹ ਸਾਡੇ ਮੁੰਡੇ ਨੂੰ ਐਵੇਂ ਲਾ 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 ਕਰਕੇ ਬੁੱਲਾਂ ਨੂੰ ਹੱਥ ਲਾ ਗਈ, ਉਹਦਾ ਰੇਸ਼ਾ ਐਸਾ ਵਗਣ ਲੱਗਾ, ਸ਼ੁਰੂ ਹੀ ਖਤਮ ਹੀ ਨਹੀਂ ਹੁੰਦਾ, ਦਵਾਈਆਂ ਪਤਾ ਨਹੀਂ ਕਿੰਨੀਆਂ ਕਰਾ ਲਈਆਂ। ਧਿਆਨ ਦਿਓ, ਤੁਸੀਂ ਇਹੋ ਜਿਹੇ ਲੋਕਾਂ ਨਾਲ ਸਾਂਝ ਹੀ ਕਿਉਂ ਰੱਖੀ ਆ ਜਿਨ੍ਹਾਂ ਦੇ ਵਿੱਚ ਸ਼ੈਤਾਨੀ ਸਪਿਰਿਟ ਆ, ਔਰ ਜਦੋਂ ਤੁਹਾਡੇ ਘਰ ਆਉਣ ਉਹ ਸਪਿਰਿਟ ਟ੍ਰਾਂਸਫਰ ਹੋ ਜਾਂਦੀ ਆ। ਆਤਮਾ 'ਚ ਰਵੋ। ਯੂਸਫ ਜੋ ਮਿਸਰੀ ਆਪਣੇ ਸਵਾਮੀ ਦੇ ਘਰ ਗਿਆ, ਉਹਨੂੰ ਬਲੈਸ ਕਰ ਗਿਆ। ਜੇਲ੍ਹ 'ਚ ਗਿਆ ਤੇ ਦਰੋਗਾ ਨੂੰ ਬਲੈਸ ਕਰ ਗਿਆ। ਜੇ ਜੋ ਰਾਜੇ ਨੇ ਸੱਦਿਆ ਤੇ ਪੂਰੇ ਦੇਸ਼ ਨੂੰ ਉਹਨੇ ਬਲੈਸ ਕੀਤਾ ਆ। ਉਹਦੇ ਦੁਆਰਾ ਪਰਮੇਸ਼ਰ ਨੇ ਉਹਨੂੰ ਉਸ ਦੇਸ਼ ਨੂੰ ਬਰਕਤ ਦਿੱਤੀ ਆ। ਤੇ ਜੇ ਸਾਨੂੰ ਪਰਮੇਸ਼ਰ ਨੇ ਇਦਾਂ ਦਾ ਚੁਣਿਆ ਆ, ਆਪਣੇ ਲਈ ਚੁਣਿਆ ਆ, ਉਹ ਇਸੇ ਲਈ ਚੁਣਿਆ ਆ ਕਿ ਤੁਹਾਡੇ ਦੁਆਰਾ ਬਹੁਤਿਆਂ ਦੀ ਬਰਕਤ ਖੁੱਲੇ ਤੇ ਬਹੁਤਿਆਂ ਦੇ ਦੁਆਰਾ ਤੁਹਾਡੀ ਵੀ ਬਰਕਤ ਖੁੱਲੇ। ਤੇ ਉਹਦੇ ਲਈ ਜ਼ਰੂਰੀ ਆ ਕਿ ਇੱਕ ਦੂਜੇ ਨਾਲ ਸਾਂਝ ਰੱਖੋ, ਇੱਕ ਦੂਜੇ ਦੇ ਮੁਸ਼ਕਲ ਦੇ ਵੇਲੇ ਉਹਦਾ ਸਾਥ ਦਿਓ, ਉਹਦੇ ਨਾਲ ਬੈਠੋ, ਪ੍ਰੇਅਰ ਕਰੋ, ਉਹਨੂੰ ਸੁਝਾਅ ਨਾ ਦਿਓ ਭੈਣ ਜੇ ਇਦਾਂ ਹੋ ਗਈ ਹੈ ਤੈਨੂੰ ਫਲਾਣੇ ਹਸਪਤਾਲ ਲੈ ਜਾ, ਫਲਾਣੇ ਥਾਂ ਲੈ ਜਾ, ਫਲਾਣੇ ਥਾਂ ਲੈ ਜਾ। ਕਿਉਂ ਤੁਸੀਂ ਸ਼ੈਤਾਨ ਵਾਲੀ ਸਪਿਰਿਟ ਤੁਸੀਂ ਮੇਰੇ ਉਹਦੇ ਵਿੱਚ ਫੋਨ ਦੇ ਦੁਆਰਾ ਭਰ ਰਹੇ ਆ। ਉਹਨੂੰ ਦਿਲਾਸਾ ਦਿਓ ਕਿ ਭੈਣ 10 ਮਿੰਟ ਰੁਕ, ਮੈਂ ਆਉਣੀ ਤੇਰੇ ਘਰ 'ਚ ਪ੍ਰਾਰਥਨਾ ਕਰ ਲਈ ਸੀ, ਇਕੱਠੀਆਂ ਬਹਿ ਕੇ ਪ੍ਰਾਰਥਨਾ ਕਰਾਂਗੀਆਂ, ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਹੁੰਦਾ ਕਿ ਨਹੀਂ ਹੁੰਦਾ? ਖੈਰਾਬਾਦ ਇੱਕ ਬੱਚਾ ਪੈਦਾ ਹੋਇਆ। ਕਿੱਥੇ ਉਹਦੀ ਫੈਮਿਲੀ ਮੈਂਬਰ? ਇੱਥੋਂ ਹੱਥ ਖੜਾ ਕਰੋ। ਹਾਂ, ਖੈਰਾਬਾਦ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਪੀਜੀਆਈ ਤੱਕ ਭੇਜ ਦਿੱਤਾ। ਕਹਿੰਦੇ ਪੀਜੀਆਈ ਭੇਜਣਾ ਆ, ਉੱਥੇ ਆਪਰੇਸ਼ਨ ਹੋਣਾ। ਕੀ ਹੋਣਾ ਆ? ਆਪਰੇਸ਼ਨ। ਸਭ ਸਲਾਹਾਂ ਦੇਣ, ਫਲਾਣੇ ਥਾਂ ਲੈ ਜਾਓ, ਫਲਾਣੇ ਥਾਂ ਲੈ ਜਾਓ, ਫਲਾਣੇ ਥਾਂ ਲੈ ਜਾਓ। ਇਸ ਭੈਣ ਨੇ ਫੋਨ ਕੀਤਾ, ਦਾਸ ਜੀ ਤੁਸੀਂ ਪ੍ਰੇਅਰ ਕਰੋ। ਮੈਂ ਕਿਹਾ ਉਹ ਤਾਂ ਪ੍ਰੇਅਰ ਕਰਾਉਂਦੇ ਰਹੀਏ। ਕਹਿੰਦੀ ਮੈਨੂੰ ਵਿਸ਼ਵਾਸ ਆ, ਤੁਸੀਂ ਪ੍ਰੇਅਰ ਕਰੋ। ਮੈਂ ਪ੍ਰੇਅਰ ਕੀਤੀ। ਇਹ ਭੈਣ ਕਹਿੰਦੀ ਕਿ ਉੱਥੇ ਪੀਜੀਆਈ ਦੇ ਵਿੱਚ ਆਪਰੇਸ਼ਨ ਕਿਹਾ ਆ। ਮੈਂ ਕਿਹੜਾ ਆਪਰੇਸ਼ਨ? ਕੋਈ ਆਪਰੇਸ਼ਨ ਨਹੀਂ ਹੈਗਾ। ਰੱਬ ਦਾ ਧੰਨਵਾਦ ਕਰਦੇ, ਚੌਥੇ ਦਿਨ
ਮੁੰਡਾ ਘਰ ਆ ਗਿਆ, ਕੋਈ ਆਪਰੇਸ਼ਨ ਨਹੀਂ ਹੋਇਆ। ਕਿੱਥੋਂ ਗਿਆ? ਦਸੂਏ ਤੋਂ ਮਕੇਰੀਆਂ, ਮਕੇਰੀਆਂ ਤੋਂ ਜਲੰਧਰ। ਉਹਨਾਂ ਨੂੰ ਕਿਹਾ ਅੰਮ੍ਰਿਤਸਰ ਲੈ ਜਾਓ ਜਾਂ ਪੀਜੀਆਈ ਲੈ ਜਾਓ। ਇਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਾਲਿਆਂ ਨੇ ਵੀ ਪੀਜੀਆਈ ਭੇਜਣਾ, ਕਿਉਂ ਨਾ ਸਿੱਧਾ ਡਾਇਰੈਕਟ ਹੀ ਪੀਜੀਆਈ ਚਲ ਜਾਈਏ। ਉੱਥੇ ਚਲੇ ਗਏ ਤੇ ਇਹਨਾਂ ਨੇ ਫੋਨ ਕੀਤਾ, ਪਾਸਟਰ ਜੀ ਇਦਾਂ ਕਰਕੇ ਚਲੇ ਗਏ ਆ। ਮੈਂ ਕਿਹਾ ਚਿੰਤਾ ਨਾ ਕਰੋ, ਪ੍ਰਾਰਥਨਾ ਕੀਤੀ, ਪ੍ਰਭੂ ਨੇ ਕਿਹਾ ਕੋਈ ਆਪਰੇਸ਼ਨ ਨਹੀਂ ਹੈ, ਆਪਰੇਸ਼ਨ ਕੈਂਸਲ ਹੋ ਗਿਆ। ਰੱਬ ਦਾ ਧੰਨਵਾਦ ਕਰਦੇ ਆ ਕਿ ਮੁੰਡਾ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਕੇ ਘਰ ਵਿੱਚ ਆ ਗਿਆ। ਕਹਿਣ ਦਾ ਮਤਲਬ ਤੁਹਾਡੀ ਹਰ ਗੱਲ ਮੇਰੇ ਜੋ ਜਿਹੜੀ ਪਰਮੇਸ਼ਵਰ ਦੇ ਵਿਸ਼ਵਾਸ ਹੈ, ਕਈ ਉਹ ਟ੍ਰਾਂਸਫਰ ਹੁੰਦੀ ਦੂਜੇ ਲਈ। ਤੇ ਸ਼ੈਤਾਨ ਦੀ ਯੋਜਨਾ ਆ ਇਤੋਂ ਪਹਿਲਾਂ ਕਿ ਕੋਈ ਆਤਮਿਕ ਗੱਲ ਤੁਹਾਡੇ 'ਚ ਟ੍ਰਾਂਸਫਰ ਹੋਵੇ, ਸਪਿਰਿਟ ਟ੍ਰਾਂਸਫਰ ਹੋਵੇ, ਸ਼ੈਤਾਨ ਆਪਣੀਆਂ ਗੱਲਾਂ ਤੁਹਾਡੇ 'ਚ ਟ੍ਰਾਂਸਫਰ ਕਰੇਗਾ। ਇਸੇ ਲਈ ਕਹਿੰਦਾ ਕੱਬੀ ਪੀੜੀ ਤੋਂ ਵੱਖਰੇ ਰਹੋ। ਕੱਬੀ ਪੀੜੀ ਭਾਵ ਸ਼ੈਤਾਨੀ ਪੀੜੀ ਜਿਹੜੀ ਆ ਤੁਹਾਡੇ ਅੰਦਰ ਆਪਣੀ ਸਪਿਰਿਟ ਟ੍ਰਾਂਸਫਰ ਕਰਨਾ ਚਾਹੁੰਦੀ ਆ ਤਾਂ ਕਿ ਤੁਸੀਂ ਫੇਲ ਹੋ ਜਾਓ। ਤੁਸੀਂ ਕੀ ਹੋ ਜਾਓ? ਫੇਲ ਹੋ। ਮਿਸਰ ਦੇਸ਼ ਦੇ ਵਿੱਚ ਪਰਮੇਸ਼ਵਰ ਨੇ ਯੂਸਫ ਦੇ ਦੁਆਰਾ ਆਸ਼ੀਸ਼ ਦੇਣੀ ਸੀ ਤੇ ਪਹਿਲਾਂ ਹੀ ਯੂਸਫ ਦੇ ਸੁਆਮੀ ਦੀ ਪਤਨੀ ਨੇ ਉਹਨੂੰ ਆਫਰ ਦੇ ਦਿੱਤੀ ਕਿ ਤੂੰ ਮੇਰੇ ਨਾਲ ਅੱਜ ਦੀ ਰਾਤ ਲੇਟ। ਸ਼ੈਤਾਨ ਦੀ ਯੋਜਨਾ ਸੀ ਕਿ ਇਹ ਹੁਣ ਬਹਿ ਤਾਂ ਸਕਦਾ ਨਹੀਂ ਗੱਲਾਂ ਕਰਨ ਵਾਸਤੇ, ਆਪਣੀ ਸੁਆਮਣ ਦੇ ਨਾਲ ਇੱਕ ਨੌਕਰ ਬਹਿ ਕੇ ਗੱਲਾਂ ਤਾਂ ਕਰ ਨਹੀਂ ਸਕਦਾਗਾ, ਨਾ ਹੀ ਇੰਨੀ ਜਲਦੀ ਇਹਦੇ ਅੰਦਰ ਇਹ ਸਪਿਰਿਟ ਦਾਖਲ ਹੋਣੀ ਆ, ਸ਼ੈਤਾਨੀ ਤਾਕਤ ਦਾਖਲ ਹੋਣੀ ਆ। ਕਿਉਂ ਨਾ ਮੈਂ ਇਹਨੂੰ ਨੌਜਵਾਨ ਨੂੰ ਇੱਕ ਆਫਰ ਦਵਾਂ ਜਿਹਦੇ ਦੁਆਰਾ ਇਹ ਡਿੱਗੀ ਜਾਵੇ ਤਾਂ ਜਿਹੜਾ ਰੱਬ ਨੇ ਬਰਕਤ ਦੇਣੀ ਹੈ ਦੇਸ਼ ਨੂੰ, ਉਹ ਬਰਕਤ ਰੁਕ ਜਾਵੇ। ਪਰ ਉਸ ਬੰਦੇ ਨੇ ਆਪਣੇ ਆਪ ਨੂੰ ਪ੍ਰਭੂ 'ਚ ਬਣਾਏ ਰੱਖਿਆ। ਪ੍ਰਭੂ 'ਚ ਬਣੇ ਰਹੋ, ਸ਼ੈਤਾਨ ਦੀ ਲਾਲਸਾ ਵਿੱਚ ਨਾ ਆਓ, ਪ੍ਰਭੂ 'ਚ ਬਣੇ ਰਹੋ। ਕਿਉਂਕਿ ਪਰਮੇਸ਼ਰ ਨੇ ਤੁਹਾਡੇ ਦੁਆਰਾ ਬਹੁਤ ਸਾਰੇ ਘਰਾਣੇ ਐਦਾਂ ਦੇ ਰੱਖੇ ਆ ਜਿਨ੍ਹਾਂ 'ਚ ਜਾ ਕੇ ਤੁਸੀਂ ਪ੍ਰੇਅਰ ਕਰਨੀ ਆ ਔਰ ਉਹਨਾਂ ਘਰਾਣਿਆਂ ਦੀ ਬਰਕਤ ਖੁੱਲਣੀ ਆ। ਬਹੁਤ ਸਾਰੇ ਲੋਕ ਐਦਾਂ ਦੇ ਰੱਖੇ ਆ ਜਿਹੜੇ ਤੁਹਾਡੇ ਘਰਾਂ 'ਚ ਆਉਣਗੇ, ਉਹ ਪ੍ਰੇਅਰ ਕਰਨਗੇ, ਉਸ ਪ੍ਰੇਅਰ ਦੇ ਨਾਲ ਤੁਹਾਨੂੰ ਆਸ਼ੀਸ਼ ਮਿਲਣੀ ਆ। ਹਾਲੇਲੂਇਆ। ਹਰ ਗੱਲ ਦਾ ਸੋਲੂਸ਼ਨ ਪ੍ਰਾਰਥਨਾ ਨਹੀਂ ਆ। ਪ੍ਰਾਰਥਨਾ ਸਾਡੀ ਭਗਤੀ ਦਾ ਇੱਕ ਬਹੁਤ ਅਹਿਮ ਹਿੱਸਾ ਆ, ਬਹੁਤ ਵੱਡਾ ਹਿੱਸਾ ਆ। ਲੇਕਿਨ ਕੁਝ ਚੀਜ਼ਾਂ ਐਦਾਂ ਦੀਆਂ ਆ ਜਿਹੜੀਆਂ ਸਾਨੂੰ ਪਰਮੇਸ਼ਰ ਨੇ ਬਿਨਾਂ ਪ੍ਰਾਰਥਨਾਵਾਂ ਤੋਂ ਕਿਸੇ ਹੋਰ ਢੰਗ ਨਾਲ ਦੇਣੀਆਂ ਆ। ਉਹ ਢੰਗ ਕੀ ਆ ਕਿ ਇੱਕ ਦੂਜੇ ਦੇ ਨਾਲ ਬੈਠਣਾ, ਇੱਕ ਦੂਜੇ ਦੇ ਨਾਲ ਨਿਸ਼ਕਪਟ ਪ੍ਰੇਮ, ਮੀਨਸ ਬਾਈਬਲ ਦਾ ਪ੍ਰੇਮ। ਕਿਉਂਕਿ ਅਸੀਂ ਸਾਰੇ ਇੱਕੋ ਪਰਮੇਸ਼ਰ ਦੇ ਬੇਟੇ ਬੇਟੀਆਂ ਆ ਤੇ ਸਾਡਾ ਭਾਈਆਂ ਭੈਣਾਂ ਵਾਲਾ ਤਾਲਮੇਲ ਹੋਣਾ ਚਾਹੀਦਾ ਆ। ਜਿਵੇਂ ਮੇਰੇ ਜੋ ਇੱਕ ਕੁੱਖ ਤੋਂ ਪੈਦਾ ਹੋਏ ਇੱਕ ਬੇਟਾ ਔਰ ਬੇਟੀ ਦੇ ਮੇਰੇ ਜੋ ਦੇ ਰਿਸ਼ਤੇ 'ਚ ਹੁੰਦਾ ਹੈ ਕਿ ਜੇ ਭੈਣ ਨੂੰ ਦੁੱਖ ਆ ਤਾਂ ਭਾਈ ਵੀ ਰੋਂਦਾ, ਜੇ ਭਾਈ ਨੂੰ ਕੋਈ ਪ੍ਰੋਬਲਮ ਆ ਤਾਂ ਭੈਣ ਵੀ ਚਿੰਤਾ ਕਰਦੀ ਆ। ਐਦਾਂ ਹੀ ਸਾਨੂੰ ਆਤਮਿਕ ਰੂਪ 'ਚ ਇੱਕ ਦੂਜੇ ਦੇ ਲਈ ਚਿੰਤਾ ਕਰਨੀ ਚਾਹੀਦੀ, ਇੱਕ ਦੂਜੇ ਲਈ ਪ੍ਰੇਅਰ ਕਰਨੀ ਚਾਹੀਦੀ ਆ, ਇੱਕ ਦੂਜੇ ਦੇ ਨਾਲ ਮਿਲੇ ਰਹਿਣ ਦੀ ਜ਼ਰੂਰਤ ਆ। ਜਦੋਂ ਮਿਲੇ ਰਵਾਂਗੇ ਮੇਰੇ ਜੋ ਬਹੁਤੀਆਂ ਆਸ਼ੀਸ਼ਾਂ ਬਿਨਾਂ ਪ੍ਰੇਅਰ ਤੋਂ ਹੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਆਪਣੀ ਆਸ਼ੀਸ਼ ਨੂੰ ਰਿਸੀਵ ਕਰੋ, ਆਪਣੀ ਬਰਕਤ ਦੇ ਹੱਕਦਾਰ ਬਣੋ ਔਰ ਉਹ ਬਰਕਤ ਮਿਲਣੀ ਆ ਇੱਕ ਦੂਜੇ ਦੇ ਨਾਲ ਮਿਲੇ ਰਹਿਣ ਦੀ। ਹਾਲੇਲੂਇਆ। ਜਦੋਂ ਮਿਲੇ ਰਹੋਗੇ ਖੁਦਾ ਤੁਹਾਡੀਆਂ ਆਸ਼ੀਸ਼ਾਂ ਖੋਲੇਗਾ। ਆਈਏ ਸਭ ਖੜੇ ਹੋਵਾਂਗੇ ਪ੍ਰਭੂ ਦੀ ਹਜ਼ੂਰੀ 'ਚ, ਵਚਨ ਨੂੰ ਸਮਾਪਤ ਕਰਾਂਗੇ ਇੱਥੇ ਹੀ।